हेडफोन की करा डन चलो जी। मैं फॉर्मली जेड़ा है बहुत प्यार भरी सत श्री अकाल, आदाब, नमस्कार, खुशामदीद सारिਆਂ ਨੂੰ अंतरराष्ट्रीय ਸਾਹਿਤਿਕ ਸਾਂਝਾਂ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਸਵਾਗਤ ਕਰਦੀ ਹਾਂ ਜੀ ਕਿ ਤੁਸੀਂ ਸਾਡੇ ਵਿਹੜੇ ਅੱਜ ਜਿਹੜਾ ਪ੍ਰੋਗਰਾਮ ਜਿਹੜਾ ਆ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਤੇ ਪੰਜਾਬ ਸਾਹਿਤ ਅਕੈਡਮੀ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਨਵਾਂ ਪ੍ਰੋਗਰਾਮ ਜਿਹੜਾ ਇਹਦੀ ਸੈਕਿੰਡ ਜਿਹੜੀ ਹੁਣ ਕੜੀ ਹੈ ਪਹਿਲੀ ਜਿਹੜੀ ਡਾਕਟਰ ਸਰਬਜੀਤ ਕੌਰ ਦੇ ਨਾਲ ਅਸੀਂ ਉਹ ਸਿਰਜਣਾ ਦੇ ਆਰ ਪਾਰ ਕੀਤਾ ਸੀ। ਅੱਜ ਦੀ ਜਿਹੜੀ ਕੜੀ ਹੈ ਉਹ ਸੈਕਿੰਡ ਹੈ ਤੇ ਸਾਡੇ ਬੜੇ ਹੀ ਮਾਣਯੋਗ ਜਿਹੜੇ ਗੁਰਚਰਨ ਕੌਰ ਕੋਚਰ ਜੀ ਦੇ ਨਾਲ ਅਸੀਂ ਅੱਜ ਜਿਹੜੀ ਹੈ ਸਿਰਜਣਾ ਦੇ ਆਰ ਪਾਰ ਜਿਹੜਾ ਅੱਜ ਦਾ ਪ੍ਰੋਗਰਾਮ ਰੂਬਰੂ ਪ੍ਰੋਗਰਾਮ ਹੈ ਉਹ ਅਸੀਂ ਅੱਜ ਕਰਾਂਗੇ। ਤੇ ਮੈਂ ਸਾਰੇ ਆਏ ਹੋਏ ਬਹੁਤ ਮਤਲਬ ਜਿਹੜੇ ਮਹਿਮਾਨ ਨੇ ਸਾਡੇ ਉਹਨਾਂ ਦਾ ਦਿਲੋਂ ਸਵਾਗਤ ਕਰਦੀ ਹਾਂ, ਵੈਲਕਮ ਕਰਦੀ ਹਾਂ ਕਿ ਉਹ ਆਪਣਾ ਟਾਈਮ ਕੱਢ ਕੇ ਸਾਡੇ ਨਾਲ ਇੱਥੇ ਜੁੜਦੇ ਨੇ। ਇਹ ਖਿੜਕੀਆਂ ਬਹੁਤ ਸੋਹਣੀਆਂ ਨੇ, ਇਹ ਖਿੜਕੀਆਂ ਦੇ ਵਿੱਚੋਂ ਜਦੋਂ ਸਾਨੂੰ ਆਪਣੇ ਬੰਦੇ ਨਜ਼ਰ ਆਉਂਦੇ ਤੇ ਸਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਦੂਰ ਦੂਰ ਬੈਠੇ ਹੋਏ ਹਾਂ। ਦੇਖੋ ਅਸੀਂ ਸਾਰੇ ਇੰਟਰਨੈਸ਼ਨਲੀ ਅਸੀਂ ਜਿਹੜੇ ਸਾਰੇ ਇਕੱਠੇ ਹੋ ਜਾਂਦੇ ਆ ਇਹਨਾਂ ਖਿੜਕੀਆਂ ਦੇ ਦੁਆਰਾ। ਤੇ ਮੈਂ ਬਹੁਤ ਪਿਆਰ ਸਤਿਕਾਰ ਹੈ ਤੇ ਮੈਂ ਇੱਕ ਦੁਆ ਦੇ ਨਾਲ ਪ੍ਰੋਗਰਾਮ ਦੀ ਜਿਹੜੀ ਹੈ ਸ਼ੁਰੂਆਤ ਅਸੀਂ ਕਰਾਂਗੇ ਕਿ ਕਲਮਾਂ ਵਾਲਿਆਂ ਦੀਆਂ ਮਹਿਫਲਾਂ ਸਜਦੀਆਂ ਰਹਿਣ, ਕਲਮਾਂ ਵਾਲਿਆਂ ਦੀਆਂ ਮਹਿਫਲਾਂ ਸਜਦੀਆਂ ਰਹਿਣ। ਕੋਈ ਵੀ ਮੰਚ ਹੋਵੇ, ਕੋਈ ਵੀ ਜਗ੍ਹਾ ਹੋਵੇ, ਮਹਿਫਲਾਂ ਸਜਦੀਆਂ ਰਹਿਣ। ਕਲਮਾਂ ਵਾਲੇ ਜਿਉਂਦੇ ਰਹਿਣ, ਕਲਮਾਂ ਦੇ ਅਲਫਾਜ਼ ਜਿਉਂਦੇ ਰਹਿਣ, ਅਲਫਾਜ਼ਾਂ ਦੇ ਅਹਿਸਾਸ ਜਿਉਂਦੇ ਰਹਿਣ ਤੇ ਕਲਮਾਂ ਚੋਂ ਨਿਕਲਦਾ ਚਾਨਣ ਜ਼ਹਿਨਾਂ ਦੇ ਹਨੇਰਿਆਂ ਨੂੰ ਰੋਸ਼ਨਾਉਂਦਾ ਰਵੇ। ਮੁਹੱਬਤਾਂ ਜਿਉਂਦੀਆਂ ਰਹਿਣ, ਮੁਹੱਬਤਾਂ ਵਾਲੇ ਜਿਉਂਦੇ ਰਹਿਣ, ਮੁਹੱਬਤਾਂ ਵਾਲੇ ਜਿਉਂਦੇ ਰਹਿਣ। ਆਮੀਨ। ਮੈਂ ਕਹਿੰਦੀ ਹਾਂ ਕਿ
ਇਹ ਸਾਡੀ ਸਾਰਿਆਂ ਦੀ ਦੁਆ ਹੋਣੀ ਚਾਹੀਦੀ। ਮੈਂ ਵੀ ਵੈਸੇ ਮੇਰੇ ਲਿਖੀ ਹੋਈ ਨਹੀਂ ਹੈ, ਮੈਂ ਕਿਸੇ ਤੋਂ ਸੁਣੀ ਸੀ, ਲੇਕਿਨ ਉਹ ਮੇਰੇ ਦਿਲ ਦੀ ਜਿਹੜੀ ਹੈ ਨਾ, ਉਹ ਇੱਕ ਬਣ ਗਈ ਹੈ, ਦੁਆ ਹੀ ਬਣ ਗਈ ਹੈ ਕਿ ਜਦ ਅਸੀਂ ਆਪਣੇ ਸਾਹਿਤ ਵਾਲੇ ਜਿਹੜੇ ਬੰਦੇ ਆ, ਉਹ ਇਹ ਚੀਜ਼ ਬਹੁਤ ਜ਼ਰੂਰੀ ਹੈ ਸਾਨੂੰ, ਇਹ ਸਾਰਿਆਂ ਨੂੰ ਇਹ ਚੀਜ਼ ਮਤਲਬ ਇਹ ਦੁਆ ਕਰਨੀ। ਤੇ ਮੈਂ ਇੱਕ ਹੋਰ ਵਧੀਆ ਗੱਲ ਪੜ੍ਹੀ ਸੀ ਕਿ ਲੇਖਕ ਕੌਣ ਹੁੰਦੇ ਆ, ਤੇ ਇਹਦਾ ਜਵਾਬ ਵੀ ਬੜਾ ਵਧੀਆ ਮਿਲਿਆ ਮੈਨੂੰ ਕਿ ਜਿਸ ਕੋਲ ਸ਼ਬਦ ਹਨ ਉਹ ਮਨੁੱਖ ਹੈ, ਜਿਸ ਕੋਲ ਸ਼ਬਦਾਂ ਲਈ ਸਤਿਕਾਰ ਹੈ ਉਹ ਮਨੁੱਖਤਾ ਦੇ ਹੱਕ ਵਿੱਚ ਹੈ, ਤੇ ਜਿਸ ਨੂੰ ਸ਼ਬਦ ਘੜਨੇ ਆਉਂਦੇ ਨੇ ਤੇ ਜੜਨੇ ਆਉਂਦੇ ਨੇ ਉਹ ਲੇਖਕ ਹੈ, ਉਹ ਕਲਾਕਾਰ ਹੈ। ਤੇ ਮੈਂ ਕਹਿੰਦੀ ਹਾਂ ਕਿ ਅੱਜ ਦੇ ਸਾਡੇ ਜਿਹੜੇ ਮਹਿਮਾਨ ਨੇ ਡਾਕਟਰ ਗੁਰਚਰਨ ਕੌਰ ਕੋਚਰ ਜੀ, ਉਹਨਾਂ ਕੋਲ ਸੱਚੀ ਮੁੱਚੀ ਇਹ ਕਲਾ ਹੈ, ਉਹ ਇੰਨਾ ਸੋਹਣਾ ਲਿਖਦੇ ਨੇ। ਤੇ ਨਾਲ ਦੀ ਨਾਲ ਮੈਂ ਆਪਣੀ ਜਿਹੜੇ ਸਾਡੇ ਅੱਜ ਦੇ ਹੋਸਟ ਨੇ, ਟੀਵੀ ਐਂਕਰ ਨੇ, ਰਾਈਟਰ ਨੇ ਬਹੁਤ ਵਧੀਆ, ਪ੍ਰੋਫੈਸਰ ਕੁਲਜੀਤ ਕੌਰ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਦਿੰਦੀ ਹਾਂ ਕਿ ਉਹ ਸਿਰਜਣਾ ਦੇ ਆਰ ਪਾਰ ਜਿਹੜਾ ਪ੍ਰੋਗਰਾਮ ਹੈ ਉਹ ਬਹੁਤ ਸੋਹਣਾ ਕਰ ਰਹੇ ਨੇ। ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਜਿਹੜਾ ਇਹ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਹੈ ਬਹੁਤ ਸੋਹਣਾ ਚੱਲੇਗਾ। ਬਾਕੀ ਹੁਣ ਮੈਂ ਫਿਰ ਇੱਕ ਵਾਰੀ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੀ ਹਾਂ, ਤੇ ਮੈਂ ਰਵਿੰਦਰ ਜੀ ਨੂੰ ਕਵਾਂਗੀ ਕਿ ਉਹ ਇੱਕ ਵਾਰੀ ਫਾਰਮਲੀ ਇਹਨੂੰ ਵੈਲਕਮ ਕਰਕੇ ਓਪਨ ਕਰ ਦੇਣ, ਤਾਂ ਕਿ ਕੁਲਜੀਤ ਜੀ ਤੇ ਡਾਕਟਰ ਗੁਰਚਰਨ ਕੋਚਰ ਜੀ ਨੂੰ ਅਸੀਂ ਸੁਣ ਸਕੀਏ। ਜੀ ਰਵਿੰਦਰ ਜੀ। ਥੈਂਕ ਯੂ ਰਿੰਟੂ ਜੀ, ਮੇਰੇ ਕੋਲ ਤਾਂ ਸ਼ਬਦ ਹੀ ਰਹੇ, ਇੰਨਾ ਸੋਹਣਾ ਤੁਸੀਂ ਦੱਸਿਆ। ਵੈਸੇ ਸ਼ਬਦ ਕਿਹਦੇ ਸੀ ਜਿਹੜੇ ਤੁਸੀਂ ਉਹਨੇ ਬੋਲੇ, ਕੌਣ ਰਾਈਟਰ? ਮੈਂ ਹੁਣ ਰਵਿੰਦਰ ਜੀ ਇਸ ਵੇਲੇ ਮੇਰੇ ਨੇ ਇਹ ਨਹੀਂ ਚਲੋ ਪੁੱਛੀ ਤਾਂ ਠੀਕ ਹੈ, ਨਹੀਂ ਮੈਂ ਕਿਹਾ ਪਤਾ ਹੋਣਾ ਚਾਹੀਦਾ, ਬਹੁਤ ਸੋਹਣੇ ਸ਼ਬਦ ਸੀ। ਮੈਂ ਜਦੋਂ ਸੁਣਦੀ ਆ ਨਾ ਤੇ ਉਹ ਕਈ ਵਾਰੀ ਕੋਈ ਚੀਜ਼ ਜਿਹੜੀ ਹੈ ਨਾ ਉਹ ਜ਼ਹਿਨ ਦੇ ਵਿੱਚ, ਵੈਸੇ ਸ਼ਬਦ ਹੈ ਹੀ ਬਹੁਤ ਸੋਹਣੇ ਸੀ, ਮੈਂ ਤਾਂ ਪੁੱਛਿਆ ਹੈ ਨਾ। ਬਾਕੀ ਸਾਡੇ ਪਿਆਰੇ ਇੰਨੇ ਸੋਹਣੇ ਲੇਖਿਕਾ ਹੈ, ਸ਼ਾਇਰਾ ਹੈ, ਟੀਵੀ ਐਂਕਰ ਨੇ, ਹੋਸਟ ਹੈ ਪ੍ਰੋਫੈਸਰ ਕੁਲਜੀਤ ਜੀ, ਇੰਨਾ ਸੋਹਣਾ ਕਰ ਰਹੇ ਨੇ। ਤੇ ਇਹ ਜਿਹੜਾ ਸਿਰਜਣਾ ਦੇ ਆਰ ਪਾਰ ਹੈ, ਇਹਦੇ ਚ ਇਹੀ ਨਹੀਂ ਕਿ ਅਸੀਂ ਸਾਹਿਤਕ ਹੀ ਲੈ ਕੇ ਆਉਣੀਆਂ ਕਲਮਾਂ, ਕਿਸੇ ਵੀ ਫੀਲਡ ਦਾ ਕੋਈ ਵੀ, ਅਸੀਂ ਉਹਨਾਂ ਨੂੰ ਪ੍ਰੋਫੈਸਰ ਕੁਲਜੀਤ ਜੀ ਲੈ ਕੇ ਆਉਣਗੇ। ਤੇ ਹੁਣ ਮੈਂ ਵੈਲਕਮ ਕਰਨੀ ਆ ਡਾਕਟਰ ਗੁਰਚਰਨ ਕੌਰ ਕੋਚਰ ਜੀ ਨੂੰ। ਰਾਤੀ 4 ਲਾਈਨਾਂ ਮੈਂ ਇਹਨਾਂ ਬਾਰੇ ਲਿਖੀਆਂ ਸੀ, ਅਜੇ ਐਡੀਟਿੰਗ ਕਰਾਂਗੀ, ਉਹ ਮੈਂ ਥੋੜੀਆਂ ਜਿਹੀਆਂ ਸੁਣਾ ਦਿੰਦੀ ਹਾਂ ਕਿ ਜਿਹੜੀ ਮੇਰੀ ਇਹਨਾਂ ਦੀ ਪਹਿਲੀ ਮੁਲਾਕਾਤ ਸੀ। ਅਚਨਚੇਤੀ, ਅੱਛਾ ਮੈਂ ਲਗਾਣਾ, ਆਵਾਜ਼ ਆ ਰਹੀ ਹੈ ਨਾ? ਜੀ ਜੀ ਹਾਂਜੀ ਹਾਂਜੀ ਹਾਂਜੀ। ਅਚਨਚੇਤੀ ਹੋਈ ਉਸ ਮੁਲਾਕਾਤ ਦੀ, ਤੇਰੇ ਉਸ ਪਿਆਰੇ ਅਹਿਸਾਸ ਦੀ ਖੁਸ਼ਬੂ ਮੇਰੇ ਰੋਮ ਰੋਮ ਵਿੱਚ ਸਮਾਈ ਹੈ। ਕਦੇ ਨਾ ਖਤਮ ਹੋਣ ਵਾਲਾ ਤੇਰੇ ਅਹਿਸਾਸ ਦਾ ਸਫ਼ਰ ਹਰ ਪਲ ਮੇਰੇ ਨਾਲ ਤੁਰ ਰਿਹਾ ਹੈ। ਮੈਂ ਵੀ ਬੋਝ ਬੋਝ ਕੇ ਤੇਰੇ ਕਦਮਾਂ ਨਾਲ ਕਦਮ ਮਿਲਾ ਨਾਲ ਚੱਲਣ ਦੀ ਕੋਸ਼ਿਸ਼ ਕਰ ਰਹੀ ਹਾਂ। ਤੇਰੇ ਉਸ ਅਹਿਸਾਸ ਦੀਆਂ ਰਿਸ਼ਮਾਂ ਦੀ ਮਹਿਕ 4 ਕੁੰਟਾਂ ਤੋਂ ਮਹਿਸੂਸ ਕਰ ਰਹੀ ਹਾਂ। ਤੇਰੀਆਂ ਗਜ਼ਲਾਂ ਨੂੰ ਪੜ੍ਹਦਿਆਂ ਤੇਰੇ ਹਰਫਾਂ ਦੀ ਮਹਿਕ ਮੇਰੀ ਨਸ ਨਸ ਵਿੱਚ ਸਮੋ ਜਾਂਦੀ ਹੈ। ਤੂੰ ਇੰਨੀਆਂ ਬੇਸ਼ਕੀਮਤੀ ਅਸ਼ਫਰੀਆਂ ਮੇਰੀ ਝੋਲੀ ਪਾ ਦਿੱਤੀਆਂ ਨੇ, ਉਹਨਾਂ ਨੂੰ ਦੀਵਿਆਂ ਦੀ ਕਤਾਰ ਵਾਂਗ ਸਜਾ, ਜਗਦੇ ਚਿਰਾਗ ਬਣਾ, ਉਹਨਾਂ ਦੀ ਰੋਸ਼ਨੀ ਦਾ ਚਾਨਣ ਹਰ ਤਰਫ ਫੈਲਾਉਣਾ ਚਾਹੁੰਦੀ ਹਾਂ। ਕੁਲ ਔਰਤ ਜਾਤੀ ਦਾ ਮਾਨ ਹੈ ਤੂੰ, ਮੁਹੱਬਤ ਦਾ ਮੁਜੱਸਮਾ ਤੇ ਖਿੜੀ ਹੋਈ ਰੂਹ ਹੈ ਕੋਈ, ਜਿਸ ਦੀ ਮਹਿਕ ਮੈਂ ਹਰ ਪਲ ਮਹਿਸੂਸ ਕਰਦੀ ਹਾਂ। ਉੱਚਾ ਸੁੱਚਾ ਕਿਰਦਾਰ ਹੈ ਤੇਰਾ, ਹਿੰਮਤੀ ਸਿਰੜੀ ਤੇ ਧੁੰਦੀ ਪੱਕੀ, ਮੇਰੀ ਪਿਆਰੀ ਰੂਹ ਦੀ ਸਖੀ। ਕੋਈ ਗੱਲ ਜਦ ਇੱਕ ਵਾਰ ਕਹਿ ਦੇਵਾਂ ਤੂੰ ਝੱਟ ਉਸਨੂੰ ਪੂਰਿਆਂ ਕਰਦੀ ਹੈ। ਤੂੰ ਗਜ਼ਲਾਂ ਹੀ ਨਹੀਂ ਲਿਖਦੀ, ਗਜ਼ਲਾਂ ਲਿਖਦੀ ਲਿਖਦੀ ਤੂੰ ਆਪ ਹੀ ਗਜ਼ਲ ਹੋ ਗਈ ਹੈ। ਤੇਰੀਆਂ ਗਜ਼ਲਾਂ ਨੂੰ ਪੜ੍ਹ ਕੇ ਮੈਂ ਵੀ ਉਸਦੇ ਰੰਗ ਵਿੱਚ ਰੰਗਦੀ ਜਾ ਰਹੀ ਹਾਂ। ਕਾਸ਼ ਇਹ ਮੁਹੱਬਤਾਂ ਬਣੀਆਂ ਰਹਿਣ, ਕਾਸ਼ ਥੈਂਕ ਯੂ। ਮੈਂ ਵੈਸੇ ਇਹਦੇ ਚ ਨਾ ਕੋਸ਼ਿਸ਼ ਕੀਤੀ ਇਹਨਾਂ ਦੀਆਂ ਸਾਰੇ ਮਤਲਬ ਕਿ ਕਿਤਾਬਾਂ ਗਜ਼ਲਾਂ ਦੀ। ਬਹੁਤ ਅੱਛਾ ਮੈਮ, ਬਹੁਤ ਅੱਛਾ, ਬਹੁਤ ਅੱਛਾ। ਰਾਤ ਇੰਨੇ ਵਜੇ ਲਿਖੀ ਮੈਂ 3 ਵਜੇ। ਬਹੁਤ ਸੋਹਣਾ, ਬਹੁਤ ਸੋਹਣਾ। ਚਲੋ ਵੈਲਕਮ ਜੀ, ਇਹਨੂੰ ਐਡੀਟਿੰਗ ਕਰਾਂਗੇ ਅਜੇ ਤੇ ਬਾਹਰ ਟਾਈਮ ਹੋ ਗਿਆ ਬਹੁਤ ਜ਼ਿਆਦਾ, ਫਿਰ ਮੈਂ ਕਿਹਾ ਚਲੋ ਇੱਥੇ ਬਸ ਕਰਦੇ ਆ। ਬਾਕੀ ਅਸੀਂ ਤੇ ਹੈ ਨਹੀਂ ਕਿ ਕੁਛ ਤੁਹਾਨੂੰ ਹੈ ਨਾ ਵੀ ਮੈਂ ਕੁਝ ਲਿਖ ਸਕਾਂ, ਇੰਨੀ ਸਾਡੀ ਕੀ ਔਕਾਤ ਹੈ, ਪਰ ਚਲੋ ਫਿਰ ਵੀ ਥੋੜਾ ਬਹੁਤਾ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਕੋਲੋਂ ਗਾਈਡੈਂਸ, ਹੈ ਨਾ। ਬਹੁਤ ਖੂਬ, ਬਹੁਤ ਖੂਬ। ਚਲੋ ਪ੍ਰੋਫੈਸਰ ਕੁਲਜੀਤ ਜੀ, ਸਭ ਹਾਂਜੀ
ਸਤਿਕਾਰਯੋਗ ਮਹਿਮਾਨਾਂ ਨੂੰ ਫਿਰ ਜੀ ਆਇਆਂ ਕਰਨੀ ਹੈ ਤੇ ਪ੍ਰੋਫੈਸਰ ਕੁਲਜੀਤ ਜੀ ਗੱਲਬਾਤ ਸ਼ੁਰੂ ਕਰਨ। ਵਿੱਚ ਕਿਸੇ ਨੇ ਵੀ ਬੋਲਣਾ ਨਹੀਂ ਹੈ ਤੇ ਬਾਕੀ ਜੇ ਕੋਈ ਪੁੱਛਣਾ ਹੈ ਤੇ ਹਨਾ ਤੁਸੀਂ ਕਹਿ ਦੇਣਾ। ਸਾਰੇ ਅੱਜ ਦੇ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਜਿਹੜਾ ਹੈ, ਇਸ ਦਾ ਵਿਸ਼ਾ ਹਮੇਸ਼ਾ ਅਸੀਂ ਇੱਕ ਨਵੀਂ ਸ਼ਖਸੀਅਤ ਨਾਲ ਤੁਹਾਡਾ ਜਾਣਕਾਰੀ ਕਰਾਉਂਦੇ ਹਾਂ। ਸਿਰਜਣਾ ਦੇ ਆਰ ਪਾਰ ਨੂੰ ਅਸੀਂ ਸਿਰਜਣਾ ਦਾ ਇੱਕ ਇਹੋ ਜਿਹਾ ਜਗਤ ਜਿਸ ਦੇ ਵਿੱਚ ਕਵਿਤਾਵਾਂ, ਕਹਾਣੀਆਂ ਤੇ ਜ਼ਿੰਦਗੀ ਦੇ ਕੋਈ ਵੀ ਸਿਰਜਣਾ ਕਰਨ ਵਾਲੇ ਸਾਡੇ ਜਿਹੜੇ ਕਲਮਕਾਰ ਨੇ, ਚਾਹੇ ਕਲਾਕਾਰ ਨੇ, ਉਹ ਤੁਹਾਡੇ ਰੂਬਰੂ ਕਰਾਉਂਦੇ ਆ। ਤੇ ਅੱਜ ਜਿਹੜੀ ਸ਼ਖਸੀਅਤ ਅਸੀਂ ਤੁਹਾਡੇ ਰੂਬਰੂ ਕਰਾਉਣਾ ਹੈ ਜਿਨ੍ਹਾਂ ਨੂੰ, ਉਹਨਾਂ ਲਈ ਮੈਂ ਕਹਾਂਗੀ, ਲੋਕ ਹੱਕਾਂ ਦੀ ਬਾਤ ਹੈ ਪਾਉਂਦੀ, ਮਨ ਦੇ ਬੇਬਾਕ ਵਲਵਲੇ ਸੁਣਾਉਂਦੀ, ਮੁਹੱਬਤ ਦੀ ਵੇਦਨਾ ਪ੍ਰਗਟਾਉਂਦੀ, ਨਾਰੀ ਹੱਕਾਂ ਦੀ ਆਵਾਜ਼ ਉਠਾਉਂਦੀ। ਡਾਕਟਰ ਗੁਰਚਰਨ ਕੌਰ ਕੋਛੜ ਜੀ ਜ਼ਿੰਦਗੀ ਦੇ ਔਖੇ ਪੈਂਡਿਆਂ ਤੇ ਸਾਬਤ ਕਦਮੀ ਚੱਲਣ ਵਾਲੀ ਸ਼ਖਸੀਅਤ। ਸੰਘਰਸ਼ ਅਤੇ ਮਿਹਨਤ ਦੀ ਕੁਠਾਲੀ 'ਚ ਪੈ ਕੇ ਇਹ ਸ਼ਖਸੀਅਤ ਨੇ ਵਕਤ ਦੇ ਨਾਲ ਨਾਲ ਤੁਰਨਾ ਸਿੱਖਿਆ ਹੈ। ਇਹ ਸ਼ਖਸੀਅਤ ਨਿਰੰਤਰ ਸਾਹਿਤ ਸਾਧਨਾ 'ਚ ਲੱਗੀ ਹੋਈ ਹੈ। ਇਹਨਾਂ ਨੇ ਸਮਾਜਿਕ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਤਾਂ ਆਪਣੀ ਕਲਮ ਦੀ ਬੁੱਕਲ 'ਚ ਲਿਆਈ ਹੈ, ਨਾਲ ਦੀ ਨਾਲ ਇਹਨਾਂ ਨੇ ਜਿਹੜੀਆਂ ਨਿੱਜੀ ਨਾਰੀ ਸੰਵੇਦਨਾਵਾਂ ਨੇ ਉਹਨਾਂ ਨੂੰ ਬੜੀ ਗਹਿਰ ਗੰਭੀਰਤਾ ਨਾਲ ਪ੍ਰਗਟ ਕੀਤਾ ਹੈ। ਮੈਂ ਇਹਨਾਂ ਦੇ ਬਾਰੇ 'ਚ ਕੁਝ ਜਿਹੜੀ ਇਹਨਾਂ ਦੀ ਝਲਕ ਇਹਨਾਂ ਦੀਆਂ ਪ੍ਰਾਪਤੀਆਂ ਦੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੀ। ਅਸੀਂ ਉਹਨਾਂ ਦਾ ਜੋ ਜੀਵਨ ਦੇਖਣਾ ਹੈ ਇਸ ਦੇ ਰੂਪ ਦੇ ਵਿੱਚ ਮੈਂ ਇੱਕ ਮਿੰਟ ਸਮਾਂ ਥੋੜਾ ਜਿਹਾ ਲੱਗ ਰਿਹਾ, ਪਰ ਮੈਂ ਜ਼ਰੂਰ ਚਾਹੁੰਦੀ ਹਾਂ ਕਿ ਅਸੀਂ ਇਹਨਾਂ ਦੀਆਂ ਪ੍ਰਾਪਤੀਆਂ ਅਸੀਂ ਜ਼ਰੂਰ ਸਾਂਝੀਆਂ ਕਰੀਏ। ਕੁਝ ਤਕਨੀਕੀ ਮੈਨੂੰ ਪ੍ਰੋਬਲਮ ਆ ਰਹੀ, ਪਰ ਮੇਰੀ ਕੋਸ਼ਿਸ਼ ਹੈ ਕਿ ਮੈਂ ਇਸਨੂੰ ਨਾਲ ਨਾਲ ਸ਼ੇਅਰ ਕਰਾਂ ਤੁਹਾਡੇ। ਮੈਂ ਪਿਨ ਕੀਤਾ ਹੋਇਆ ਸੀ, ਮੈਂ ਜੇ ਰਿਮੂਵ ਪਿਨ ਕਰ ਦਿੰਦੀ ਹਾਂ ਤਾਂ ਹੋ ਸਕਦਾ ਤੁਸੀਂ ਉਸ ਤਰੀਕੇ ਨਾਲ ਸਕਰੀਨ ਸ਼ੇਅਰ ਦੇ ਵਿੱਚ ਥੋੜੀ ਪ੍ਰੋਬਲਮ। ਕੋਈ ਨਹੀਂ, ਪਿਨ ਹਟਾ ਦਿਓ। ਹਾਂਜੀ ਅੱਛਾ ਤਾਂ ਨਹੀਂ ਆ ਰਹੀ ਮੈਮ ਸਕਰੀਨ ਸ਼ੇਅਰ? ਉਹਦੇ ਨਾਲ ਤੇ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ, ਉਹਦੇ ਨਾਲ ਤੇ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਵੈਸੇ। ਹਾਂ ਆ ਗਿਆ ਆਏਗਾ ਮੈਮ, ਹੁਣੇ ਮੈਂ ਨਾ ਕਰ ਰਹੀ। ਹਾਂ ਤੁਸੀਂ ਦੇਖ ਪਾ ਰਹੇ ਹੋ? ਹਾਂਜੀ ਇਹਦੇ ਆਇਆ ਨਹੀਂ ਹੈ, ਆ ਗਿਆ ਬਿਲਕੁਲ। ਵਾਓ ਬਹੁਤ ਸੋਹਣਾ। ਮੈਡਮ ਗੁਰਚਰਨ ਕੋਛੜ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲਿਆ। ਅਸੀਂ ਸਕਰੀਨ ਤੇ ਦੇਖ ਰਹੇ ਹਾਂ ਕਿ ਅਬੁਲ ਕਲਾਮ ਆਜ਼ਾਦ ਜੀ ਨੇ ਇਹਨਾਂ ਨੂੰ ਨੈਸ਼ਨਲ ਜਿਹੜਾ ਅਵਾਰਡ ਹੈ ਉਹ ਇਹਨਾਂ ਨੂੰ ਮਿਲਿਆ। ਇਸ ਤੋਂ ਇਲਾਵਾ ਇਹਨਾਂ ਨੂੰ ਰਾਜ ਕੌਮੀ ਜਿਹੜੇ ਪੰਜਾਬ ਸਰਕਾਰ ਵੱਲੋਂ ਬਾਦਲ ਸਾਹਿਬ ਵੱਲੋਂ ਇਹਨਾਂ ਨੂੰ ਇੱਕ ਸਨਮਾਨ ਮਿਲਿਆ। ਨਾਰੀ ਸ਼ਕਤੀ ਦੀ ਮਿਸਾਲ ਨੇ ਮੈਡਮ। ਇਹਨਾਂ ਦੇ ਸਨਮਾਨਾਂ ਦੀ ਲਿਸਟ ਬਹੁਤ ਲੰਬੀ ਹੈ, ਕਿਉਂਕਿ ਲਗਾਤਾਰ ਜ਼ਿੰਦਗੀ ਦੇ ਔਖੇ ਪੈਂਡਿਆਂ ਤੇ ਸਿਰੜੀ ਤੇ ਸਿਦਕ ਨਾਲ ਚੱਲਣ ਵਾਲੀ ਗੁਰਚਰਨ ਕੌਰ ਕੋਛੜ ਕਿਸੇ ਵੀ ਫੀਲਡ ਵਿੱਚ, ਕਿਸੇ ਵੀ ਖੇਤਰ 'ਚ ਜਿੱਥੇ ਵੀ ਗਏ ਆ, ਇਹਨਾਂ ਨੇ ਆਪਣਾ ਵਿਸ਼ੇਸ਼ ਜਿਹੜਾ ਸਥਾਨ ਹੈ ਬਣਾਇਆ। ਅਸੀਂ ਦੇਖ ਪਾ ਰਹੇ ਹਾਂ ਇਹਨਾਂ ਨੂੰ ਕਿ ਇਹਨਾਂ ਨੇ ਇੱਕ ਅਕਾਦਮਿਕ ਖੇਤਰ ਦੇ ਵਿੱਚ ਵੀ ਬਹੁਤ ਪ੍ਰਾਪਤੀਆਂ ਕੀਤੀਆਂ ਨੇ, ਸਮਾਜਿਕ ਖੇਤਰ 'ਚ ਵੀ ਕੀਤੀਆਂ ਨੇ, ਸਮਾਜ ਸੇਵਾ ਦੇ ਖੇਤਰ 'ਚ ਕੀਤੀਆਂ ਨੇ, ਤੇ ਪਰਿਵਾਰਕ ਜੀਵਨ 'ਚ ਵੀ ਬਿਲਕੁਲ ਇੱਕ ਸਫਲ ਰੋਲ ਨਿਭਾਇਆ ਇਹਨਾਂ ਨੇ। ਮਤਲਬ ਇਹ ਨਹੀਂ ਕਿ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪਿੱਛੇ ਨਹੀਂ ਛੱਡਿਆ, ਇਹਨਾਂ ਨੇ ਹਰ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਨੂੰ ਬਹੁਤ ਚੰਗੀ ਤਰ੍ਹਾਂ ਅੱਗੇ ਅਗਰਸਰ ਕੀਤਾ। ਤੇ ਸਾਹਿਤਕ ਮਹਿਫਲਾਂ ਦੀ ਸ਼ਾਨ ਨੇ ਤੇ ਗਜ਼ਲ ਦੀ ਦੁਨੀਆ ਦੇ ਵਿੱਚ ਇਹਨਾਂ ਦਾ ਵੱਖਰਾ ਮੁਕਾਮ ਹੈ। ਜਦੋਂ ਇਹ ਗਜ਼ਲ ਗਾਉਂਦੇ ਨੇ ਤੇ ਇੱਕ ਰਵਾਨਗੀ, ਇੱਕ ਬੇਬਾਕੀ, ਇੱਕ ਤਨਜ਼, ਇੱਕ ਵਲਵਲਾ ਇਹਨਾਂ ਦਾ ਜਿਹੜਾ ਹੈ ਉਹ ਸਾਡੀ ਰੂਹ ਨੂੰ ਸਰਸ਼ਾਰ ਕਰਦਾ ਹੈ। ਤੇ ਮੈਡਮ ਗੁਰਚਰਨ ਕੋਛੜ ਲਈ ਅਸੀਂ ਸਾਰੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਮੰਚ ਵੱਲੋਂ ਦੁਆਵਾਂ ਕਰਦੇ ਹਾਂ ਕਿ ਲਗਾਤਾਰ ਇਸ ਤਰ੍ਹਾਂ ਸਫ਼ਰ ਜਾਰੀ ਰੱਖਣ। ਔਰ ਡੀਡੀ ਪੰਜਾਬੀ ਦੀ ਸ਼ਾਨ ਨੇ। ਦੂਰਦਰਸ਼ਨ ਕੇਂਦਰ ਜਲੰਧਰ 'ਚ 4 ਦਰਜਨ ਤੋਂ ਵੱਧ ਪ੍ਰੋਗਰਾਮਾਂ 'ਚ ਆਏ ਨੇ। ਇਹਨਾਂ ਨੇ ਆਪਣੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬਤੌਰ ਐਕਸਪਰਟ ਭਾਗ ਲਿਆ ਤੇ ਇਹਨਾਂ ਨੂੰ ਨਾਰੀ ਮੰਚ ਪ੍ਰੋਗਰਾਮ, ਵਿਰਸਾ ਪ੍ਰੋਗਰਾਮ ਮੈਨੂੰ ਵੀ ਕਰਨ ਦਾ ਮੌਕਾ ਮਿਲਿਆ ਇਹਨਾਂ ਦੇ ਨਾਲ। ਇਹਨਾਂ ਦੀ ਐਂਕਰਿੰਗ ਦੇ ਵਿੱਚ ਮੈਂ ਵਿਰਸਾ ਪ੍ਰੋਗਰਾਮ 'ਚ ਅਸੀਂ ਇਕੱਠੇ ਸੀਗੇ। ਇਸ ਤੋਂ ਇਲਾਵਾ ਇਹਨਾਂ ਨੇ ਵੱਖਰਾ ਚਿਹਰਾ ਪ੍ਰੋਗਰਾਮ ਦੇ ਵਿੱਚ ਤੇ ਸਾਹਿਤਕ ਪ੍ਰੋਗਰਾਮਾਂ 'ਚ ਆਪਣੀ ਕਾਫੀ ਜਿਹੜਾ ਐਕਸਪਰਟ ਹੋਣ ਦਾ ਮਾਣ ਜਿਹੜਾ ਮਿਲਿਆ ਇਹਨਾਂ ਨੂੰ। ਔਰ ਇਹਨਾਂ ਨੇ ਕੈਨੇਡਾ ਦੇ ਵਿੱਚ ਵੀ ਆਪਣੀ ਜਿਹੜੀ ਵਰਲਡ ਪੰਜਾਬੀ ਕਾਨਫਰੰਸ ਜਾਂ ਹੋਰ ਜਿਹੜੇ ਸਾਹਿਤਕ ਸਮਾਗਮਾਂ 'ਚ ਸ਼ਮੂਲੀਅਤ ਕਰਦੇ ਰਹੇ ਨੇ। ਤੇ ਬੜੇ ਮਾਣ ਸਿਦਕ ਦੀ ਗੱਲ ਹੈ ਕਿ ਇਸ ਆਵਾਜ਼ ਨੇ ਨਾਰੀ ਦੀ ਆਵਾਜ਼ ਨੂੰ ਬੁਲੰਦ ਕੀਤਾ ਜਿੱਥੇ ਵੀ ਕਿਤੇ ਗਏ ਨੇ, ਔਰ ਲੋਕ ਹੱਕਾਂ ਦੀ ਬਾਤ ਪਾਈ ਹੈ। ਤੇ ਵਕਾਲਤ ਦਾ ਕਿੱਤਾ, ਵਕੀਲ ਨੇ, LLB ਕੀਤੀ ਹੋਈ ਹੈ ਇਹਨਾਂ ਨੇ। ਅਧਿਆਪਨ ਦਾ ਕਿੱਤਾ ਕਰਦਿਆਂ ਨਾਲ LLB ਕਰਕੇ ਕੀਤੀ ਇਹਨਾਂ ਨੇ, ਮਤਲਬ ਪਹਿਲਾਂ ਕੀਤੀ ਸੀ, ਪਰ ਇਹਨਾਂ ਨੇ ਵਕਾਲਤ ਦਾ ਕਿੱਤਾ ਇਸ ਤਰ੍ਹਾਂ ਨਹੀਂ ਅਪਣਾਇਆ ਕਿ ਇਸ ਨੂੰ ਕੋਈ ਆਪਣਾ ਪੇਸ਼ਾ ਬਣਾਉਂਦੇ ਨੇ, ਸਗੋਂ ਇਹਨਾਂ ਨੇ ਔਰਤਾਂ ਦੀ ਮਦਦ ਕਰਨ ਵਾਸਤੇ ਇਸ ਕਿੱਤੇ ਨੂੰ ਚੁਣਿਆ ਤੇ ਔਰਤਾਂ ਦੇ ਜਿੰਨੀਆਂ ਵੀ ਸਮੱਸਿਆਵਾਂ ਔਰਤਾਂ ਨੂੰ ਆਉਂਦੀਆਂ ਨੇ ਨਿੱਜੀ ਤੌਰ ਤੇ ਉਹਦੇ 'ਚ ਦਖਲ ਕਰਕੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ। ਬਹੁਤ ਟੁੱਟਦੇ ਘਰਾਂ ਨੂੰ ਜੋੜਿਆ ਤੇ
ਔਰਤ ਸੰਵੇਦਨਾਵਾਂ ਨੂੰ ਸਹਿਜੇ ਤੇ ਸਵੀਕਾਰ ਕੀਤਾ। ਔਰ ਇਹਨਾਂ ਨੇ ਇਹ ਨਹੀਂ ਕਿ ਸਿਰਫ ਇੱਕ ਲਿਖਿਆ ਹੀ ਔਰਤਾਂ ਬਾਰੇ, ਲਿਖਿਆ ਨਹੀਂ, ਉਸ ਲਿਖੇ ਹੋਏ ਨੂੰ ਜੀਵਿਆ ਵੀ ਆ ਔਰ ਜੀਵੇ ਹੋਏ ਨੂੰ ਅਮਲ ਤੇ ਵੀ ਲਿਆਂਦਾ। ਔਰ ਔਰਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਮੈਡਮ ਨੂੰ ਖੁਦ ਪਤਾ ਹੈ ਕਿ ਦੂਰਦਰਸ਼ਨ ਤੇ ਮੈਡਮ ਨੇ ਇੱਕ ਵਾਰ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ। ਉਸ ਤੋਂ ਬਾਅਦ ਇਹਨਾਂ ਨੂੰ 400 ਤੋਂ ਵੱਧ ਫੋਨ ਆਏ ਔਰ ਉਹਨਾਂ ਫੋਨਾਂ ਨੂੰ ਇਹਨਾਂ ਨੇ ਆਪਣੇ ਨਿੱਜੀ ਤੌਰ ਤੇ ਲਿਆ ਔਰ ਉਹਨਾਂ ਫੋਨਾਂ ਦੇ ਆਧਾਰ ਤੇ ਇਹਨਾਂ ਨੇ ਮਸਲੇ ਜਿਹੜੇ ਆ ਹੱਲ ਕਰਾਏ, ਉਹਨਾਂ ਦੇ ਔਰਤਾਂ ਦੇ ਪਰਿਵਾਰਕ ਮਸਲੇ। ਔਰ ਅਸੀਂ ਡੋਮੈਸਟਿਕ ਵਾਇਲੈਂਸ ਜਿਹੜੀ ਔਰਤਾਂ ਨਾਲ ਹੁੰਦੀ ਉਹਦੇ 'ਚ ਮਦਦਗਾਰ ਸਾਬਤ ਹੋਏ ਕਿ ਉਹਨਾਂ ਨੂੰ ਕਿਸ ਤਰ੍ਹਾਂ ਉਸ ਤੋਂ ਕੱਢਣਾ ਆ। ਤੁਸੀਂ ਦੇਖ ਸਕਦੇ ਹੋ ਤੇ ਘਰ ਦਾ ਸ਼ਿੰਗਾਰ ਬਣੇ ਬਹੁਤ ਸਾਰੇ ਮਾਣ ਸਨਮਾਨ ਜਿਨ੍ਹਾਂ ਦੇ ਵਿੱਚ ਖੇਤਰੀ, ਰਾਸ਼ਟਰੀ, ਅੰਤਰਰਾਸ਼ਟਰੀ ਹਰ ਪੱਧਰ ਦੇ ਮਾਣ ਸਨਮਾਨ ਇਹਨਾਂ ਨੂੰ ਮਿਲੇ ਆ। ਤੇ ਅਸੀਂ ਅੱਜ ਇਸ ਸ਼ਖਸੀਅਤ ਨੂੰ ਇਸ ਸਿਰਜਣਾ ਦੇ ਆਰ-ਪਾਰ 'ਚ ਬੁਲਾ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਾਂ, ਮਾਣ ਮਹਿਸੂਸ ਕਰ ਰਹੇ ਹਾਂ। ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਦੇ ਦਿਲ ਦੀਆਂ ਗੱਲਾਂ ਸੁਣਾਂਗੇ ਤੇ ਆਪਣੇ ਦਿਲ ਦੀਆਂ ਗੱਲਾਂ ਕਰਾਂਗੇ। ਆਓ ਫਿਰ ਇਹਨਾਂ ਦੇ ਨਾਲ ਗਜ਼ਲਾਂ ਵੀ ਸੁਣਾਂਗੇ ਇਹਨਾਂ ਦੀਆਂ। ਹਾਂਜੀ, ਇਹਨਾਂ ਦੀਆਂ ਗੱਲਾਂ ਸੁਣਾਂਗੇ। ਮੈਡਮ ਇਹਨਾਂ ਨੇ ਕੁਲਜੀਤ ਕੌਰ ਜੀ, ਤੁਸੀਂ ਆਡੀਅנס ਨੂੰ ਪੁੱਛ ਲਓ ਕਿ ਅਗਰ ਉਹ ਗੱਲਬਾਤ ਕੁਐਸਚਨ ਕਰਨਾ ਚਾਹੁੰਦੇ ਉਹ ਵਿੱਚ ਕਰਨਗੇ ਜਿੱਦਾਂ ਕੋਚਰ ਮੈਡਮ ਕੰਫਰਟੇਬਲ ਹੋਣ। ਨਹੀਂ ਮੈਡਮ, ਅਸੀਂ ਇਹ ਸੋਚ ਰਹੇ ਹਾਂ ਕਿ ਅਸੀਂ ਕੋਚਰ ਮੈਡਮ ਨੂੰ ਹੀ ਸੁਣਨਾ ਅੱਜ ਤੇ ਉਸ ਤੋਂ ਬਾਅਦ ਫਿਰ ਅਸੀਂ ਜੋ ਜਿਵੇਂ ਵੀ ਹੋਏਗਾ ਮੈਂ ਕੋਚਰ ਮੈਡਮ ਨੂੰ ਸਕਰੀਨ ਤੇ ਥੋੜੀ ਲਿਆਉਣੀ ਆ ਕਿ ਉਹ ਆਪਣੀ ਗੱਲ ਕਰਨ। ਉਹਨਾਂ ਨੇ ਅਹਿਸਾਸਾਂ ਦੀ ਬੜੀ ਬਾਤ ਪਾਈ ਹੈ, ਅਹਿਸਾਸ ਦੀ ਖੁਸ਼ਬੂ, ਅਹਿਸਾਸ ਦਾ ਸਫ਼ਰ, ਅਹਿਸਾਸ ਦੀਆਂ ਰਿਸ਼ਮਾਂ, ਹਰਫਾਂ ਦੀ ਮਹਿਕ, ਗਜ਼ਲ ਅਸ਼ਰਫੀਆਂ, ਅਨੇਕਾਂ ਹੀ ਕਿਤਾਬਾਂ। ਮਤਲਬ ਮੈਂ ਪੁਸਤਕਾਂ ਦੇ ਨਾਮ ਅਸੀਂ ਮੈਡਮ ਦੇ ਮੂੰਹੋਂ ਹੀ ਸੁਣਾਂਗੇ ਕਿ ਉਹਨਾਂ ਨੇ ਕਿਹੜੀਆਂ ਪੁਸਤਕਾਂ ਲਿਖੀਆਂ ਨੇ ਤੇ ਸਾਨੂੰ ਮੈਂ ਬਹੁਤਾ ਸਮਾਂ ਯਾਦ ਸੀ। ਹੁਣ ਮੈਂ ਮੈਡਮ ਗੁਰਚਰਨ ਕੌਰ ਕੋਚਰ ਜੀ ਨੂੰ ਪਹਿਲਾ ਜਿਹੜਾ ਸਾਡਾ ਸਵਾਲ ਜਿੱਥੋਂ ਸਾਡਾ ਜੀਵਨ ਸ਼ੁਰੂ ਹੁੰਦਾ ਹੈ, ਸਾਡਾ ਪਰਿਵਾਰ, ਸਾਡੀ ਮਾਂ ਦਾ ਨਿੱਘੀ ਬੁੱਕਲ ਤੇ ਪਿਤਾ ਦਾ ਆਸ਼ੀਰਵਾਦ। ਮੈਡਮ ਇਹ ਕਿੱਦਾਂ ਤੁਹਾਡੇ ਨਾਲ ਤੁਰੀ? ਮਾਂ ਦਾ ਨਿੱਘੀ ਬੁੱਕਲ ਤੇ ਪਿਤਾ ਦੇ ਆਸ਼ੀਰਵਾਦ ਨੇ ਕਵਿਤਾ ਨਾਲ ਸਾਂਝ ਕਿੱਦਾਂ ਪਵਾਤੀ ਤੁਹਾਡੀ? ਹਾਂਜੀ, ਪਹਿਲਾਂ ਕੁਲਜੀਤ ਜੀ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਔਰ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਆਪ ਸਾਰਿਆਂ ਦੀ, ਸਪੈਸ਼ਲੀ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਆਪਣਾ ਸੋਹਲ ਜੀ ਦੀ ਤੇ ਉਹ ਸਰਬਜੀਤ ਕੌਰ ਸੋਹਲ ਜੀ ਦੀ, ਸਾਡੇ ਅੰਤਰਰਾਸ਼ਟਰੀ ਸਾਂਝਾ ਜਿਹੜੀ ਮੰਚ ਹੈ ਉਹਨਾਂ ਦੀ ਬਾਨੀ, ਉਹਨਾਂ ਦੀ ਪ੍ਰਬੰਧਕ ਸਾਡੇ ਮੈਡਮ ਰਮਿੰਦਰ ਰੰਮੀ ਜੀ ਦੀ, ਰਿੰਟੂ ਭਾਟੀਆ ਜੀ ਦੀ, ਆਪ ਪ੍ਰੋਫੈਸਰ ਕੁਲਜੀਤ ਜੀ, ਆਪ ਤੁਹਾਡੀ, ਔਰ ਜਿੰਨੇ ਵੀ ਬਲਜੀਤ ਕੌਰ ਮੈਮ, ਪਰਜਿੰਦਰ ਕੌਰ ਕਲੇਰ ਜੀ, ਜਿੰਨੇ ਵੀ ਮੈਂਬਰ ਜੁੜੇ ਨੇ ਸਾਰਿਆਂ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਬਹੁਤ ਹੀ ਸੋਹਣਾ ਪ੍ਰੋਗਰਾਮ ਜਿਹੜਾ ਇਹ ਤੁਸੀਂ ਸ਼ੁਰੂ ਕੀਤਾ। ਪੂਰੀ ਸਮੁੱਚੀ ਟੀਮ ਨੂੰ, ਚਾਹੇ ਡਾਕਟਰ ਸਰਬਜੀਤ ਕੌਰ ਸੋਹਲ ਜੀ ਦੀ ਟੀਮ ਹੈ, ਚਾਹੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਰਮਿੰਦਰ ਰੰਮੀ ਜੀ ਨਾਲ ਜੁੜੀ ਟੀਮ ਹੈ, ਸੱਚੀ ਰੀਅਲੀ ਯੂ ਆਰ ਗ੍ਰੇਟ। ਬਹੁਤ ਬਹੁਤ ਤੁਹਾਨੂੰ ਵਧਾਈ, ਧੰਨਵਾਦ ਵੀ ਕਰਦੀ ਹਾਂ ਕਿ ਤੁਸੀਂ ਮੈਨੂੰ ਇੰਨੇ ਸੋਹਣੇ ਖੂਬਸੂਰਤ ਪ੍ਰੋਗਰਾਮ ਵਿੱਚ ਸਿਰਜਣਾ ਦੇ ਆਰ ਪਾਰ 'ਚ ਸ਼ਾਮਲ ਕੀਤਾ। ਔਰ ਆਗਾਜ਼ ਰਿੰਟੂ ਭਾਟੀਆ ਜੀ ਨੇ ਇੰਨਾ ਵਧੀਆ ਕੀਤਾ ਕਿ ਮੈਂ ਤਾਂ ਭੁੱਲ ਹੀ ਗਈ ਮੈਂ ਕੀ ਬੋਲਣਾ। ਤੇ ਉਸ ਤੋਂ ਬਾਅਦ ਫਿਰ ਰਵਿੰਦਰ ਰੰਮੀ ਜੀ ਨੇ ਮੇਰੇ ਬਾਰੇ ਬਹੁਤ ਸੋਹਣਾ ਜਿਹੜਾ ਸ਼ਬਦ ਚਿੱਤਰ ਪੜ੍ਹਿਆ। ਫਿਰ ਕੁਲਜੀਤ ਮੈਡਮ ਤੁਸੀਂ ਬਹੁਤ ਸੋਹਣਾ ਆਗਾਜ਼ ਕੀਤਾ, ਮੇਰੇ ਅਵਾਰਡ ਦਿਖਾਏ, ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਤੇ ਤੁਸੀਂ ਮੈਨੂੰ ਪੁੱਛਿਆ ਹੈ ਕਿ ਮਾਂ ਔਰ ਬਾਪ, ਪਹਿਲਾਂ ਮੈਂ ਆਪਣੇ ਪਰਿਵਾਰਕ ਬਾਰੇ ਥੋੜਾ ਜਿਹਾ ਦੱਸ ਕੇ ਜ਼ਰੂਰ ਦੱਸਾਂਗੀ ਕਿ ਪਰਿਵਾਰ ਜਿਹੜਾ ਮੇਰਾ ਪਰਿਵਾਰਿਕ ਪਿਛੋਕੜ ਹੈ, ਮੇਰੇ ਮਾਤਾ ਪਿਤਾ ਉਹ ਪਾਕਿਸਤਾਨ ਦੇ ਖੂਬਸੂਰਤ ਸ਼ਹਿਰ ਲਾਹੌਰ 'ਚ ਰਹਿੰਦੇ ਸਨ। ਔਰ ਦੇਸ਼ ਦੀ ਵੰਡ ਤੋਂ ਪਹਿਲਾਂ ਮੇਰੇ ਦਾਦਾ ਜੀ ਮਹਿੰਗਾ ਪਿੰਡ ਦੇ ਸਰਪੰਚ ਸਨ। ਆਰਥਿਕ ਪੱਖੋਂ ਸਾਡਾ ਪਰਿਵਾਰ ਬਹੁਤ ਹੀ ਮਜ਼ਬੂਤ ਸੀ, ਪਰ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਦੋਂ ਨਸਲੀ ਦੰਗਿਆਂ ਵਿੱਚ ਮੇਰੇ ਦਾਦਾ ਦਾਦੀ ਜੀ ਦੋਨੋਂ ਹੀ ਉਹ ਨਸਲੀ ਦੰਗਿਆਂ ਦਾ ਜਿਹੜਾ ਹੈ ਸ਼ਿਕਾਰ ਹੋ ਗਏ। ਔਰ ਮੇਰੇ ਪਿਤਾ ਮਾਤਾ ਜੀ, ਮੇਰੀ ਇੱਕ ਇਕਲੌਤੀ ਭੈਣ ਜੋ 8 ਸਾਲ ਦੀ ਸੀ, ਉਹਨੂੰ ਨਾਲ ਲੈ ਕੇ ਉਹ ਲੁਧਿਆਣੇ ਇੱਕ ਕਾਫਲੇ ਦੇ ਨਾਲ ਖਾਲੀ ਹੱਥ ਲੁਧਿਆਣੇ ਪਹੁੰਚੇ। ਰਿਫਿਊਜੀ ਕੈਂਪ ਵਿੱਚ ਜਵਾਹਰ ਨਗਰ ਕੈਂਪ ਹੈ, ਉਹਦੇ 'ਚ ਰਿਫਿਊਜੀ ਕੈਂਪ ਲੱਗਿਆ ਸੀ ਕਹਿੰਦੇ, ਜੋ ਦੱਸਿਆ ਹੈ, ਉੱਥੇ ਪਹੁੰਚੇ। ਔਰ ਬਿਲਕੁਲ ਲੱਖਾਂ ਵਿੱਚ ਜਿਹੜਾ ਪਰਿਵਾਰ ਸੀ ਉਹ ਕੱਖਾਂ ਵਿੱਚ ਰੁਲ ਗਿਆ। ਤੇ ਮੇਰੇ ਪਿਤਾ ਜੀ, ਮੈਂ ਪੋਸਟ ਗ੍ਰੈਜੂਏਟ ਸਨ, ਗ੍ਰੈਜੂਏਸ਼ਨ ਉਹਨਾਂ ਨੇ ਕੀਤੀ, ਉਸ ਤੋਂ ਬਾਅਦ ਉਰਦੂ ਦੀ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ। ਪਰ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਰੋਜ਼ੀ ਰੋਟੀ ਦੇ ਲਈ ਕੋਈ ਅੱਛਾ ਨੌਕਰੀ ਨਹੀਂ ਮਿਲ ਰਹੀ ਸੀ। ਉਹਨਾਂ ਨੇ ਛੋਟੇ ਮੋਟੇ ਕੰਮ ਕੀਤੇ ਔਰ ਇੰਨੇ ਤੰਗ ਘਰ ਦੇ ਹਾਲਾਤ ਸਨ, ਉਹਨਾਂ ਹਾਲਾਤਾਂ ਵਿੱਚ ਮੇਰਾ ਜਨਮ ਹੋਇਆ। ਔਰ ਜਦੋਂ ਮੇਰਾ ਜਨਮ ਹੋਇਆ ਮੈਡਮ ਨੇ ਇੱਥੇ ਲੁਧਿਆਣੇ ਵਿੱਚ ਜਿਹੜਾ ਕਿ ਸਾਡਾ ਉਦਯੋਗਿਕ ਸ਼ਹਿਰ ਹੈ, ਬਹੁਤ ਖੂਬਸੂਰਤ ਸ਼ਹਿਰ ਹੈ, ਜਿਹਨੂੰ ਮਾਨਚੈਸਟਰ ਆਫ ਇੰਡੀਆ ਕਹਿੰਦੇ ਨੇ,
ਤੇ ਉਹਦੇ ਸ਼ਹਿਰ ਵਿੱਚ ਮੈਂ ਜੰਮੀ, ਇੱਥੇ ਹੀ ਪੜ੍ਹੀ, ਇੱਥੇ ਹੀ ਮੇਰਾ ਵਿਆਹ ਹੋਇਆ ਔਰ ਇੱਥੇ ਹੀ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਮੈਂ ਨੌਕਰੀ ਕੀਤੀ ਔਰ ਇਸ ਦਾ ਜਿਹੜਾ ਮੈਂ ਨੌਕਰੀ ਕਰਦੇ ਜਿਹੜਾ ਮੇਰਾ ਸਮਾਂ ਬੀਤਿਆ। ਤੇ ਹੋਰ ਮੈਂ ਦੱਸਣਾ, ਹਾਂ ਤੁਸੀਂ ਕੁਝ ਹੋਰ ਪੁੱਛਣਾ ਦੱਸੋ, ਤੇ ਮਾਂ-ਬਾਪ ਦੇ ਪਿਆਰ ਬਾਰੇ ਕਹਾਂ। ਹਾਂ, ਘਰੇਲੂ ਮਾਹੌਲ ਜਿਹੜਾ ਨਾ ਬੱਚੇ ਦੀ ਸ਼ਖਸੀਅਤ, ਘਰੇਲੂ ਮਾਹੌਲ ਉਹਨੇ ਕਿਵੇਂ ਤੁਸੀਂ ਜਦੋਂ ਇਹ ਮੇਰਾ ਜਨਮ ਹੋਇਆ, ਤੁਹਾਨੂੰ ਮੈਂ ਪਹਿਲਾਂ ਦੱਸ ਕਿ ਘਰ ਵਿੱਚ ਅੰਤਾਂ ਦੀ ਗਰੀਬੀ ਸੀ ਔਰ ਮੇਰੇ ਮਾਂ-ਬਾਪ ਸੰਘਰਸ਼ ਕਰ ਰਹੇ ਸਨ ਵਧੀਆ ਜ਼ਿੰਦਗੀ ਬੱਚਿਆਂ ਨੂੰ ਦੇਣ ਲਈ। ਮੇਰੇ ਪਿਤਾ ਜੀ, ਜਿਵੇਂ ਮੈਂ ਦੱਸਿਆ ਹੈ ਕਿ ਛੋਟੇ-ਮੋਟੇ ਕੰਮ ਕਰਦੇ ਰਹੇ, ਪੜ੍ਹਨ ਲਿਖਣ ਦੇ ਬਾਵਜੂਦ ਵੀ ਉਹਨਾਂ ਨੌਕਰੀ ਜਦੋਂ ਨਹੀਂ ਮਿਲੀ ਪਹਿਲਾਂ, ਤਾਂ ਉਹਨਾਂ ਨੇ ਗਰਮੀਆਂ ਦੇ ਮੌਸਮ ਦੇ ਵਿੱਚ ਟੌਫੀਆਂ ਵੇਚੀਆਂ, ਕੁਲਫੀਆਂ ਵੇਚੀਆਂ ਔਰ ਸਰਦੀਆਂ ਦੇ ਮੌਸਮ ਵਿੱਚ ਮੂੰਗਫਲੀ, ਰਿਓੜੀਆਂ, ਗੱਚਕ, ਇਲਾਚੀਦਾਰ ਗੱਟਾ ਵਗੈਰਾ ਉਹ ਵੇਚਦੇ ਨੇ। ਉਹਨਾਂ ਨੂੰ ਜਾ ਕੇ 5-6 ਸਾਲ ਬਾਅਦ ਇੱਕ ਆੜ੍ਹਤੀਏ ਕੋਲ ਨੌਕਰੀ ਮਿਲੀ, ਅਕਾਊਂਟੈਂਟ ਦੀ। ਨੌਕਰੀ ਤਾਂ ਬਹੁਤ ਵਧੀਆ ਸੀ ਪਰ ਤਨਖਾਹ ਫਿਰ ਵੀ ਬਹੁਤ ਘੱਟ ਦਿੰਦੇ ਸੀ। ਮੇਰੇ ਮਾਤਾ ਜੀ ਉਹਨਾਂ 'ਚ ਇੰਨਾ ਸਬਰ, ਸੰਤੋਖ ਸੀ, ਇੰਨੇ ਸੰਜਮ ਵਾਲੇ ਸੀ ਕਿ ਉਹਨਾਂ ਨੇ ਇੱਕ ਪੈਸਾ ਜੋੜ ਕੇ ਉਹਨਾਂ ਨੇ ਇੱਕ ਸਿਲਾਈ ਮਸ਼ੀਨ ਖਰੀਦੀ। ਜਦੋਂ ਸਿਲਾਈ ਮਸ਼ੀਨ ਖਰੀਦੀ ਤਾਂ ਉਹਨਾਂ ਨੇ ਲੋਕਾਂ ਦੇ ਕੱਪੜੇ ਸ਼ੁਰੂ ਕਰ ਦਿੱਤੇ। ਤਾਂ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਜਦੋਂ ਛੋਟੀ ਜਿਹੀ ਸਾਂ, ਤੀਸਰੀ ਜਮਾਤ ਵਿੱਚ ਪੜ੍ਹਦੀ, ਤੇ ਮੇਰੇ ਮਾਤਾ ਜੀ ਮੈਨੂੰ 5 ਵਜੇ ਉਠਾ ਦਿੰਦੇ ਸੀ ਸਵੇਰੇ ਸਵੇਰੇ। ਉਦੋਂ ਕੋਰੇ ਲੱਠੇ ਦੇ ਕੁੜਤੇ ਪਜਾਮੇ ਸੀਂਦੇ ਸੀ, ਤਾਂ ਉਹ ਸਿਉਂਤੇ ਹੋਏ ਕੱਪੜਿਆਂ ਦੀ ਪੰਡ ਮੈਂ ਸਿਰ ਤੇ ਚੁੱਕ ਕੇ ਲੈ ਕੇ ਜਾਂਦੀ। ਔਰ ਉਹ ਸਾਡੇ ਲੁਧਿਆਣੇ ਵਿੱਚ ਬੂਟਾ ਸ਼ਾਹ ਦੀ ਮੰਡੀ ਹੈ, ਉਹਦੇ ਵਿੱਚ ਇੱਕ ਦਰਜੀ ਹੁੰਦਾ ਸੀ, ਮੈਂ ਉਹਨਾਂ ਨੂੰ ਉਹ ਕੱਪੜੇ, ਸਿਉਂਤੇ ਹੋਏ ਕੱਪੜੇ ਦੇ ਕੇ ਆਣੇ ਔਰ ਕੱਟੇ ਹੋਏ ਅਣਸੀਤੇ ਕੱਪੜੇ ਆਪਣੇ ਸਿਰ ਤੇ ਕੱਪੜਿਆਂ ਦੀ ਪੰਡ ਰੱਖ ਕੇ ਮੈਂ ਵਾਪਸ ਆਉਂਦੀ। ਔਰ ਰੋਜ਼ 5 ਮੀਲ ਮੈਂ ਏਦਾਂ ਜਿਹੜਾ ਪੈਦਲ ਚਲਦੀ। ਔਰ ਸ਼ਾਮ ਨੂੰ ਮੇਰੀ ਭੈਣ ਜੋ ਸੀ ਉਹ ਰਸੋਈ ਦਾ ਕੰਮ ਕਰਦੀ, ਮਾਤਾ ਜੀ ਮਸ਼ੀਨ ਹੀ ਚਲਾਉਂਦੇ ਰਹਿੰਦੇ। ਔਰ ਸ਼ਾਮ ਨੂੰ ਵੀ ਮੈਂ ਆਪਣੇ ਭੈਣ ਦੇ ਨਾਲ ਰਸੋਈ ਦੇ ਕੰਮਾਂ 'ਚ ਹੱਥ ਵਟਾਉਂਦੀ। ਤੇ ਇਸ ਤਰ੍ਹਾਂ ਇਹ ਜਿਹੜਾ ਸਿਲਸਿਲਾ 5 ਸਾਲ ਲਗਾਤਾਰ ਚੱਲਦਾ ਰਿਹਾ, ਉਦੋਂ ਤੱਕ ਜਦੋਂ ਕਿ ਮੈਂ 8ਵੀਂ ਨਾਪਾਸ ਕਰ ਲਈ। ਤਾਂ ਇਸ ਤਰ੍ਹਾਂ ਜਿਹੜੀ ਸੀ ਪੜ੍ਹਾਈ ਦੀ ਜੇ ਗੱਲ ਕਰਾਂ ਤਾਂ ਜਦੋਂ ਮੈਂ ਪੜ੍ਹ ਰਹੀ ਸੀਗੀ ਤਾਂ ਮੇਰੇ ਪਿਤਾ ਜੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਮੈਡਮ ਕੁਲਜੀਤ ਜੀ ਪਤਾ ਨਹੀਂ ਕਿਉਂ ਕੁੜੀਆਂ ਦੇ ਪੜ੍ਹਾਉਣ ਦੇ ਹੱਕ ਵਿੱਚ ਨਹੀਂ ਸੀ। ਉਹ ਚਾਹੁੰਦੇ ਸੀਗੇ ਕਿ ਕੁੜੀਆਂ ਨੂੰ ਇੰਨਾ ਨਹੀਂ ਪੜ੍ਹਾਇਆ ਜਾਵੇ, ਇਹਨਾਂ ਨੇ ਪੜ੍ਹ ਲਿਖ ਕੇ ਕੀ ਲੈ ਜਾਣਾ, ਸਹੁਰਿਆਂ ਦੇ ਘਰ ਚਲੇ ਜਾਣਾ, ਉਹੀ ਜਿਹੜੀ ਪੁਰਾਣੀ ਸੋਚ। ਪੜ੍ਹੇ ਲਿਖੇ ਸਨ ਪਰ ਮੇਰੇ ਮਾਤਾ ਜੀ ਸਿਰਫ 5 ਜਮਾਤਾਂ ਪੜ੍ਹੇ ਸੀ। ਉਹ 5 ਜਮਾਤਾਂ ਪੜ੍ਹੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਲੜਕੀਆਂ ਨੂੰ ਪੜ੍ਹਾਉਣਾ ਮਤਲਬ ਆਪਣਾ ਫਰਜ਼ ਸਮਝਿਆ। ਉਹ ਚਾਹੁੰਦੇ ਸੀ ਕਿ ਅਸੀਂ ਦੋਨੋਂ ਭੈਣਾਂ ਜਿਹੜੀਆਂ ਨੇ ਆਪਣੇ ਪੈਰਾਂ ਤੇ ਖੜਿਆ ਹੋਈਏ। ਔਰ ਮੇਰੇ ਪਿਤਾ ਜੀ ਨੂੰ ਉਹ ਮਨਾ ਲਿਆ ਉਹਨਾਂ ਨੇ। ਮੇਰੀ ਭੈਣ ਵੀ 10ਵੀਂ ਕਰ ਗਈ, ਉਹਨਾਂ ਦੇ ਵਿਆਹ ਹੋ ਗਿਆ। ਤੇ ਮੈਂ ਜਿਹੜੇ ਸੀਗੀ ਜਦੋਂ 10ਵੀਂ ਮਤਲਬ ਉਹਨਾਂ ਦੇ ਕਹਿਣ ਤੇ ਕਰ ਲਈ। ਫਿਰ ਮੈਂ ਉਸ ਤੋਂ ਬਾਅਦ JBT ਦਾਖਲਾ ਲਿਆ ਜਗਰਾਉਂ ਵਿੱਚ। ਮੈਂ ਮੈਡਮ ਮੈਰਿਟ ਵਿੱਚ ਆਈ ਔਰ JBT ਵਿੱਚੋਂ ਮੈਨੂੰ ਪਹਿਲੇ ਸਾਲ ਵੀ 15 ਰੁਪਏ ਦੇ ਹਿਸਾਬ ਨਾਲ ਜਿਹੜਾ ਵਜ਼ੀਫਾ ਮਿਲਿਆ ਔਰ 2 ਸਾਲਾਂ ਬਾਅਦ ਇਕੱਠਾ 360 ਰੁਪਏ ਵਜ਼ੀਫਾ ਮਿਲਿਆ। ਮੈਂ ਆਪਣੇ ਮਾਤਾ ਜੀ ਨੂੰ, ਪਿਤਾ ਜੀ ਨੂੰ ਕਿਹਾ ਕਿ ਅਗਰ ਮੈਨੂੰ ਇਹ ਵਜ਼ੀਫਾ ਜਿਹੜਾ ਮਿਲਿਆ ਹੈ ਮੈਨੂੰ ਉਚੇਰੀ ਸਿੱਖਿਆ ਦਵਾਈ ਜਾਵੇ। ਪਰ ਫਿਰ ਉਹਨਾਂ ਨੇ ਮੇਰੀ ਗੱਲ, ਪਿਤਾ ਜੀ ਨੇ ਫਿਰ ਮੰਨ ਲਈ, ਮਾਹੌਲ ਫਿਰ ਵਧੀਆ ਹੋ ਗਿਆ ਔਰ ਫਿਰ ਪਿਤਾ ਜੀ ਨੇ ਮੈਨੂੰ ਗਵਰਨਮੈਂਟ ਕਾਲਜ ਲੁਧਿਆਣੇ ਦਾਖਲ ਕਰਾ ਦਿੱਤਾ। ਤੇ ਮੈਂ ਜਿਹੜੀ ਗ੍ਰੈਜੂਏਸ਼ਨ ਸੈਕੰਡ ਪਾਰਟ ਕਰ ਰਹੀ ਸੀ ਤਾਂ ਮੇਰੀ ਮੈਰਿਜ ਹੋ ਗਈ। ਹੁਣ ਮੈਰਿਜ ਤੋਂ ਬਾਅਦ ਹਾਂ, ਅਸੀਂ ਮੈਨੂੰ ਪੜ੍ਹਾਇਆ ਉਸ ਤੋਂ ਬਾਅਦ ਦਾ ਵੀ ਤੁਹਾਡੇ ਕੋਲੋਂ ਪੁੱਛਾਂਗੇ ਕਿ ਤੁਸੀਂ ਸਹੁਰੇ ਪਰਿਵਾਰ 'ਚ ਆ ਕੇ ਕਿਹੋ ਜਿਹਾ ਸਹਿਯੋਗ ਮਿਲਿਆ। ਤੁਹਾਡਾ ਇੱਕ ਸ਼ੇਅਰ ਬੜਾ ਖੂਬਸੂਰਤ ਹੈ। ਬੜੀ ਹੀ ਧੁੱਪ ਸਹਾਰੀ ਹੈ ਅਸਾਂ ਪਿੱਪਲ ਦੀ ਛਾਂ ਬਦਲੇ, ਕਈ ਇਨਕਾਰ ਝੋਲੀ ਪਾ ਲਏ ਇੱਕ ਤੇਰੀ ਹਾਂ ਬਦਲੇ, ਨਦੀ ਬਣ ਕੇ ਘਟਾ ਬਣ ਕੇ ਉਹ ਬਣ ਕੇ ਬਰਫ਼ ਵੀ ਆਉਂਦਾ ਹੈ, ਹਾਏ ਥਲ ਤੇਰੀ ਖਾਤਰ ਤਾਂ ਪਾਣੀ ਨੇ ਕਈ ਨਾ ਬਦਲੇ। ਗਜ਼ਲ ਦੇ ਖੇਤਰ 'ਚ ਮੈਡਮ ਤੁਹਾਡਾ ਬੜਾ ਹੀ ਮਹੱਤਵਪੂਰਨ ਯੋਗਦਾਨ ਮੈਂ ਦੇਖਦੀ ਹਾਂ ਕਿ ਪੰਜਾਬੀ ਸ਼ਾਇਰਾਂ ਜਿਹੜੀਆਂ ਸਾਡੀਆਂ ਨੇ ਉਹ ਗਜ਼ਲ ਬਹੁਤ ਘੱਟ ਲਿਖਦੀਆਂ ਸੀ ਸ਼ੁਰੂ 'ਚ, ਹੁਣ ਤਾਂ ਕਾਫੀ ਕਲਮਾਂ ਲਿਖ ਰਹੀਆਂ ਨੇ ਗਜ਼ਲ। ਤਾਂ ਤੁਸੀਂ ਗਜ਼ਲ ਦਾ ਖੇਤਰ ਚੁਣਿਆ ਤੇ ਗਜ਼ਲ ਦੇ ਖੇਤਰ ਤੋਂ ਪਹਿਲਾਂ ਅਸੀਂ ਗੱਲ ਕਰੀਏ ਤੁਹਾਡੇ, ਮੈਂ ਪਰਿਵਾਰ ਸਹੁਰੇ ਪਰਿਵਾਰ ਦਾ ਜ਼ਰੂਰ ਗੱਲ ਕਰੂੰ ਕਿਉਂਕਿ ਜਦੋਂ ਇੱਕ ਧੀ ਨੂੰਹ ਬਣ ਕੇ ਆਉਂਦੀ ਹੈ ਤੇ ਉਹਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਤੇ ਜ਼ਿੰਮੇਵਾਰੀਆਂ ਦੇ ਨਾਲ ਨਾਲ ਉਹਨੂੰ ਜਿਹੜੇ ਆਪਣੇ ਉਹਦੇ ਸ਼ੌਂਕ ਆ ਉਹਨਾਂ ਨੂੰ ਕਿਤੇ ਨਾ ਕਿਤੇ ਕਈ ਵਾਰੀ ਉਹੋ ਜਿਹੀ ਸਮਾਂ ਨਹੀਂ ਮਿਲਦਾ ਸ਼ੌਂਕਾਂ ਨੂੰ ਪੂਰੇ ਕਰਨ ਦਾ। ਕੀ ਤੁਹਾਨੂੰ ਪਰਿਵਾਰ ਦੇ ਵਿੱਚ ਸਹਿਯੋਗ ਮਿਲਿਆ ਪਤੀ ਵੱਲੋਂ, ਹਮਸਫਰ ਵੱਲੋਂ, ਆਪਣੇ ਸਾਰੇ ਚੁਗਿਰਦੇ ਚੋਂ ਕਿ ਤੁਸੀਂ ਆਪਣੀ? ਹਾਂਜੀ ਕੁਲਜੀਤ ਜੀ ਬਹੁਤ ਵਧੀਆ ਸਵਾਲ ਪੁੱਛਿਆ ਕਿ ਜਦੋਂ ਤੁਸੀਂ ਸਹੁਰੇ ਘਰ ਜਾਂਦੇ ਹੋ, ਜੇ ਤੁਹਾਨੂੰ ਸਹੁਰੇ ਪਰਿਵਾਰ ਦਾ ਸਹਿਯੋਗ ਨਹੀਂ ਮਿਲਦਾ ਤਾਂ ਤੁਸੀਂ ਇੱਕ ਕਦਮ ਵੀ ਅੱਗੇ ਨਹੀਂ ਧਰ ਸਕਦੇ। ਤੁਸੀਂ ਜਿੱਥੇ ਉੱਥੇ ਹੀ ਧਰੇ ਰਹਿ ਜਾਂਦੇ ਹੋ। ਤੁਹਾਡੀਆਂ ਖਾਹਿਸ਼ਾਂ, ਤੁਹਾਡੀਆਂ ਮੰਗਾਂ, ਤੁਹਾਡੇ ਚਾਅ ਸਭ ਖਤਮ ਹੋ ਜਾਂਦੇ ਨੇ। ਪਰ ਜਦੋਂ ਤੁਹਾਡਾ ਸਹੁਰਾ ਪਰਿਵਾਰ ਤੇ ਖਾਸ ਤੌਰ ਤੇ ਤੁਹਾਡੇ
ਹਸਬੈਂਡ, ਤੁਹਾਡਾ ਪਤੀ ਜਿਹੜਾ ਹਮਸਫਰ ਹੈ, ਅਗਰ ਤੁਹਾਡਾ ਉਹ ਸਾਥ ਦਿੰਦਾ ਹੈ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਹੋ। ਸੋ ਮੇਰੀ ਵੀ ਕਹਾਣੀ ਇਸੇ ਤਰ੍ਹਾਂ ਦੀ ਹੈ ਕਿ ਜਦੋਂ ਮੈਂ ਗਵਰਨਮੈਂਟ ਕਾਲਜ ਵਿੱਚ ਪੜ੍ਹ ਰਹੀ ਸੀ ਸੈਕੰਡ ਪਾਰਟ ਵਿੱਚ, ਤੇ ਤਮੰਨਾ ਸੀ ਕਿ ਮੈਂ ਅੱਗੋਂ ਪੜ੍ਹਨਾ ਹੈ, ਪਰ ਘਰ ਦੇ ਚਾਹੁੰਦੇ ਸੀ ਕਿਉਂਕਿ JBT ਕੀਤੀ ਹੋਈ ਹੈ ਵੀ ਇਹਦਾ ਲੜਕਾ ਅੱਛਾ ਮਿਲ ਜਾਏ, ਵਿਆਹ ਕਰ ਦਿੱਤਾ ਜਾਵੇ। ਸੋ ਜਦੋਂ ਵਿਆਹ ਕਰਨ ਤੋਂ ਪਹਿਲਾਂ ਹੀ ਮੈਂ ਮੈਡਮ ਨੇ ਸ਼ਰਤ ਰੱਖੀ ਸੀ ਕਿ ਜਿਹੜਾ ਮੈਨੂੰ ਅੱਗੋਂ ਪੜ੍ਹਾਉਣ ਦੇ ਲਈ ਆਗਿਆ ਦੇਗਾ ਵੀ ਮੈਂ ਵਿਆਹ ਉੱਥੇ ਹੀ ਕਰਨਾ। ਮੇਰੀ ਖੁਸ਼ਕਿਸਮਤੀ ਕਹੋ ਕਿ ਮੇਰਾ ਸਹੁਰਾ ਪਰਿਵਾਰ, ਮੇਰੇ ਫਾਦਰ ਇਨ ਲਾ ਉਦੋਂ ਤਰਨ ਤਹਿਸੀਲਦਾਰ ਸਨ ਔਰ ਬਹੁਤ ਵੱਡੀ ਪੋਸਟ ਤੇ ਸਨ। ਤੇ ਉਹਨਾਂ ਨੂੰ ਜਦੋਂ ਸੁਨੇਹਾ ਭੇਜਿਆ ਕਿ ਵੀ ਲੜਕੀ ਪੜ੍ਹਨਾ ਚਾਹੁੰਦੀ ਹੈ ਤੇ ਉਹਨਾਂ ਨੇ ਇੱਕਦਮ ਹਾਂ ਕਰ ਦਿੱਤੀ। ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਤੇ ਇਸ ਤਰ੍ਹਾਂ ਮੇਰੀ ਮੈਰਿਜ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਨੇ, ਮੇਰੇ ਹਸਬੈਂਡ ਨੇ ਬਹੁਤ ਸਹਿਯੋਗ ਦਿੱਤਾ। ਇਸ ਕਰਕੇ ਤਾਂ ਮੈਡਮ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ, ਫਿਰ ਮੈਂ 3 MA ਕੀਤੀਆਂ, MA ਇੰਗਲਿਸ਼, MA ਹਿਸਟਰੀ, MA ਪੋਲੀਟੀਕਲ ਸਾਇੰਸ, ਫਿਰ ਮੈਂ LLB ਕੀਤੀ, BLB ਕੀਤੀ। ਸੋ ਇਹ ਸਹਿਯੋਗ ਹੀ ਸੀ ਜਿਹੜਾ ਕਿ ਮੈਨੂੰ ਸਹੁਰੇ ਪਰਿਵਾਰ ਵੱਲੋਂ ਮਿਲਿਆ ਤੇ ਅੱਜ ਵੀ ਸਹਿਯੋਗ ਮਿਲ ਰਿਹਾ ਹੈ ਮੈਨੂੰ ਸਾਹਿਤ ਦੇ ਖੇਤਰ ਵਿੱਚ। ਜਦੋਂ ਮੈਂ ਅੱਗੇ ਜਾ ਰਹੀ ਹਾਂ, ਮੈਂ ਪ੍ਰੋਗਰਾਮਾਂ 'ਚ ਜਾਂਦੀ ਹਾਂ ਤਾਂ ਸਹਿਯੋਗ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਸੋ ਮੈਂ ਹਰ ਇੱਕ ਸਹੁਰੇ ਪਰਿਵਾਰ ਨੂੰ ਜੋ ਵੀ ਸੁਣ ਰਹੇ ਨੇ, ਉਹਨਾਂ ਨੇ ਵੀ ਕੋਈ ਕਿਸੇ ਦੀ ਸੱਸ ਸਹੁਰਾ ਹੋਣਗੇ ਬਣਨਗੇ ਵੀ, ਇਸ ਲਈ ਆਪਣੀਆਂ ਨੂੰਹਾਂ ਨੂੰ ਬਿਲਕੁਲ ਧੀਆਂ ਵਾਂਗੂ ਸਮਝ ਕੇ ਮੈਂ ਸੋਚਦੀ ਹਾਂ ਕਿ ਉਹਨਾਂ ਨੂੰ ਪੂਰੇ ਮੌਕੇ ਦੇਣੇ ਚਾਹੀਦੇ ਨੇ ਅੱਗੇ ਵਧਣ ਦੇ। ਜੋ ਉਹ ਖਾਹਿਸ਼ ਰੱਖਦੀਆਂ ਨੇ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਖਾਹਿਸ਼ ਪੂਰੀ ਕਰਨੀ ਚਾਹੀਦੀ ਹੈ, ਕਿਉਂਕਿ ਇਹ ਵੀ ਇੱਕ ਬੜਾ ਵੱਡਾ ਪਰਉਪਕਾਰ ਹੈ, ਇੱਕ ਉਪਕਾਰ ਹੈ ਜੋ ਹਰ ਇੱਕ ਨੂੰ ਕਰਨਾ ਚਾਹੀਦਾ ਹੈ। ਹਰ ਇੱਕ ਨੂੰ ਚਾਹੀਦਾ ਕਿ ਉਹ ਨੂੰਹ ਨੂੰ ਧੀ ਵਾਂਗੂ ਸਮਝੇ। ਇਸ ਤਰ੍ਹਾਂ ਮੈਨੂੰ ਮੇਰੇ ਸੱਸ ਸਹੁਰਾ ਨੇ ਬਿਲਕੁਲ ਧੀ ਬਣਾ ਕੇ ਹੀ ਉਹਨੇ ਪੂਰਾ ਮੈਨੂੰ ਸਹਿਯੋਗ ਦਿੱਤਾ। ਉਹਨਾਂ ਨੇ ਤਾਂ ਤੁਹਾਨੂੰ ਇੱਕ ਬਹੁਤ ਸੁਰੱਖਿਅਤ ਚੌਗਿਰਦਾ ਦਿੱਤਾ, ਪਰ ਨਾਲ ਦੀ ਨਾਲ ਅਸੀਂ ਸਾਰੇ ਤੁਹਾਨੂੰ ਇਸ ਤੁਹਾਡੀ ਭਾਵਨਾ ਨੂੰ ਨਮਨ ਕਰਦੇ ਹਾਂ ਵੀ ਤੁਸੀਂ ਇੱਕ ਐਜੂਕੇਸ਼ਨ ਦੇ ਖੇਤਰ 'ਚ ਇੰਨੀਆਂ ਮੱਲਾਂ ਮਾਰੀਆਂ ਮੈਡਮ। ਤੁਸੀਂ ਸਹੁਰੇ ਪਰਿਵਾਰ ਦੇ ਵਿੱਚ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਪੁਸਤਕਾਂ ਦਾ ਸਾਥ ਨਹੀਂ ਛੱਡਿਆ, ਤੇ ਤੁਸੀਂ ਉਹ ਸਾਰੇ ਦੇ ਦਰਮਿਆਨ ਤੁਸੀਂ ਜੋ ਪੜ੍ਹਾਈ ਲਿਖਾਈ ਕੀਤੀ, ਅਸੀਂ ਸਾਰੇ ਉਸਦੇ ਕਦਰਦਾਨ ਆ ਕਿ ਤੁਸੀਂ ਇੱਥੋਂ ਤੱਕ ਇਸ ਮੁਕਾਮ ਤੱਕ ਪਹੁੰਚੇ ਹੋ। ਤੇ ਜਦੋਂ ਤੁਸੀਂ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਤਾਂ ਮੈਨੂੰ ਲੱਗਦਾ ਕਿ ਗਜ਼ਲ ਲਿਖਣਾ ਕੋਈ ਸੌਖਾ ਕੰਮ ਨਹੀਂ ਹੈਗਾ। ਗਜ਼ਲ ਦੇ ਲਈ ਤੁਹਾਨੂੰ ਪੂਰੀ ਪੁਖਤਗੀ ਚਾਹੀਦੀ ਆ, ਸ਼ਬਦਾਂ ਦਾ ਤੁਹਾਡਾ ਜਿਹੜਾ ਤਵਾਜ਼ਨ ਹੈ, ਤੋਲ ਤੁਕਾਂਤ ਹੈ ਨਾ। ਮੈਨੂੰ ਲੱਗਦਾ ਕਿ ਤੁਸੀਂ ਬੇਸਿਕਲੀ ਆਪਣੀ ਜ਼ਿੰਦਗੀ 'ਚ ਵੀ ਬੜੇ ਅਨੁਸ਼ਾਸਨ ਤੇ ਜ਼ਾਬਤਾ ਪਸੰਦ ਹੋਵੋਗੇ, ਕਿਉਂਕਿ ਗਜ਼ਲ ਲਿਖਣ ਲਈ ਵੀ ਜ਼ਾਬਤਾ ਚਾਹੀਦਾ ਨਾ, ਤੇ ਉਹ ਜ਼ਾਬਤਾ ਤੁਹਾਡੀ ਜ਼ਿੰਦਗੀ 'ਚ ਵੀ ਹੋਏਗਾ ਜ਼ਰੂਰ। ਇਹਦੇ ਬਾਰੇ ਕੀ ਕਹਿਣਾ ਚਾਹੋਗੇ ਗਜ਼ਲ ਲਿਖਣ ਬਾਰੇ? ਮੈਂ ਉਹ ਕਹਿਣਾ ਚਾਹੁੰਦੀ ਹਾਂ ਕਿ ਵੀ ਮੇਰੇ ਫਾਦਰ ਜਿਹੜੇ ਸੀ ਉਹ ਵੀ ਇੱਕ ਸ਼ਾਇਰ ਸਨ। ਉਹਨਾਂ ਨੇ ਛੰਦਬੱਧ ਕਵਿਤਾਵਾਂ ਲਿਖੀਆਂ ਸਨ ਤੇ ਉਹ ਘਰ ਦਾ ਮਾਹੌਲ ਏਦਾਂ ਦਾ ਸੀਗਾ ਨਾ, ਦੇਖੋ ਗਰੀਬੀ ਬਹੁਤ ਸੀਗੀ ਪਰ ਸਾਡਾ ਸ਼ਾਇਰਾਨਾ ਮਾਹੌਲ ਸੀ। ਤੇ ਉਹ ਮੇਰੇ ਪਿਤਾ ਜੀ ਨੇ ਆਪਣਾ ਹਾਸੇ ਕਵਿਤਾਵਾਂ ਸੁਣਾਉਣੀਆਂ, ਜਾਨੀ ਮੇਰੇ ਬਚਪਨ ਨੂੰ ਇੰਨੀ ਗਰੀਬੀ ਦੇ ਹਾਲਾਤਾਂ ਵਿੱਚ ਉਹਨਾਂ ਨੇ ਕਵਿਤਾਵਾਂ ਰੂਪੀ ਖਿਡੌਣਿਆਂ ਨਾਲ ਮੈਨੂੰ ਵਰਤਾਇਆ। ਜਦੋਂ ਮੈਂ ਰੁੱਸਦੀ ਸੀ ਮਨਾਉਂਦੇ ਸਨ, ਜਦੋਂ ਮੈਂ ਰੋਂਦੀ ਸੀ ਤਾਂ ਰੋਂਦੀ ਨੂੰ ਕਵਿਤਾਵਾਂ ਰਾਹੀਂ ਹਸਾਉਂਦੇ ਸਨ। ਸੋ ਉਹ ਸਾਡੇ ਅਵਚੇਤਨ ਮਨ ਰਹੀ, ਅੰਦਰ ਅੰਦਰ ਸ਼ਾਇਰੀ ਰਹੀ ਮੇਰੇ। ਤੇ ਜਦੋਂ ਮੇਰਾ ਵਿਆਹ ਹੋਇਆ ਤੇ ਮੇਰੇ ਬਾਬਲ ਦੀ ਸ਼ਾਇਰੀ ਅਵਚੇਤਨ ਮਨ ਰਹੀ, ਇੱਕ ਦਾਜ ਦੇ ਰੂਪ ਵਿੱਚ ਹੋਰ ਸ਼ਾਦਾਂ ਦੇ ਨਾਲ ਮੇਰੇ ਸਹੁਰੇ ਘਰ ਪਹੁੰਚ ਗਈ। ਪਰ ਮੈਂ ਕਿਉਂਕਿ ਪੜ੍ਹ ਰਹੀ ਸਾਂ, ਜ਼ਿਆਦਾ ਧਿਆਨ ਹੀ ਨਹੀਂ ਦਿੱਤਾ। ਤਾਂ ਉਸ ਤੋਂ ਬਾਅਦ ਮੈਂ ਜਦੋਂ ਨੌਕਰੀ ਕਰ ਰਹੀ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਤੇ ਉੱਥੇ ਮੇਰੀ ਖੁਸ਼ਕਿਸਮਤੀ ਕਹਿ ਲਓ ਕਿ ਫਿਰ ਮੇਰੀ ਡਿਊਟੀ ਲੱਗ ਗਈ ਬੱਚਿਆਂ ਨੂੰ ਵੱਖ-ਵੱਖ ਮੁਕਾਬਲਿਆਂ ਲਈ ਤਿਆਰੀ ਕਰਾਉਣ। ਜਦੋਂ ਮੈਂ ਉਹਨਾਂ ਨੂੰ ਵੱਖ-ਵੱਖ ਮੁਕਾਬਲਿਆਂ ਲਈ ਤਿਆਰੀ ਕਰਾਈ ਤਾਂ ਪਹਿਲੀ ਵਾਰੀ ਜਿਹੜੀ ਸੀ ਭਾਸ਼ਣ ਪ੍ਰਤੀਯੋਗਤਾ ਸੀ। ਤਾਂ ਉਦੋਂ ਵੀ ਜਿਹੜਾ ਸੀ ਇੰਡੀਪੈਂਡੈਂਸ ਡੇ ਨੇੜੇ ਆ ਰਿਹਾ ਸੀ, ਤਾਂ ਉਹਨਾਂ ਨੂੰ ਟੌਪਿਕ ਸੀਗਾ ਜਿਹੜੇ ਦੇਸ਼ ਦੀ ਵੰਡ ਦੇ ਦੁੱਖੜੇ ਤੇ ਆਜ਼ਾਦੀ। ਤੇ ਉਦੋਂ ਮੈਂ ਇੱਕ ਲੜਕੀ ਹੈ ਅੱਜ ਵੀ ਸ਼ਾਲਨੀ ਮਲਹੋਤਰਾ, ਬੜੀ ਉੱਚੇ ਅਹੁਦੇ ਤੇ ਪਹੁੰਚੀ ਹੋਈ ਹੈ, ਉਹ ਲੜਕੀ ਬੜੀ ਅੱਛੀ ਬੁਲਾਰਾ ਸੀ। ਜਦੋਂ ਉਹਨੂੰ ਮੈਂ ਤਿਆਰੀ ਕਰਾ ਰਹੀ ਸੀ ਤਾਂ ਸੱਚ ਜਾਣਿਆ ਹੋ ਕਿ ਮੇਰੇ ਬਾਬਲ ਦੀ ਸ਼ਾਇਰੀ ਜਿਹੜੀ ਹੈ ਮੇਰੇ ਅੰਗ ਸੰਗ ਹੱਥ ਹੋ ਗਈ ਤੇ ਕਾਗਜ਼ ਦੇ ਉੱਤੇ ਕਿਵੇਂ ਕੁਝ ਝਰੀਟਿਆ ਗਿਆ ਮੈਨੂੰ ਕੁਝ ਪਤਾ ਹੀ ਨਹੀਂ ਲੱਗਿਆ। ਔਰ ਕਵਿਤਾ ਲਿਖੀ ਗਈ ਇੱਕ ਆਜ਼ਾਦੀ ਦੀ, ਉਹਦੇ ਵਿੱਚੋਂ ਕੁਝ ਸ਼ੇਅਰ ਜਿਹੜੇ ਸੀ ਮੈਂ ਉਸ ਲੜਕੀ ਨੂੰ ਉਸ ਜਿਹੜੇ ਆਰਟੀਕਲ ਜੋ ਉਸਨੇ ਬੋਲਣਾ ਸੀ ਟੌਪਿਕ ਉਹਦੇ ਵਿੱਚ ਐਡ ਕਰਵਾਏ। ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁਕਾਬਲਾ ਸੀ, ਬੱਚੀ ਨੇ ਫਸਟ ਜਿਹੜੇ ਪੋਜੀਸ਼ਨ ਹਾਸਲ ਕੀਤੀ, ਉਹਦੇ ਨਾਲ ਮੇਰਾ ਹੌਸਲਾ ਵਧਿਆ। ਔਰ ਆਦਤ ਮੇਰੀ ਬਣੀ ਹੋਈ ਸੀ ਕਿ ਛੰਦਬੱਧ ਕਵਿਤਾਵਾਂ ਲਿਖਣ ਦੀ। ਇਸ ਕਰਕੇ ਜਦੋਂ ਮੈਂ ਉਸ ਤੋਂ ਬਾਅਦ ਬੱਚਾ ਜਦੋਂ ਜਿੱਤ ਕੇ ਆਇਆ ਤਾਂ ਮੇਰਾ ਹੌਸਲਾ ਵਧ ਗਿਆ, ਮੈਂ ਲਿਖਣਾ ਸ਼ੁਰੂ ਕਰਤਾ ਗੀਤ ਕਵਿਤਾਵਾਂ। ਪਰ ਗਜ਼ਲ ਜਿਹੜੀ ਸੀਗੀ ਉਹ ਮੇਰੀ ਰੂਹ ਦੀ ਖੁਰਾਕ ਸੀ, ਮੈਂ ਲਿਖਦੀ ਪਰ ਮੈਨੂੰ ਉਹਦੇ ਬਹੁਤੇ ਬਰੀਕੀਆਂ ਦਾ ਪਤਾ ਨਹੀਂ ਸੀ। ਫਿਰ ਮੈਂ ਉੱਥੇ ਪੰਜਾਬੀ ਸਾਹਿਤ ਅਕੈਡਮੀ 'ਚ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਬਹੁਤ ਸਾਰੀਆਂ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਹੋਣੀਆਂ। ਉਹਨਾਂ ਨੇ ਜਦੋਂ ਸੁਣਨੀਆਂ ਸਾਡੀਆਂ ਕਵਿਤਾਵਾਂ, ਗਜ਼ਲਾਂ ਜਾਂ ਕਵਿਤਾਵਾਂ, ਤਾਂ ਉਹਦੇ ਵਿੱਚ ਉਹਨਾਂ ਨੇ ਸਿਹਤਮੰਦ ਜਿਹੜੇ ਸੁਝਾਅ ਦਿੱਤੇ ਜਾਂਦੇ ਸੀਗੇ। ਉਹਨਾਂ ਸੁਝਾਅ ਅਜੈਬ ਚਿੱਤਰਕਾਰ ਜੀ ਸੀਗੇ, ਦਰਸ਼ਨ ਸਿੰਘ ਦਰਸ਼ਨ ਜੀ ਸੀ,
ਉਹਨਾਂ ਨੇ ਜਦੋਂ ਸੁਝਾਅ ਦੇਣੇ ਮੈਨੂੰ ਬੜੇ ਅੱਛੇ ਲੱਗਣੇ। ਗਜ਼ਲ ਮੰਚ 'ਚ ਜਦੋਂ ਮੈਂ ਜਾਣਾ ਸ਼ੁਰੂ ਕੀਤਾ, ਅਜਾਇਬ ਚਿੱਤਰਕਾਰ ਜੀ ਦੀ ਪ੍ਰਧਾਨਗੀ ਹੁੰਦੀ, ਉੱਥੇ ਸਾਰੇ ਹੀ ਗਜ਼ਲਾਂ ਸੁਣਾਉਂਦੇ ਸੀ। ਔਰ ਫਿਰ ਮੈਨੂੰ ਲੱਗਿਆ ਕਿ ਗਜ਼ਲ ਤਾਂ ਸੱਚਮੁੱਚ ਇੱਕ ਬਹੁਤ ਹੀ ਇਹੋ ਜਿਹੀ ਸਿਨਫ ਹੈ, ਇੱਕ ਸੁਰੀਲੀ ਸਿਨਫ ਹੈ ਕਿ ਦੁਨੀਆ ਦਾ ਕੋਈ ਵੀ ਕਾਵਿ ਰੂਪ ਇਹੋ ਜਿਹਾ ਨਹੀਂ ਹੈ। ਕਾਰਨ ਇਹ ਹੈ ਕਿ ਇਹ ਜਿਹੜੀ ਗਜ਼ਲ ਹੁੰਦੀ ਹੈ ਇੱਕ ਟਾਈਮ ਤੇ ਖੰਡਿਤ ਹੈ, ਇੱਕ ਟਾਈਮ ਤੇ ਖੰਡਿਤ ਨਹੀਂ ਹੈ। ਖੰਡਿਤ ਦਾ ਮਤਲਬ ਜਿਹੜਾ ਇਹ ਹੈ ਕਿ ਇਸਦਾ ਕੋਈ ਸ਼ੇਅਰ ਅਲੱਗ, ਜਿਵੇਂ ਤੁਸੀਂ 2 ਸ਼ੇਅਰ ਮੇਰੇ ਬੋਲ ਦਿੱਤੇ, ਇਹ 2 ਸ਼ੇਅਰ ਤੁਸੀਂ ਅਲੱਗ ਬੋਲ ਸਕਦੇ ਹੋ। ਕਿਤੇ ਤੁਹਾਡਾ ਕੋਈ ਆਪਣਾ ਤੁਸੀਂ ਦੇ ਰਹੇ ਹੋ, ਕੋਈ ਲੈਕਚਰ ਦੇ ਰਹੇ ਹੋ, ਅੱਜ ਕੱਲ ਦੇਖੋ ਪਹਿਲਾਂ ਲੈਕਚਰ ਦੇਣ ਤੋਂ ਪਹਿਲਾਂ 2 ਸ਼ੇਅਰ ਬੋਲਦੇ ਨੇ, 1-2 ਬੋਲਦੇ ਆ, ਵਿੱਚ ਬੋਲਦੇ, ਕੋਈ ਕੰਪੇਅਰਿੰਗ ਕਰ ਰਿਹਾ, ਕੋਈ ਐਂਕਰਿੰਗ ਕਰ ਰਿਹਾ, ਤਾਂ ਵੀ ਸ਼ੇਅਰ ਬੋਲਦਾ ਹੈ। ਉਹ ਸ਼ੇਅਰ ਜਿਹੜੇ ਨੇ, ਜੇਕਰ ਤੁਸੀਂ ਇੱਕ ਵਿਸ਼ੇ ਤੇ ਲਿਖਣੀ ਹੈ ਤਾਂ ਮੁਸਲਸਲ ਗਜ਼ਲ ਹੈ। ਜੇਕਰ ਤੁਸੀਂ ਅਲੱਗ-ਅਲੱਗ ਵਿਸ਼ੇ ਲੈ ਕੇ ਇੱਕ ਗਜ਼ਲ 'ਚ ਅਲੱਗ-ਅਲੱਗ ਵਿਸ਼ੇ ਲਏ ਜਾ ਸਕਦੇ ਨੇ। ਸਭ ਤੋਂ ਖੂਬੀ ਮੈਨੂੰ ਇਹ ਚੰਗੀ ਲੱਗੀ ਕਿ ਇੱਕ ਗਜ਼ਲ ਦੇ ਵਿੱਚ ਤੁਸੀਂ ਪਿਆਰ ਮੁਹੱਬਤ ਦੀ ਵੀ ਗੱਲ ਸਕਦੇ ਹੋ, ਤੁਸੀਂ ਭਰੂਣ ਹੱਤਿਆ ਦੀ ਵੀ ਗੱਲ ਕਰ ਸਕਦੇ ਹੋ, ਤੁਸੀਂ ਦਾਜ ਦਹੇਜ ਦੀ ਵੀ ਗੱਲ ਕਰ ਸਕਦੇ ਹੋ, ਤੁਸੀਂ ਵਾਤਾਵਰਨ ਬਾਰੇ ਵੀ ਗੱਲ ਕਰ ਸਕਦੇ ਹੋ। ਸੋ ਮੈਨੂੰ ਗਜ਼ਲ ਸਿਨਫ ਬਹੁਤ ਅੱਛੀ ਲੱਗੀ। ਔਰ ਸਿਨਫ ਜਿਹੜੀ ਹੈ ਵਾਕਈ ਬਹੁਤ ਔਖੀ ਹੈ, ਪਰ ਮੈਂ ਸ਼ਿਲਪਕਾਰੀ ਜਿਹੜੀ ਗਜ਼ਲ ਸ਼ਿਲਪਕਾਰੀ ਦੀਆਂ ਪੁਸਤਕਾਂ ਪੜ੍ਹੀਆਂ, ਔਰ ਮੈਂ ਡਾਕਟਰ ਜਗਤਾਰ ਜੀ ਨੂੰ, ਡਾਕਟਰ ਸੁਰਜੀਤ ਪਾਤਰ ਜੀ ਨੂੰ, ਪ੍ਰੋਫੈਸਰ ਗੁਰਬਚਨ ਗਿੱਲ ਜੀ ਨੂੰ, ਸ਼ਿਵ ਬਟਾਲਵੀ ਜੀ ਨੂੰ, ਜਗਮੋਹਨ ਸਿੰਘ ਜੀ ਨੂੰ, ਕਵੀ ਮੋਹਨ ਸਿੰਘ ਜੀ ਨੂੰ, ਤੇ ਹੋਰ ਵੀ ਬਹੁਤ ਸਾਰੇ ਜਿਹੜੇ ਵਧੀਆ ਸਾਡੇ ਨੇ ਗਜ਼ਲਕਾਰ, ਉਹਨਾਂ ਨੂੰ ਪੜ੍ਹਿਆ, ਨਾਵਲਕਾਰਾਂ ਨੂੰ ਪੜ੍ਹਿਆ, ਕਹਾਣੀਕਾਰਾਂ ਨੂੰ ਪੜ੍ਹਿਆ। ਪਰ ਫਿਰ ਵੀ ਉਹੀ ਗੱਲ ਕਿ ਜਦੋਂ ਗਜ਼ਲ ਲਿਖਣਾ, ਪੜ੍ਹਨਾ, ਸੁਣਨਾ ਮੈਨੂੰ ਸਕੂਨ ਦਿੰਦਾ ਸੀ, ਮੇਰੀ ਰੂਹ ਦੀ ਖੁਰਾਕ ਬਣ ਗਿਆ। ਇਸ ਕਰਕੇ ਮੈਂ ਗਜ਼ਲ ਫਿਰ ਮੈਡਮ ਲੱਗਦਾ ਇੱਕ ਗਜ਼ਲ ਹੋ ਜੇ, ਫਿਰ ਤੁਸੀਂ ਇੱਕ ਨਾ ਆਪਣੀ ਵਧੀਆ ਜਿਹੜੀ ਪਸੰਦੀਦਾ ਗਜ਼ਲ ਹੈ ਉਹ ਸਾਡੇ, ਮੈਂ ਵੈਲਕਮ ਕਰਨਾ ਚਾਹਾਂਗੀ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਸਾਡੇ ਨਾਲ ਨੇ। ਹਰਜੀਤ ਸਿੰਘ ਜੀ ਸਾਡੇ ਨਾਲ ਨੇ, ਅਨੂ ਅਮਨਦੀਪ ਗਰੋਵਰ ਸਾਡੇ ਨਾਲ ਨੇ, ਕਮਲਜੀਤ ਭੋਲਾ ਜੀ ਸਾਡੇ ਨਾਲ ਨੇ, ਨਿਰਲੇਪ ਕੌਰ ਜੀ, ਰਿੰਟੂ ਭਾਟੀਆ ਜੀ ਸਾਡੇ ਆਪਣੀ ਟੀਮ ਦੇ ਮੈਂਬਰ ਨੇ ਮੈਡਮ। ਤੇ ਇੱਕ ਲਿਖਿਆ ਕਫਰ ਸ਼ਬਦ ਮੈਂ ਸਹੀ ਬੋਲ ਰਹੀ ਹਾਂ, ਪਤਾ ਨਹੀਂ, ਮੈਨੂੰ ਸਹੀ ਕਰ ਦੇਣਾ। ਤਰਜਿੰਦਰ ਕੌਰ ਕਲੇਰ ਜੀ ਸਾਡੇ ਨਾਲ ਨੇ, ਬਲਜੀਤ ਕੌਰ ਰਿਆੜ ਜੀ, ਕੁਲਵਿੰਦਰ ਸਮਰਾ ਜੀ, ਕੌਰ ਨਾਮ ਕੱਲਾ ਨਜ਼ਰ ਆ ਰਿਹਾ, ਹਰਦੀਪ ਗੰਦੀ ਜੀ, ਹਾਂਜੀ, ਅਵਤਾਰ ਸਿੰਘ ਢਿੱਲੋਂ ਜੀ ਸ਼ੁਰੂ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਨੇ, ਡਾਕਟਰ ਅਮਰਜੋਤੀ ਮਾਂਗੜ ਸਾਡੇ ਨਾਲ ਨੇ, ਮਨਜੀਤ ਸੇਖੋਂ ਜੀ ਹਮੇਸ਼ਾ ਹੀ ਸਾਡੇ ਪ੍ਰੋਗਰਾਮ 'ਚ ਬਹੁਤ ਵਧੀਆ ਤਰ੍ਹਾਂ ਹਾਜ਼ਰੀ ਲਵਾਉਂਦੇ ਪੂਰੇ ਪ੍ਰੋਗਰਾਮ ਦੇ ਵਿੱਚ, ਰਾਜ ਮੰਜਪੁਰੀਆ ਜੀ ਸਾਡੇ ਨਾਲ ਨੇ, ਰਵਿੰਦਰ ਕੌਰ ਭਾਟੀਆ ਜੀ, ਕਮਲਦੀਪ ਕੋਛੜ ਜੀ ਸਾਡੇ ਨਾਲ ਨੇ, ਉਹਨਾਂ ਦਾ ਸਵਾਗਤ। ਤੇ ਵੀਨਾ ਰਾਣੀ ਬਟਾਲਾ ਤੋਂ ਅਮਨਦੀਪ ਕੌਰ ਟਿਵਾਣਾ ਸਾਡੇ ਨਾਲ ਨੇ, ਤੇ ਸਭ ਤੋਂ ਜ਼ਿਆਦਾ ਸਾਡੇ ਨਾਲ ਰਮਿੰਦਰ ਰੰਮੀ ਮੈਡਮ, ਜਿਨ੍ਹਾਂ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਸਾਡੀ ਸਾਂਝ ਪਵਾਈ ਹੈ। ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਹੋਏ ਆਓ ਤੁਹਾਡੀ ਇੱਕ ਗਜ਼ਲ ਸੁਣੀਏ। ਮੈਡਮ ਕੋਛੜ, ਗਜ਼ਲ ਸੁਣਾਓ ਤੁਸੀਂ ਸਾਨੂੰ ਹੁਣ। ਹਾਂਜੀ, ਗਜ਼ਲ ਮੈਂ ਸੁਣਾ ਰਹੀ ਹਾਂ। ਦੇਖੋ ਤੁਸੀਂ ਇਹਦੇ ਵਿੱਚ ਵੀ ਅਲੱਗ-ਅਲੱਗ ਵਿਸ਼ੇ ਹੋਣਗੇ। ਸੋ ਗਜ਼ਲ ਦਾ ਮਤਲਬ ਹੈ, ਕੰਕਰੀਟ ਦੇ ਜੰਗਲ ਹੁਣ ਤਾਂ ਥਾਂ ਅਸੀਂ ਉਗਾ ਦਿੱਤੇ ਨੇ। ਬਹੁਤ ਅੱਛਾ। ਕੰਕਰੀਟ ਦੇ ਜੰਗਲ ਹੁਣ ਤਾਂ ਥਾਂ ਅਸੀਂ ਉਗਾ ਦਿੱਤੇ ਨੇ, ਹਰੇ ਭਰੇ ਖੇਤਾਂ ਦੀ ਥਾਂ ਤੇ ਵੱਡੇ ਮਾਲ ਬਣਾ ਦਿੱਤੇ ਨੇ। ਬਹੁਤ ਖੂਬ। ਕੰਕਰੀਟ ਦੇ ਜੰਗਲ ਹੁਣ ਤਾਂ ਥਾਂ ਅਸੀਂ ਉਗਾ ਦਿੱਤੇ ਨੇ, ਹਰੇ ਭਰੇ ਖੇਤਾਂ ਦੀ ਥਾਂ ਤੇ ਵੱਡੇ ਮਾਲ ਬਣਾ ਦਿੱਤੇ ਨੇ, ਮਜਬੂਰੀ ਵਿੱਚ ਆ ਕੇ ਤੇਰੇ ਸਾਰੇ ਖੱਤ ਜਲਾ ਦਿੱਤੇ ਨੇ। ਬਹੁਤ ਖੂਬ। ਮਜਬੂਰੀ ਵਿੱਚ ਆ ਕੇ ਤੇਰੇ ਸਾਰੇ ਖੱਤ ਜਲਾ ਦਿੱਤੇ ਨੇ, ਯਾਦਾਂ ਦੇ ਇਹ ਮਹਿਲ ਚਬਾਰੇ ਆਪਣੇ ਹੱਥੀ ਢਾ ਦਿੱਤੇ ਨੇ। ਤੂੰ ਸ਼ੇਰ ਦੇਖਣਾ, ਚਿੱਠੀਆਂ ਦੀ ਜਦ ਰਾਖ ਮੈਂ ਪਾਈ ਪਾਣੀ ਵਿੱਚ ਤਾਂ ਏਦਾਂ ਲੱਗਿਆ। ਚਿੱਠੀਆਂ ਦੀ ਜਦ ਰਾਖ ਮੈਂ ਪਾਈ ਪਾਣੀ ਵਿੱਚ ਤਾਂ ਏਦਾਂ ਲੱਗਿਆ, ਜਿੱਦਾਂ ਇਸ਼ਕ ਚਨਾ ਅੰਦਰ ਮੈਂ ਫਿਰ ਤੋਂ ਲਾਂਬੂ ਲਾ ਦਿੱਤੇ ਨੇ। ਤੂੰ ਸ਼ੇਰ ਦੇਖਣਾ, ਤੇਰੀ ਯਾਦ ਦਾ ਬੁੱਲਾ ਆਏ ਤਾਂ ਦਿਲ ਦੇ ਵੇੜੇ ਏਦਾਂ ਆਇਆ। ਬਹੁਤ ਅੱਛਾ। ਤੇਰੀ ਯਾਦ ਦਾ ਬੁੱਲਾ ਆਏ ਤਾਂ ਦਿਲ ਦੇ ਵੇੜੇ ਏਦਾਂ ਆਇਆ, ਆਸਾਂ ਦੇ ਸਭ ਬੁੱਝੇ ਦੀਵੇ ਉਸਨੇ ਫੇਰ ਜਗਾ ਦਿੱਤੇ ਨੇ। ਤੂੰ ਸ਼ੇਰ ਦੇਖਣਾ, ਇਹ ਕੈਸਾ ਹੁਣ ਦੌਰ ਹੈ ਆਇਆ, ਕਿੱਦਾਂ ਦੀ ਇਹ ਹੋਈ ਤਰੱਕੀ। ਇਹ ਕੈਸਾ ਹੁਣ ਦੌਰ ਹੈ ਆਇਆ, ਕਿੱਦਾਂ ਦੀ ਇਹ ਹੋਈ ਤਰੱਕੀ। ਇਸ ਕੁਚੱਜੇ ਦੌਰ ਨੇ ਬੱਚੇ ਨਸ਼ਿਆਂ ਦੇ ਰਾਹ ਪਾ ਦਿੱਤੇ ਨੇ। ਇਹ ਕੈਸਾ ਹੁਣ ਦੌਰ ਹੈ ਆਇਆ, ਕਿੱਦਾਂ ਦੀ ਇਹ ਹੋਈ ਤਰੱਕੀ। ਇਸ ਕੁਚੱਜੇ ਦੌਰ ਨੇ ਬੱਚੇ ਨਸ਼ਿਆਂ ਦੇ ਰਾਹ ਪਾ ਦਿੱਤੇ ਨੇ। ਤੂੰ ਸ਼ੇਰ ਦੇਖਣਾ, ਖਿੱਚ ਰਹੀ ਨਾ ਹੁਣ ਤਾਂ ਕੋਈ ਪਾਕ ਪਵਿੱਤਰ ਰਿਸ਼ਤੇ ਅੰਦਰ। ਖਿੱਚ ਰਹੀ ਨਾ ਹੁਣ ਤਾਂ ਕੋਈ ਪਾਕ ਪਵਿੱਤਰ ਰਿਸ਼ਤੇ ਅੰਦਰ, ਹਰ ਰਿਸ਼ਤੇ ਦੇ ਤਾਣੇ ਬਾਣੇ ਖੁਦ ਆਪਾਂ ਉਲਝਾ ਦਿੱਤੇ ਨੇ। ਤੋ ਮਕਤਾ ਪੇਸ਼ ਕਰ ਰਹੀ ਹਾਂ, ਹੁਣ ਤੱਕ ਮੇਰੇ ਇਨਾਮ ਜੋ ਕੋਚਰ ਤੇਰੇ ਨਾਂ ਦੀਆਂ ਗਜ਼ਲਾਂ ਉੱਤੇ।
बहुत अच्छा। ਹੁਣ ਤੱਕ ਮਿਲੇ ਇਨਾਮ ਜੋ ਕੋਚਰ ਤੇਰੇ ਨਾਂ ਦੀਆਂ ਗਜ਼ਲਾਂ ਉੱਤੇ ਸ਼ੀਸ਼ੇ ਵਿੱਚ ਜੜਾ ਕੇ ਉਹ ਸਭ ਬੈਠਕ ਵਿੱਚ ਸਜਾ ਦਿੱਤੇ ਨੇ। ਕੰਕਰੀਟ ਦੇ ਜੰਗਲ ਹੁਣ ਤਾਂ ਥਾਂ ਥਾਂ ਅਸੀਂ ਉਗਾ ਦਿੱਤੇ ਨੇ। ਹਰੇ ਭਰੇ ਖੇਤਾਂ ਦੀ ਥਾਂ ਤੇ ਵੱਡੇ ਮਾਲ ਬਣਾ ਦਿੱਤੇ ਨੇ। ਹਰੇ ਭਰੇ ਖੇਤਾਂ ਦੀ ਥਾਂ ਤੇ ਵੱਡੇ ਮਾਲ ਬਣਾ ਦਿੱਤੇ ਨੇ। ਸ਼ੁਕਰੀਆ। ਬਹੁਤ ਖੂਬ ਮੈਡਮ, ਬਹੁਤ ਖੂਬ। ਤੁਹਾਨੂੰ ਬਹੁਤ ਸਾਰੇ ਕਮੈਂਟਸ ਇਹਦੇ ਨਾਲ ਨਾਲ ਚੱਲ ਰਹੇ ਸੀ ਤੇ ਸਾਨੂੰ ਸੰਦੀਪ ਸਿੰਘ ਕਾਫਟ ਜੀ ਨੇ ਤੁਹਾਡੀ ਗਜ਼ਲ ਨੂੰ ਬਹੁਤ ਸਲਾਹਿਆ ਤੇ ਇਸੇ ਗਜ਼ਲ ਨੂੰ ਅਮਨਦੀਪ ਗਰੋਵਰ ਨੇ ਬਹੁਤ ਸਲਾਹਿਆ। ਮਤਲਬ ਸਾਰੇ ਦਰਸ਼ਕਾਂ ਦਾ ਕੋਈ ਨਾ ਕੋਈ ਅੰਗੂਠਾ ਹਾਰਟ। ਬਹੁਤ ਵਧੀਆ ਕੋਚਰ ਜੀ, ਬਹੁਤ ਵਧੀਆ। ਬਹੁਤ ਵਧੀਆ ਮੈਡਮ ਬਹੁਤ ਵਧੀਆ ਕੋਚਰ ਜੀ। ਅਸੀਂ ਸਹੁਰੇ ਪਰਿਵਾਰ ਦੀ ਤੁਹਾਡੀ ਗੱਲ ਸੁਣੀ ਕਿ ਤੁਹਾਨੂੰ ਬਹੁਤ ਸਪੋਰਟ ਮਿਲੀ ਆਪਣੇ ਫਾਦਰ ਇਨ ਲਾ ਤੋਂ, ਆਪਣੇ ਪਤੀ ਜੀ ਤੋਂ, ਆਪਣੇ ਬਾਕੀ ਮੈਂਬਰਸ ਤੋਂ, ਘਰਦਿਆਂ ਤੋਂ। ਉਦੋਂ ਬਾਅਦ ਤੁਹਾਨੂੰ ਇੱਕ ਸਮਾਜਿਕ ਚੌਗਿਰਦਾ ਜਿਹੜਾ ਮਿਲਿਆ, ਉੱਥੇ ਪਹਿਲਾ ਜਿਹੜਾ ਸਨਮਾਨ ਮਿਲਿਆ ਤੁਹਾਨੂੰ, ਕਿੱਥੇ ਮਿਲਿਆ ਤੇ ਉਹਨੇ ਤੁਹਾਨੂੰ ਕਿਸ ਤਰ੍ਹਾਂ ਦੀ ਰੂਹ ਨੂੰ ਖੁਸ਼ੀ ਦਿੱਤੀ, ਉਹ ਜ਼ਰੂਰ ਸਾਂਝੀ ਕਰੋ। ਹਾਂਜੀ ਕੁਲਜੀਤ ਮੈਮ, ਇੱਕ ਗੱਲ ਕਹਿਣੀ ਚਾਹਾਂਗੀ ਕਿ ਜਦੋਂ ਵੀ ਅਸੀਂ ਕਿਸੇ ਖੇਤਰ ਵਿੱਚ ਕੰਮ ਕਰਦੇ ਹਾਂ, ਕਦੇ ਵੀ ਇਹ ਸੋਚ ਕੇ ਨਹੀਂ ਕਰਦੇ ਕਿ ਸਾਨੂੰ ਇਹਦੇ ਬਦਲੇ ਕੋਈ ਮਾਣ ਸਨਮਾਨ ਮਿਲਣਗੇ, ਬਲਕਿ ਤੁਹਾਡੀ ਰੂਹ ਦੀ ਖੁਰਾਕ ਹੁੰਦੀ ਹੈ ਕਿ ਤੁਸੀਂ ਉਹ ਪੂਰੀ ਕਰਦੇ ਹੋ, ਇਸ ਖੇਤਰ 'ਚ ਕੰਮ ਕਰ ਰਹੇ ਹੋ। ਪਰ ਇਹ ਵੀ ਸੱਚ ਹੈ, ਹਕੀਕਤ ਹੈ, ਤਲਖ ਹਕੀਕਤ ਹੈ ਕਿ ਜਦੋਂ ਤੁਹਾਨੂੰ ਕੋਈ ਮਾਣ ਸਨਮਾਨ ਮਿਲਦਾ ਹੈ, ਤੁਹਾਡੇ ਕੰਮ ਦੀ ਰੈਕੋਗਨੀਸ਼ਨ ਹੁੰਦੀ ਹੈ, ਤੁਹਾਡੇ ਕੰਮ ਦੀ ਪ੍ਰਸ਼ੰਸਾ ਹੁੰਦੀ ਹੈ, ਤਾਂ ਤੁਹਾਨੂੰ ਲੱਗਦਾ ਹੈ ਕਿ ਚਲੋ ਜੋ ਮੈਂ ਕੰਮ ਕੀਤਾ ਉਹ ਸਾਰਥਕ ਹੋਇਆ, ਚਲੋ ਕਿਸੇ ਨੇ ਉਸ ਨੂੰ ਪਛਾਣਿਆ। ਤਾਂ ਇਸੇ ਤਰ੍ਹਾਂ ਹੀ ਜਦੋਂ ਮੈਂ ਟੀਚਿੰਗ ਪ੍ਰੋਫੈਸ਼ਨ 'ਚ ਸੀ ਤੇ ਮੈਡਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੈਂ ਤਕਰੀਬਨ ਡੀਨ, ਡਾਇਰੈਕਟਰ, ਵਾਈਸ ਚਾਂਸਲਰ ਦੇ ਬੱਚਿਆਂ ਨੂੰ ਜਿੱਥੇ ਪੜ੍ਹਾਇਆ ਹੈ, ਉੱਥੇ ਮੈਂ 4th ਕਲਾਸ EMPLOYEES ਦੇ ਡੇਲੀ ਵੇਜਿਸ ਲੈਣ ਵਾਲਿਆਂ ਦੇ ਬੱਚਿਆਂ ਨੂੰ ਵੀ ਪੜ੍ਹਾਇਆ ਹੈ। ਔਰ ਜਦੋਂ ਮੈਂ ਪੜ੍ਹਾਉਂਦੀ ਸੀ ਪੂਰੀ ਲਗਨ, ਮਿਹਨਤ, ਇਮਾਨਦਾਰੀ ਨਾਲ, ਕਿਉਂਕਿ ਮੇਰੇ ਘਰ ਦੇ ਮਾਹੌਲ ਨੇ ਮੈਨੂੰ ਇਹ ਹੀ ਸਿਖਾਇਆ ਕਿ ਰਜਮੀ ਮਿਹਨਤ ਕਰਨੀ ਹੈ। ਮਿਹਨਤ ਕਰਕੇ ਮੈਂ ਪੜ੍ਹਾਇਆ ਔਰ ਉਹ ਬੱਚਿਆਂ ਦੇ ਜਦੋਂ ਬਹੁਤ ਅੱਛੇ ਰਿਜ਼ਲਟਸ ਆਏ, ਪੇਰੈਂਟਸ ਵੱਲੋਂ ਬਹੁਤ ਅੱਛੀਆਂ ਆਉਂਦੀਆਂ, ਮਤਲਬ ਉਹਨਾਂ ਦੀਆਂ ਰਿਪੋਰਟਸ ਵੀ ਬਹੁਤ ਵਧੀਆ, ਮੈਰਿਟ 'ਚ ਬੱਚੇ ਆਉਂਦੇ ਰਹੇ। ਔਰ ਬੱਚਿਆਂ ਨੂੰ ਸਿਰਫ ਮੈਂ ਪੜ੍ਹਾਉਣ ਤੱਕ ਹੀ ਸੀਮਤ ਨਹੀਂ ਰੱਖਦੀ ਸੀ, ਉਹਨਾਂ ਨੂੰ ਓਵਰ ਟਾਈਮ ਸਕੂਲ ਤੋਂ ਬਾਅਦ ਵੀ ਦਿੱਤਾ, ਉਹਨਾਂ ਨੂੰ ਕਰਿਕੂਲਰ ਐਕਟੀਵਿਟੀਜ਼ ਵਿੱਚ ਹਿੱਸਾ ਉਹਨਾਂ ਦਾ ਪਾਇਆ। ਤੇ ਸਿੱਟੇ ਵਜੋਂ ਸਭ ਤੋਂ ਪਹਿਲਾਂ ਤਾਂ ਮੈਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਐਪਰੀਸੀਏਸ਼ਨ ਅਵਾਰਡ ਦਿੱਤਾ 1999 ਵਿੱਚ। ਮੇਰਾ ਹੌਸਲਾ ਬਹੁਤ ਵਧਿਆ ਔਰ ਮੈਂ ਜਿਹੜਾ ਕੰਮ ਪਹਿਲਾਂ ਕਰ ਉਸ ਤੋਂ ਮੈਂ ਸਮਾਜ ਸੇਵਾ ਵੀ, ਕਿਉਂਕਿ ਮੈਂ ਨਾਲ ਨਾਲ ਕਰ ਰਹੀ ਸੀ, ਤੇ ਉਹ ਵੀ ਮੇਰੇ ਦਿਲ 'ਚ ਹੋਇਆ ਕਿ ਨਹੀਂ ਵੀ ਕਰਨੀ ਚਾਹੀਦੀ। ਜਿਵੇਂ ਇਹ ਨਹੀਂ ਕਿ ਮੈਂ ਕਾਰਨ ਇਸ ਕਰਕੇ ਹੀ ਕਰ ਰਹੀ ਸੀ, ਪਰ ਹੌਸਲਾ ਹੋਰ ਵਧਿਆ, ਉਤਸ਼ਾਹ ਵਧਿਆ ਕਿ ਇਹ ਜਿਹੜਾ ਹੈ, ਇਹ ਮੇਰਾ ਜਿਹੜਾ ਸਫ਼ਰ ਹੈ ਹੋਰ ਬੁਲੰਦੀਆਂ ਨੂੰ ਜਾਵੇ। ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਤੁਸੀਂ ਜਿਵੇਂ ਦਿਖਾਇਆ ਕਿ ਮੈਨੂੰ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਮਿਲਿਆ। ਫਿਰ ਸਭ ਤੋਂ ਵੱਡੀ ਗੱਲ ਕਿ ਸਿੱਖਿਆ ਦੇ ਖੇਤਰ ਦਾ ਸਭ ਤੋਂ ਵੱਡਾ ਅਵਾਰਡ ਜਿਹੜਾ ਸੀ ਕੌਮੀ ਪੁਰਸਕਾਰ, ਉਹ ਮੈਨੂੰ ਭਾਰਤ ਸਰਕਾਰ ਵੱਲੋਂ ਉਸ ਮਹਾਨ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਜੀ ਪਾਸੋਂ ਮਿਲਿਆ, ਜਿਹਦਾ ਕਿ ਮੈਂ ਆਪਣੇ ਆਪ ਹੀ ਮਾਣ ਮਹਿਸੂਸ ਕਰਦੀ ਹਾਂ। ਤਾਂ ਉਸ ਤੋਂ ਬਾਅਦ ਮੈਨੂੰ ਦਿੱਲੀ ਤੋਂ ਮਿਨਿਸਟਰੀ ਆਫ ਹਿਊਮਨ ਰਿਸੋਰਸਿਸ ਵੱਲੋਂ ਲਾਈਫ ਟਾਈਮ ਐਜੂਕੇਸ਼ਨ ਅਚੀਵਮੈਂਟ ਅਵਾਰਡ ਮਿਲਿਆ, ਸਿੱਖਿਆ ਭੂਸ਼ਣ ਨੈਸ਼ਨਲ ਅਵਾਰਡ ਮਿਲਿਆ। ਸੋ ਸਿੱਖਿਆ ਦੇ ਖੇਤਰ 'ਚ ਬਹੁਤ ਅਵਾਰਡ ਮਿਲੇ। ਜਦੋਂ ਮੈਂ ਇਹ ਅਵਾਰਡ ਇੱਧਰੋਂ ਮਿਲਦੇ ਰਹੇ, ਬੜੇ ਸਾਡੇ NGO ਦੇ ਵਿੱਚ ਕਿੰਨੇ ਦਰਜਨ, 7-8 ਦਰਜਨ ਤੋਂ ਬਾਅਦ ਮੈਨੂੰ ਵਿਸ਼ੇਸ਼ ਸਨਮਾਨ ਮਿਲ ਗਿਆ ਇੱਕ। ਪਰ ਜਦੋਂ ਮੈਂ ਸਾਹਿਤ ਦੇ ਖੇਤਰ ਵਿੱਚ ਐਂਟਰ ਕੀਤਾ ਤਾਂ ਮੈਂ ਉਸੇ ਹੀ ਲਗਨ, ਮਿਹਨਤ, ਇਮਾਨਦਾਰੀ ਨਾਲ ਮਤਲਬ ਆਪਣਾ ਕੰਮ ਕਰ ਰਹੀ ਹਾਂ। ਔਰ ਵੱਧ ਤੋਂ ਵੱਧ ਮੈਂ ਇਹ ਕਹਿਣਾ ਚਾਹੁੰਦੀ ਕਿ ਵੱਧ ਤੋਂ ਵੱਧ ਜਿੰਨੀਆਂ ਅੱਛੀਆਂ ਪੁਸਤਕਾਂ ਆਪਾਂ ਪੜ੍ਹ ਸਕਦੇ ਹਾਂ ਪੜ੍ਹੀਏ। ਜਿੰਨਾ ਅਸੀਂ ਪੜਾਂਗੇ ਉਨੀ ਸਾਡੀ ਸ਼ਬਦਾਵਲੀ, ਉਨੀ ਸਾਡੀ ਸੋਚ ਦਾ ਜਿਹੜਾ ਹੈ ਦਾਇਰਾ ਬੜਾ ਵਸੀਹ ਹੁੰਦਾ ਹੈ। ਔਰ ਜਦੋਂ ਤੁਹਾਨੂੰ ਕੋਈ ਤੁਹਾਡੀ ਨੁਕਤਾਚੀਨੀ ਵੀ ਕਰਦਾ ਹੈ ਤਾਂ ਸਮਝੋ ਤੁਹਾਡਾ ਵਿਕਾਸ ਹੋ ਰਿਹਾ ਹੈ। ਜੋ ਲਰਨ ਏ ਲੋਟ, ਬਹੁਤ ਕੁਝ ਤੁਸੀਂ ਸਿੱਖਦੇ ਹੋ। ਬਹੁਤ ਖੂਬ ਮੈਡਮ। ਤੁਹਾਡੇ ਅਵਾਰਡ ਨੇ, ਹਾਂਜੀ, ਤੁਹਾਡੀ ਸਾਹਿਤਕ ਰਚਨਾਵਾਂ ਦੇ ਜਿਹੜੇ ਵਿਸ਼ੇ ਆ ਤੁਹਾਡੀ ਗਜ਼ਲ ਦੇ ਬਹੁਤ ਸੰਜੀਦਾ ਨੇ। ਤੁਸੀਂ ਅਮਨ ਚੈਨ ਦੀ ਗੱਲ ਕਰਦੇ ਹੋ, ਪਿਆਰ ਮੁਹੱਬਤ ਦੀ ਗੱਲ ਕਰਦੇ ਹੋ, ਵਿਛੋੜੇ ਵਸਲ ਦੀ ਗੱਲ ਕਰਦੇ ਹੋ, ਲੁਕਾਈ ਦਾ ਦਰਦ ਤੁਹਾਡੀਆਂ ਗਜ਼ਲਾਂ 'ਚ ਆ, ਪਦਾਰਥਵਾਦ ਤੁਹਾਡੀਆਂ ਗਜ਼ਲਾਂ 'ਚ ਹੈ, ਨਿੱਜਵਾਦ ਤੋਂ ਤੁਸੀਂ ਉੱਪਰ ਉੱਠ ਕੇ ਵੀ ਗੱਲ ਕਰਦੇ ਹੋ, ਜਿਹੜਾ ਮੰਡੀਕਰਨ ਹੋ ਰਿਹਾ ਉਹਦੀ ਗੱਲ ਵੀ ਤੁਸੀਂ ਕਰਦੇ ਹੋ, ਨੈਤਿਕ ਕਦਰਾਂ ਕੀਮਤਾਂ ਦਾ ਪਾਠ ਤੁਸੀਂ ਪੜ੍ਹਾਉਂਦੇ ਹੋ, ਤੇ ਭ੍ਰਿਸ਼ਟਾਚਾਰ ਦੇ ਪਰਦੇ ਤੁਸੀਂ ਫਾਸ਼ ਕਰਦੇ ਹੋ ਆਪਣੀਆਂ ਗਜ਼ਲਾਂ ਦੇ ਵਿੱਚ, ਤੇ ਔਰਤ ਦੀ ਸਥਿਤੀ, ਔਰਤ ਦੀ ਸੰਵੇਦਨਾ ਤੁਸੀਂ ਬੜੀ ਨੇੜੇ ਹੋ ਜਾਣਦੇ ਹੋ। ਇਹਨਾਂ ਸਾਰੇ ਵਿਸ਼ਿਆਂ ਲਈ ਤੁਹਾਨੂੰ ਕੋਈ, ਜਦੋਂ ਤੁਸੀਂ ਗਜ਼ਲ ਲਿਖਣੀ ਸ਼ੁਰੂ ਕਰਦੇ ਹੋ, ਕੀ ਤੁਸੀਂ ਵਿਸ਼ਾ ਸੋਚ ਕੇ ਲਿਖਦੇ ਹੋ ਜਾਂ ਵਿਸ਼ਾ ਚੁੱਪ ਚਪੀਤੇ ਤੁਹਾਡੇ ਕੋਲ ਆ ਜਾਂਦਾ ਤੇ ਤੁਸੀਂ ਪੈਨ ਕਾਪੀ ਲੈ ਕੇ ਤੇ ਉਹਨੂੰ ਆਪਣੇ ਅੱਖਰਾਂ 'ਚ ਢਾਲ ਲੈਂਦੇ ਹੋ? ਨਹੀਂ ਕੁਲਜੀਤ ਜੀ, ਐਸਾ ਨਹੀਂ ਹੁੰਦਾ। ਮੇਰੇ ਲਿਖਣ ਲਈ ਕੋਈ ਸਮਾਂ ਸਥਾਨ ਨਹੀਂ ਹੈ। ਮੈਂ ਤੁਰਦਿਆਂ ਫਿਰਦਿਆਂ ਵੀ ਲਿਖ ਲੈਂਦੀ ਹਾਂ, ਸਫ਼ਰ ਕਰਦਿਆਂ ਵੀ ਲਿਖ ਲੈਂਦੀ ਹਾਂ, ਰਸੋਈ 'ਚ ਖੜਿਆਂ ਵੀ ਮੈਨੂੰ ਸ਼ੇਅਰ ਆ ਜਾਂਦਾ ਤਾਂ ਲਿਖ ਲੈਂਦੀ ਹਾਂ। ਕਿਉਂਕਿ ਮੇਰਾ ਹੈ ਕਿ ਜਦੋਂ ਸ਼ਬਦਾਂ ਦਾ ਮਨ ਵਿੱਚ ਉੱਠ ਰਿਹਾ ਤੂਫਾਨ ਸੁਣਦੀ ਹਾਂ,
ਜਦੋਂ ਸ਼ਬਦਾਂ ਦਾ ਮਨ ਵਿੱਚ ਉੱਠ ਰਿਹਾ ਤੂਫਾਨ ਸੁਣਦੀ ਹਾਂ, ਗਜ਼ਲ ਦੇ ਵਾਸਤੇ ਮੈਂ ਰੱਬ ਦਾ ਫਰਮਾਨ ਸੁਣਦੀ ਹਾਂ। ਮੇਰੇ ਕੋਮਲ ਦੇ ਦਿਲ ਤੇ ਨਾ ਪੁੱਛੋ ਬੀਤਦੀ ਕੀ ਹੈ, ਮੇਰੇ ਕੋਮਲ ਦੇ ਦਿਲ ਤੇ ਨਾ ਪੁੱਛੋ ਬੀਤਦੀ ਕੀ ਹੈ, ਜਦੋਂ ਬਾਜ਼ਾਰ ਵਿੱਚ ਵਿਕਦਾ ਹੋਇਆ ਈਮਾਨ ਸੁਣਦੀ ਹਾਂ। ਮੇਰੇ ਅਹਿਸਾਸ ਮੈਨੂੰ ਲਿਖਣ ਲਈ ਮਜਬੂਰ ਕਰਦੇ ਨੇ, ਮੇਰੇ ਅਹਿਸਾਸ ਮੈਨੂੰ ਲਿਖਣ ਲਈ ਮਜਬੂਰ ਕਰਦੇ ਨੇ, ਤੇ ਦੋਸਤ ਬਣ ਕੇ ਉਹ ਮੇਰੀ ਉਦਾਸੀ ਦੂਰ ਕਰਦੇ ਨੇ। ਤੇ ਉਦਾਸ ਮੈਂ ਉਦੋਂ ਹੁੰਦੀ ਹਾਂ ਕਿ ਜਦੋਂ ਮੈਂ ਚੁਗਿਰਦੇ ਵਿੱਚ ਗਲਤ ਵਾਪਰ ਰਿਹਾ ਲਿਖਦੀ ਹਾਂ। ਮੈਡਮ ਜਦੋਂ ਆਪਣੇ ਜਿਹੜਾ ਪੰਜਾਬ ਦੇ ਵਿੱਚ ਅੱਤਵਾਦ ਸੀ, ਉਦੋਂ ਨੌਜਵਾਨ ਬੱਚਿਆਂ ਨੂੰ ਬੇਕਸੂਰੇ ਮਾਰਿਆ ਜਾ ਰਿਹਾ ਸੀ ਝੂਠੇ ਐਨਕਾਊਂਟਰ ਬਣਾ ਕੇ, ਤਾਂ ਮੈਂ ਲਿਖਿਆ ਸੀ ਸਾਵੇ ਪੱਤੇ ਡਿੱਗ ਰਹੇ ਨੇ ਬਿਰਖ ਤੋਂ, ਸਾਵੇ ਪੱਤੇ ਡਿੱਗ ਰਹੇ ਨੇ ਬਿਰਖ ਤੋਂ, ਕਿਹੋ ਜਿਹੇ ਤੂਫਾਨ ਦੀ ਰੁੱਤ ਆ ਗਈ। ਤੇ ਇਸੇ ਤਰ੍ਹਾਂ ਹੁਣ ਜਦੋਂ ਆਪਣਾ ਕਿਸਾਨੀ ਅੰਦੋਲਨ ਹੋਇਆ ਹੈ ਤੇ ਤਾਂ ਵੀ ਮੇਰੀ ਕਲਮ ਅਣਬੀਜ ਨਹੀਂ ਰਹੀ, ਉਹਦੇ ਬਾਰੇ ਵੀ ਮੈਂ ਲਿਖਿਆ। ਤੇ ਇਸੇ ਤਰ੍ਹਾਂ ਮੈਂ ਅਕਸਰ ਕੁਦਰਤ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਸੋਚਦੀ ਹਾਂ ਬਲਿਹਾਰੀ ਕੁਦਰਤ ਵਸਿਆ, ਕੁਦਰਤ ਵਿੱਚ ਕਾਦਰ ਨੂੰ ਮਹਿਸੂਸ ਕਰਦੀ ਹਾਂ। ਔਰ ਜਦੋਂ ਮੈਂ ਕੁਦਰਤ ਦੇ ਨੇੜੇ ਹੁੰਦੀ ਹਾਂ ਤੇ ਮੇਰੇ ਸ਼ੇਰ ਆਪਣੇ ਆਪ ਹੀ ਆਮਦ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ। ਤੇ ਇੱਕ ਵਾਰੀ ਮੈਂ ਇਸੇ ਤਰ੍ਹਾਂ ਹੀ ਆਪਣੇ ਲਾਨ 'ਚ ਬੈਠੀ ਸਾਂ ਤੇ ਆਪਣਾ ਦੇਖ ਰਹੀ ਸੀ ਬੜੀ ਗਰਮੀ ਹੈ, ਕੋਈ ਵੀ ਬੂਟਾ ਨਹੀਂ ਹਿਲ ਰਿਹਾ, ਕੋਈ ਫੁੱਲ ਨਹੀਂ ਟਹਿਕ ਰਿਹਾ, ਤੇ ਅਚਾਨਕ ਇੱਕਦਮ ਹਵਾ ਦਾ ਮਤਲਬ ਝੋਲਾ ਆਇਆ ਜਦੋਂ, ਤੇ ਜਿਹੜੀਆਂ ਟਾਹਣੀਆਂ ਹਿੱਲਣ ਲੱਗ ਗਈਆਂ, ਫੁੱਲ ਟਹਿਕਣ ਲੱਗ ਗਏ। तो इसने मेरी जिंद ते एकदम इस तरह असर पाया, मैनू लग्या कि ये फुल ने और जड़ियां हवावां ने वो मावां ने और जड़ियां टाहणियां ने एक झूले ने जेडे फुल उसने झूलियां च झूल। ਤੇ ਮੈਨੂੰ ਲੱਗਿਆ ਕਿ ਕੰਮਕਾਜੀ ਔਰਤਾਂ, ਕਿਉਂਕਿ ਮੈਂ ਇੱਕ ਕੰਮਕਾਜੀ ਔਰਤ ਰਹੀ ਹਾਂ, ਬੱਚਿਆਂ ਨੂੰ ਕ੍ਰੈਚ 'ਚ ਛੱਡਿਆ ਹੈ, तो ਜਿਨ੍ਹਾਂ ਦੇ ਬੱਚੇ ਕ੍ਰੈਚ 'ਚ ਜਾਂਦੇ ਨੇ ਜਾਂ ਆਪਣਾ ਨੌਕਰਾਂ ਦੇ ਸਹਾਰੇ ਪਲਦੇ ਨੇ, ਬੋਤਲਾਂ ਦਾ ਦੁੱਧ ਪੀਂਦੇ ਨੇ, ਉਹ ਬੱਚੇ ਜਿਹੜੇ ਨੇ ਉਹ ਮੈਨੂੰ ਫੁੱਲ ਲੱਗੇ। ਤੇ ਮਾਵਾਂ ਜਿਹੜੀਆਂ ਦੇਰ ਨਾਲ ਆਉਂਦੀਆਂ ਨੇ ਦਫ਼ਤਰ ਤੋਂ, ਕਈ ਵਾਰ ਰਸਤੇ 'ਚ ਰਾਸ਼ਨ ਖਰੀਦਣਾ ਹੁੰਦਾ ਤੇ ਰੁਕ ਜਾਂਦੀਆਂ ਨੇ, ਬੱਚੇ ਜਿਹੜੇ ਉਡੀਕ ਰਹਿੰਦੇ ਨੇ। ਤਾਂ ਮੈਂ ਲਿਖਿਆ ਸੀ ਕਿਵੇਂ ਫੁੱਲ ਟਹਿਕਣ ਹਵਾਵਾਂ ਨਾ ਆਈਆਂ, ਕਿਵੇਂ ਫੁੱਲ ਟਹਿਕਣ ਹਵਾਵਾਂ ਨਾ ਆਈਆਂ, ਕਿ ਝੂਲਾ ਝੂਲਾਵਣ ਨੂੰ ਮਾਵਾਂ ਨਾ ਆਈਆਂ, ਕਿਵੇਂ ਫੁੱਲ ਟਹਿਕਣ ਹਵਾਵਾਂ ਨਾ ਆਈਆਂ, ਕਿ ਝੂਲੇ ਝੂਲਾਵਣ ਨੂੰ ਮਾਵਾਂ ਨਾ ਆਈਆਂ। ਸੁਗੰਧੀ ਲਿਆਵਣ ਜੋ ਗਈਆਂ ਸਵੇਰੇ, ਸੁਗੰਧੀ ਦਾ ਮਤਲਬ ਆਪ ਪੱਕੋ, ਸੁਗੰਧੀ ਲਿਆਵਣ ਜੋ ਗਈਆਂ ਸਵੇਰੇ, ਹੋਈ ਸ਼ਾਮ ਪਰ ਉਹ ਹਵਾਵਾਂ ਨਾ ਆਈਆਂ। ਉਹ ਬੋਤਲ 'ਚ ਦੁੱਧ ਪੀ ਕੇ ਫਿਰ ਸੌ ਗਏ ਨੇ, ਉਹ ਬੋਤਲ 'ਚ ਦੁੱਧ ਪੀ ਕੇ ਫਿਰ ਸੌ ਗਏ ਨੇ, ਅਜੇ ਦਫ਼ਤਰੋਂ ਪਰਤ ਮਾਵਾਂ ਨਾ ਆਈਆਂ, ਕਿਵੇਂ ਫੁੱਲ ਟਹਿਕਣ ਹਵਾਵਾਂ ਨਾ ਆਈਆਂ, ਕਿ ਝੂਲੇ ਝੂਲਾਵਣ। ਕਿਆ ਬਾਤ ਹੈ ਮੈਡਮ, ਬਿਲਕੁਲ ਇਹ ਨਾਰੀ ਸੰਵੇਦਨਾ ਵੀ ਆ ਤੇ ਨਾਲ ਸਾਡੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਸਾਨੂੰ ਕਰਾਇਆ ਵੀ ਦੋਵੇਂ ਪਾਸੇ ਅਸੀਂ ਕਿਵੇਂ ਨਾਰੀ ਵੰਡੀ ਹੋਈ ਅੱਜ ਦੀ, ਕਿ ਘਰੇਲੂ ਤੇ ਆਪਣੇ ਜਿਹੜਾ ਉਹਦਾ ਕੋਈ ਨੌਕਰੀ ਪੇਸ਼ਾ ਔਰਤਾਂ ਦੀ ਸਮੱਸਿਆਵਾਂ। ਤੇ ਬਹੁਤ ਵਧੀਆ ਮੈਡਮ, ਇੱਕ ਚੀਜ਼ ਦੱਸਣਾ, ਤੁਸੀਂ ਜਦੋਂ ਗਜ਼ਲ ਲਿਖਦੇ ਤੁਸੀਂ ਨਿਬੰਧ ਵੱਲ ਪਰਤ ਗਏ, ਤੁਸੀਂ ਦੀਵਿਆਂ ਦੀ ਕਤਾਰ ਲਗਾਤੀ, ਤੁਸੀਂ ਜਗ ਦੇ ਚਿਰਾਗ ਲੈ ਆਏ, ਤੇ ਤੁਸੀਂ ਨਿਬੰਧ ਤੇ ਜਿਹੜੇ ਲੇਖ ਲਿਖੇ ਆ ਉਹਨਾਂ ਦੀ ਕਿਸ ਤਰ੍ਹਾਂ ਤੁਹਾਡੇ ਮਨ 'ਚ ਵਰਵਲਾ ਉੱਠਿਆ ਕਿ ਮੈਂ ਹੁਣ ਥੋੜੀ ਜਿਹੀ ਗਜ਼ਲ ਤੋਂ ਛੁੱਟੀ ਕਰਾਂ, ਆਪਣੇ ਆਪ ਨੂੰ ਬ੍ਰੇਕ ਲਵਾਂ ਤੇ ਮੈਂ ਹੁਣ ਨਿਬੰਧ ਦਾ ਲੇਖ ਲਿਖਾਂ, ਕਿਵੇਂ ਮਨ ਬਦਲਿਆ? ਹਾਂ, ਇਹ ਵੀ ਮੇਰੇ ਦਿਲ 'ਚ ਕਦੋਂ ਕਈ ਵਾਰੀ ਤੁਹਾਡੇ ਦਿਲ ਦੇ ਵਿੱਚ ਇੰਨਾ ਜ਼ਿਆਦਾ ਆ ਜਾਂਦਾ ਕਿ ਤੁਸੀਂ ਸੋਚਦੇ ਹੋ ਕਿ ਗਜ਼ਲ ਦੇ ਸ਼ੇਰਾਂ ਦੇ ਵਿੱਚ ਇਹ ਤਾਂ ਉਦੋਂ ਵੀ ਜ਼ਿਆਦਾ ਹੈ। ਜ਼ਿਆਦਾ ਦਾ ਮਤਲਬ ਤੁਹਾਡੇ ਕੋਲ ਬਹੁਤ ਸਾਰਾ ਮੈਟਰ ਇਕੱਠਾ ਹੋ ਜਾਂਦਾ, ਜਿਵੇਂ ਅੰਦਰ ਹੀ ਤੁਸੀਂ ਕੋਈ ਦੇਖਦੇ ਹੋ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਔਰਤਾਂ ਦੇ ਨਾਲ ਕੰਮ ਕਰ ਰਹੀ ਹਾਂ ਪਿਛਲੇ 2-2.5 ਦਹਾਕਿਆਂ ਤੋਂ, ਤੁਸੀਂ ਮੇਰੇ ਬਾਰੇ ਬਹੁਤ ਦੱਸਿਆ। ਔਰ ਮੈਨੂੰ ਮਤਲਬ ਦੇਸ਼ ਦੇ ਰਿਮੋਟ ਕਾਰਨਰਸ ਵਿੱਚ ਜਾਣ ਦਾ ਮੌਕਾ ਮਿਲਿਆ, ਮੈਨੂੰ ਝਾਰਖੰਡ ਦੇ ਕਬਾਇਲੀ ਖੇਤਰਾਂ 'ਚ ਜਾਣ ਦਾ ਮੌਕਾ ਮਿਲਿਆ, ਜਿੱਥੇ ਲੜਕੀ ਦੇ ਜੰਮਣ ਦੇ ਉੱਤੇ ਪੱਥਰ ਕਹਿੰਦੇ ਨੇ ਔਰ ਮੁੰਡੇ ਦੇ ਜੰਮਣ ਤੇ ਹੀਰੇ ਕਹਿੰਦੇ ਨੇ। ਤਾਂ ਇਹੋ ਜਿਹਾ ਜਦੋਂ ਮੈਂ ਦੇਖਣਾ, ਫਿਰ ਆਪਾਂ ਵਾਤਾਵਰਨ ਨੂੰ ਜਦੋਂ ਦੇਖਿਆ ਵੀ ਇੰਨਾ ਵਾਤਾਵਰਨ ਸਾਡਾ ਪ੍ਰਦੂਸ਼ਿਤ ਹੋ ਰਿਹਾ, ਤਾਂ ਉਹਦੇ ਬਾਰੇ ਬਸ ਮੇਰੇ ਜਿੰਨੇ ਵੀ ਭਖਦੇ ਮਸਲੇ ਸੀ ਉਹਨਾਂ ਤੇ ਬਸ ਮੇਰੀ ਕਲਮ ਸ਼ੁਰੂ। ਪਹਿਲਾਂ ਤੇ ਔਰਤਾਂ ਬਾਰੇ, ਕਿਉਂਕਿ ਔਰਤਾਂ ਨਾਲ 2.5 ਦਹਾਕਿਆਂ ਤੋਂ ਮੈਂ ਕੰਮ ਕਰ ਰਹੀ ਹਾਂ, ਔਰਤਾਂ ਦੇ ਮੈਂ ਬਹੁਤ ਲੇਖ ਲਿਖੇ। ਉਹਦੇ ਵਿੱਚ ਜਿਵੇਂ ਕਿ ਹੈਗਾ ਵੀ ਤਲਾਕ ਔਰਤ ਲਈ ਆਜ਼ਾਦੀ ਦਾ ਖਾਨਾ ਬਰਬਾਦੀ, ਔਰਤ ਦੀ ਦੁਸ਼ਮਣ ਕੌਣ ਕਿਉਂ ਹੈ, ਔਰ ਔਰਤ ਦੀ ਦਸ਼ਾ ਦਿਸ਼ਾ ਤੇ ਚੁਣੌਤੀਆਂ, ਆਪਣਾ ਔਰਤ ਪਤੀ ਪਤਨੀ ਤੇ ਤਕਰਾਰ ਕਿਉਂ, ਏਦਾਂ ਦੇ ਜਿਹੜੇ ਬਹੁਤ ਸਾਰੇ ਮੇਰੇ ਨੇ ਔਰਤ ਨਾਲ ਜੁੜੇ ਨੇ। ਫਿਰ ਮੈਂ ਐਜੂਕੇਸ਼ਨ ਸਿੱਖਿਆ ਵਿੱਚ ਮੈਂ ਟੀਚਿੰਗ ਪ੍ਰੋਫੈਸ਼ਨ ਸੀ, ਉਹਦੇ ਵਿੱਚ ਸਾਡੀਆਂ ਕਿੰਨੀਆਂ ਕਮੀਆਂ ਨੇ, ਕੀ ਹੋਣਾ ਚਾਹੀਦਾ, ਟੀਚਰ ਦੀਆਂ ਕੀ ਡਿਊਟੀਆਂ ਨੇ, ਉਹਨਾਂ ਨੂੰ ਕੀ ਪੜ੍ਹਾਉਣਾ ਚਾਹੀਦਾ, ਸਿਲੇਬਸ ਕਿੱਦਾਂ ਦੇ ਹੋਣੇ ਚਾਹੀਦੇ, ਸਾਡੀਆਂ ਪ੍ਰੀਖਿਆਵਾਂ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ, ਉੱਦਾਂ ਦੇ ਮੈਂ ਲੇਖ ਲਿਖਣੇ ਸ਼ੁਰੂ ਕਰਤੇ। ਕਿਉਂਕਿ ਮੈਂ ਇੱਕ ਭਾਰਤ ਜਨ ਗਿਆਨ ਵਿਗਿਆਨ ਜਥਾ ਨਾਲ ਕੰਮ ਕਰ ਰਹੀ ਹਾਂ, ਉਹ ਪ੍ਰਦੂਸ਼ਣ ਤੇ ਹੈ।
ਵਾਤਾਵਰਨ ਦੀ ਸੰਭਾਲ ਤੇ। ਫਿਰ ਉਹਦੇ ਬਾਰੇ ਮੈਂ ਬਹੁਤ ਸਾਰੇ ਲੇਖ ਲਿਖੇ ਵੀ ਸਾਡਾ ਵੱਧ ਰਿਹਾ ਪ੍ਰਦੂਸ਼ਣ ਕਿਉਂ ਹੈ, ਨਸ਼ਿਆਂ ਦੀ ਪ੍ਰੋਬਲਮ ਸਾਡੇ ਦੇਖੋ ਪੰਜਾਬ 'ਚ ਕਿੰਨਾ ਨਸ਼ਾ ਆ ਚੁੱਕਿਆ, ਧੁੱਖ ਦੇ ਬਾਲਣ ਵਾਂਗ ਨਾ ਥਕਾਓ ਜ਼ਿੰਦਗੀ। ਇਦਾਂ ਦੇ ਮੈਂ ਬਹੁਤ ਸਾਰੇ ਆਰਟੀਕਲ ਜਿਹੜੇ ਨੇ ਕਰੰਟ ਮਸਲਿਆਂ ਬਾਰੇ ਲਿਖੇ। ਔਰ ਵਾਤਾਵਰਨ ਦੇ ਨਾਲ ਜੁੜੇ ਮੇਰੇ 4 ਆਰਟੀਕਲ ਕਰੋ ਤੇ ਸਿੱਖੋ 9ਵੀਂ 10ਵੀਂ ਦੇ ਸਿਲੇਬਸ ਵਿੱਚ ਲੱਗੇ ਹੋਏ ਨੇ, ਜਿਹੜੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਵੀ ਲੱਗੇ, ਔਰ ਉਹ ਜਿਹੜੇ ਆਪਣੇ ਨੇ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਜਿਹੜਾ ਹੈ CBSE, ਉਹਨਾਂ ਵਿੱਚ ਵੀ ਉਹ ਹਿੰਦੀ ਵਿੱਚ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਕੇ 9ਵੀਂ 10ਵੀਂ ਜਮਾਤ ਵਿੱਚ ਲੱਗੇ ਹੋਏ ਆ। ਸੋ ਆਰਟੀਕਲਸ ਜਦੋਂ ਮੇਰਾ ਮਤਲਬ ਇਹ ਮੂਡ ਦੀ ਗੱਲ ਹੈ, ਤੁਸੀਂ ਮੈਂ ਕਵਿਤਾ ਵੀ ਲਿਖ ਲੈਂਦੀ ਹਾਂ, ਮੈਂ ਗੀਤ ਵੀ ਲਿਖ ਲੈਂਦੀ ਹਾਂ, ਪਰ ਇਹ ਗੱਲ ਵੱਖਰੀ ਹੈ ਕਿ ਗਜ਼ਲ ਜਿਹੜਾ ਹੈ ਉਹ ਮੈਂ ਜ਼ਿਆਦਾ ਲਿਖਦੀ ਹਾਂ, ਮੈਂ ਲੇਖ ਵੀ ਲਿਖਦੀ ਹਾਂ। ਤੇ ਹੁਣ ਵੀ ਮੇਰੇ ਕੋਲ ਇੱਕ ਫਾਈਲ ਹੈਗੀ ਜਿਹੜੀ ਕਿ ਪੂਰੀ ਭਰੀ ਪਈ ਹੈ, ਜਿਹਦੇ ਨਾਲ ਕਿ ਮੇਰੀਆਂ ਉਹਦੇ 'ਚ ਕਿਤਾਬਾਂ 2 ਛਪ ਸਕਦੀਆਂ ਨੇ। ਤੇ ਇਸ ਕਰਕੇ ਮੈਂ ਗਜ਼ਲ ਇਹਨਾਂ ਨੂੰ ਲਿਖਣਾ ਸ਼ੁਰੂ ਕੀਤਾ ਹੈ। ਮੈਡਮ ਤੁਸੀਂ ਟ੍ਰਾਂਸਲੇਸ਼ਨ ਵੀ ਕੀਤਾ, ਤੁਸੀਂ ਕੁਝ ਕਹਾਣੀਆਂ ਟ੍ਰਾਂਸਲੇਸ਼ਨ ਕੀਤੀਆਂ। ਹਾਂਜੀ, ਮੈਂ ਟ੍ਰਾਂਸਲੇਟ ਕੀਤਾ ਹੈ ਅਵਦੇਸ਼ ਦੀਆਂ ਕਵਿਤਾਵਾਂ ਨੇ ਮੇਰੇ ਅਹਿਸਾਸ। ਤੇ ਉਹ ਦੇਖੋ ਮੇਰੇ ਕੋਲ ਉਹ ਅਵਦੇਸ਼ ਸਿੰਘ ਇੱਥੇ ਲੁਧਿਆਣੇ ਆਪਣੀ ਕਿਤਾਬ ਰਿਲੀਜ਼ ਕਰਵਾਉਣ ਆਏ। ਜਦੋਂ ਉਹਨਾਂ ਦੀ ਕਿਤਾਬ ਰਿਲੀਜ਼ ਕੀਤੀ, ਕਿਉਂਕਿ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਵੱਲੋਂ ਕਿਤਾਬਾਂ ਅਸੀਂ ਰਿਲੀਜ਼ ਕਰਦੇ ਹਾਂ, ਕੰਮ ਵੀ ਕਰਦੇ ਹਾਂ। ਤੋ ਜਦੋਂ ਮੈਂ ਉਹਨਾਂ ਦੀ ਕਿਤਾਬ ਰਿਲੀਜ਼ ਕੀਤੀ ਤਾਂ ਮੈਨੂੰ ਕਿਤਾਬ ਨੈਚੁਰਲੀ ਦੇ ਕੇ ਗਏ, ਔਰ ਜਾਂਦਿਆਂ ਮੈਨੂੰ ਕਹਿੰਦੇ ਨੇ ਕਿ ਮੈਡਮ ਜੀ ਅੱਛੀ ਲੱਗੇ ਤਾਂ ਇਹਦਾ ਅਨੁਵਾਦ ਕਰ ਦੇਣਾ। ਤੇ ਮੈਂ ਕਿਹਾ ਜੀ ਹਾਂ ਜ਼ਰੂਰ, ਪਰ ਮੈਂ ਵਾਅਦਾ ਨਹੀਂ ਕੀਤਾ ਸੀ। ਪਰ ਜਦੋਂ ਮੈਂ ਕਿਤਾਬ ਪੜ੍ਹੀ, ਮੈਨੂੰ ਉਹ ਕਵਿਤਾਵਾਂ ਇੰਨੀਆਂ ਅੱਛੀਆਂ ਲੱਗੀਆਂ, ਬਹੁਤ ਵਧੀਆ ਲੱਗੀਆਂ। ਉਹਦੇ ਵਿੱਚ ਵੀ ਸਾਡੀ ਮੰਡੀਕਰਨ ਜੋ ਹੋ ਰਿਹਾ ਹੈ, ਕਾਰਪੋਰੇਟ ਦੀ ਗੱਲ ਹੈ, ਪ੍ਰਦੂਸ਼ਣ ਦੀ ਗੱਲ ਹੈ, ਬਹੁਤ ਸੋਹਣੀਆਂ ਕਿਤਾਬਾਂ ਸਾਡੇ ਲਈ ਕੀ ਮਤਲਬ ਰੱਖਦੀਆਂ, ਕਿਤਾਬਾਂ ਬਾਰੇ ਬੜਾ ਸੋਹਣਾ ਮਤਲਬ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਸਨ ਮੈਨੂੰ ਇੰਨੀਆਂ ਅੱਛੀਆਂ ਲੱਗੀਆਂ ਕਿ ਮੈਂ ਉਹਨਾਂ ਦਾ ਅਨੁਵਾਦ ਕੀਤਾ, ਔਰ ਉਹ ਕਿਤਾਬ ਛਪੀ। ਔਰ ਉਹ ਬਹੁਤ ਖੁਸ਼ ਹੈ, ਕਿਉਂਕਿ ਜਿਹੜੀ ਚੀਜ਼ ਅੱਛੀ ਲੱਗਦੀ ਹੈ ਉਹ ਅਨੁਵਾਦ ਕਰਨਾ ਲਾਜ਼ਮੀ ਹੋ ਜਾਂਦਾ ਹੈ। ਇਸੇ ਤਰ੍ਹਾਂ ਮੈਂ ਆਪਣਾ ਸਾਡੀ ਸਿਹਤਮੰਦ ਪਰਿਵਾਰ, ਉਹਦੇ ਵਿੱਚ ਮੈਂ ਸੰਕਲਨ ਵੀ ਕੀਤਾ। ਸਾਨੂੰ ਅੱਜ ਸਾਡੀਆਂ ਨੈਤਿਕ ਕਦਰ ਕੀਮਤਾਂ ਬਹੁਤ ਜ਼ਿਆਦਾ ਨਿਘਾਰ ਆ ਰਿਹਾ ਹੈ, ਔਰ ਮੈਂ ਕਹਿੰਦੀ ਹਾਂ ਚੀਰਹਰਨ ਹੋ ਰਿਹਾ। ਸਾਡੇ ਜਿਹੜੇ ਹਾਸੇ ਨਕਲੀ ਨੇ, ਸਾਡੇ ਵਿਰਲਾਪਾਂ 'ਚ ਦਰਦ ਮੰਨਫੀ ਹੋ ਰਿਹਾ ਹੈ। ਅਸੀਂ ਉੱਪਰੋਂ ਕਿਸੇ ਨਾਲ ਦਰਦ ਦੁੱਖ ਸ਼ੋਅ ਕਰਦੇ ਹਾਂ, ਪਰ ਵਿੱਚੋਂ ਅਸੀਂ ਇੰਨਾ ਨਹੀਂ। ਉਹ ਪਹਿਲੇ ਵਾਲੇ ਰਿਸ਼ਤੇ ਜੋ ਪਕੀਜ਼ਗੀ ਵਾਲੇ ਪੱਕੇ ਪਿੱਡੇ ਦੇ ਰਿਸ਼ਤੇ ਖਤਮ ਹੋ ਰਹੇ ਨੇ। ਮੈਡਮ ਉਹ ਜਿਹੜਾ ਮੈਂ ਸੰਸਕਾਰ ਬਹੁਤ ਮੈਂ ਕਿਤਾਬ ਫਿਰ ਅਨੁਵਾਦ। ਠੀਕ ਹੈ। ਮਤਲਬ ਤੁਸੀਂ ਅਨੁਵਾਦ ਵੀ ਕੀਤੇ, ਔਰ ਤੁਸੀਂ ਲੋਰੀਆਂ ਤੇ ਵੀ ਕਿਤਾਬ ਲਿਖੀ। ਤੇ ਮੈਂ ਨਾ ਹੁਣੇ ਚੈਟ ਬਾਕਸ 'ਚ ਵੇਖਿਆ, ਮੈਂ ਜ਼ਰੂਰ ਸਾਂਝਾ ਕਰਨਾ ਚਾਹੂੰਗੀ ਕਿ ਤੁਹਾਡੇ ਪਰਿਵਾਰਕ ਮੈਂਬਰ ਨੇ ਇੱਕ ਨੇ ਲਿਖਿਆ ਹੈ ਕਿ ਆਈ ਐਮ ਸੋ ਪ੍ਰਾਊਡ ਆਫ ਮਾਈ ਸੁਪਰਸਟਾਰ ਮॉम, ਸ਼ੀ ਇਜ਼ ਮਾਈ ਰੋਲ ਮਾਡਲ, ਮਾਈ ਇੰਸਪੀਰੇਸ਼ਨ, ਲੱਕੀ ਟੂ ਬੀ ਹਰ ਪਾਰਟ, ਹਰ ਡਾਟਰ। ਤੇ ਇਹਦਾ ਮਤਲਬ ਤੁਸੀਂ ਸਿਰਫ ਇੱਕ ਸਮਾਜਿਕ ਤੌਰ ਤੇ ਨਹੀਂ, ਤੁਸੀਂ ਪਰਿਵਾਰਕ ਤੌਰ ਤੇ ਵੀ ਇੱਕ ਸੁਪਰਸਟਾਰ ਆਪਣੇ ਬੱਚਿਆਂ ਵਾਸਤੇ ਉਹ ਰੋਲ ਮਾਡਲ ਹੋ। ਤਾਂ ਮੈਨੂੰ ਲੱਗਦਾ ਇੱਕ ਔਰਤ ਲਈ ਇਸ ਤੋਂ ਵੱਡਾ ਅਹੁਦਾ ਨਹੀਂ, ਕੋਈ ਬੱਚੇ ਉਹਨੂੰ ਰੋਲ ਮਾਡਲ ਮੰਨਦੇ ਆ। ਤਾਂ ਤੁਹਾਡੇ ਲਈ ਮੈਡਮ ਸਾਡੇ ਸਾਰਿਆਂ ਵੱਲੋਂ ਤਾੜੀਆਂ ਬਹੁਤ, ਕਿ ਤੁਸੀਂ ਜ਼ਿੰਦਗੀ ਦੀ ਬਾਜ਼ੀ ਜਿਹੜੀ ਆ ਬੜੀ ਖੂਬਸੂਰਤੀ ਨਾਲ ਜਿੱਤੀ ਹੈ, ਤੇ ਤੁਸੀਂ ਹਰ ਸੰਘਰਸ਼ 'ਚ ਕੁਠਾਲੀ 'ਚ ਹੋਰ ਨਿਖਰ ਕੇ ਸਾਹਮਣੇ ਆਏ ਹੋ। ਤੇ ਤੁਹਾਡਾ ਇੱਕ ਸ਼ੇਅਰ ਵੀ ਆ, ਮੈਂ ਕਹਾਂਗੀ ਕਿ ਤੁਸੀਂ ਇੱਕ ਸ਼ੇਅਰ ਬੜੇ ਅੱਛਾ ਲਿਖਿਆ ਸੀ, ਰੋਜ਼ ਇੱਕ ਹੰਝੂ ਉਹਦੇ ਕਦਮਾਂ ਤੇ ਮੈਂ ਧਰਿਆ ਕਰਾਂ, ਇਸ ਤਰ੍ਹਾਂ ਸੁੱਕੇ ਹੋਏ ਬਿਰਖ ਨੂੰ ਮੈਂ ਹਰਿਆ ਕਰਾਂ, ਵੇਖ ਕੇ ਝੁੱਗੀਆਂ ਦਾ ਹਨੇਰਾ ਇਹੀ ਖਾਹਿਸ਼ ਹੈ ਮੇਰੀ, ਮੈਂ ਵੀ ਕੋਛਰ ਬਣ ਕੇ ਜੁਗ ਨੂੰ ਰੋਸ਼ਨੀ ਕਰਿਆ ਕਰਾਂ। ਮੈਂ ਰਿਪੀਟ ਕਰਨਾ ਚਾਹਾਂਗੀ, ਰੋਜ਼ ਇੱਕ ਹੰਝੂ ਉਹਦੇ ਕਦਮਾਂ ਤੇ ਮੈਂ ਧਰਿਆ ਕਰਾਂ, ਰੋਜ਼ ਇੱਕ ਹੰਝੂ ਉਹਦੇ ਕਦਮਾਂ ਤੇ ਮੈਂ ਧਰਿਆ ਕਰਾਂ, ਇਸ ਤਰ੍ਹਾਂ ਸੁੱਕੇ ਹੋਏ ਇੱਕ ਬਿਰਖ ਨੂੰ ਹਰਿਆ ਕਰਾਂ, ਵੇਖ ਕੇ ਝੁੱਗੀਆਂ ਦਾ ਹਨੇਰਾ ਇਹੀ ਖਾਹਿਸ਼ ਹੈ ਮੇਰੀ, ਮੈਂ ਵੀ ਕੋਚਰ ਬਣ ਕੇ ਜੁਗ ਨੂੰ ਰੋਸ਼ਨੀ ਕਰਿਆ ਕਰਾਂ, ਮੈਂ ਵੀ ਕੋਚਰ ਬਣ ਕੇ ਜੁਗ ਨੂੰ ਰੋਸ਼ਨੀ ਕਰਿਆ ਕਰਾਂ। ਪਤਾ ਕੀ ਹੈ, ਕਿਉਂਕਿ ਮੈਂ ਜਿਹੜਾ ਕੰਮ ਬਹੁਤ ਕੀਤਾ ਹੈ ਪਲਸ ਪੋਲੀਓ 'ਚ, ਝੁੱਗੀਆਂ ਝੌਂਪੜੀਆਂ 'ਚ ਮੇਰਾ ਜਾਣਾ 1995 ਤੋਂ ਲੈ ਕੇ 2009 ਤੱਕ ਮੈਂ ਝੁੱਗੀਆਂ ਝੌਂਪੜੀਆਂ ਪਲਸ ਜਿਹੜੀ ਆਪਣਾ ਚਲੀਆਂ ਤੇ ਜੌਬ ਲਾ ਕੇ ਆਉਂਦੀ ਸੀ। NSS ਬੱਚਿਆਂ ਨੂੰ ਨਾਲ ਲੈ ਕੇ ਜਾਣਾ, ਉਹ ਝੁੱਗੀਆਂ ਦੇ ਮੈਂ ਉਹਨਾਂ ਦੇ ਰਹਿਣ ਸਹਿਣ ਦੇਖਣਾ ਬਹੁਤ ਕਰਨਾ। ਤੋਂ ਮੇਰਾ ਕਰਦਾ ਸੀ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਵੇਂ ਮੈਂ ਇਹਨਾਂ ਦੇ ਕੰਮ ਆਵਾਂ। ਇਸੇ ਤਰ੍ਹਾਂ ਸਾਖਰਤਾ ਮੁਹਿੰਮ ਦੇ ਵਿੱਚ ਵੀ ਮੈਂ ਝੁੱਗੀਆਂ ਝੌਂਪੜੀਆਂ ਜਿੱਥੇ ਗਈ ਉੱਥੇ ਮੈਂ ਜਿਹੜੇ ਸਾਡੇ ਅਨਪੜ੍ਹ ਬਾਲਕ ਬਜ਼ੁਰਗਾਂ ਦੇ ਲਈ ਬਹੁਤ ਕੀਤਾ। ਇਸ ਕਰਕੇ ਮੈਂ ਮਤਲਬ ਮੇਰਾ ਵਾਹ ਜਿਹੜਾ ਵਾਹ ਵਾਸਤਾ ਹੈ, ਮੈਡਮ ਅਮੀਰ ਗਰੀਬ ਪੜ੍ਹੇ ਲਿਖੇ ਅਨਪੜ੍ਹ ਸ਼ਹਿਰੀ ਪੇਂਡੂ ਘਰੇਲੂ ਕੰਮਕਾਜੀ ਹਰ ਇੱਕ ਤਰ੍ਹਾਂ ਦੇ ਲੋਕਾਂ ਦੇ ਨਾਲ ਪਿਆ ਹੈ। ਸੋ ਲੋਕਾਂ ਦੀਆਂ ਲੋੜਾਂ ਥੋੜਾਂ ਦੁਸ਼ਵਾਰੀਆਂ ਲਾਚਾਰੀਆਂ ਮੁਸ਼ਕਿਲਾਂ ਤਕਲੀਫਾਂ ਚੁਣੌਤੀਆਂ ਸਭ ਮੈਂ ਜਾਣਦੀ ਹਾਂ। ਔਰ ਦੂਜੀ ਗੱਲ ਇਹ ਵੀ ਹੈ ਕਿ ਮੇਰਾ ਬਚਪਨ ਜੋ ਹੈ ਉਹ ਬਹੁਤ ਸੰਘਰਸ਼ਮਈ ਰਿਹਾ ਹੈ।
तो मैं घर ਦੇ ਵਿੱਚ सब कुछ ਦੇਖਿਆ, ਇਸ ਲਈ ਮੈਨੂੰ ਮੇਰੀ ਚਾਹਤ ਹੈ ਕਿ ਜਿੰਨਾ ਅਖੀਰ ਤੱਕ ਮੈਂ ਕਿਸੇ ਦੇ ਕੰਮ ਆ ਸਕਾਂ, ਕਿਸੇ ਤਰ੍ਹਾਂ ਵੀ ਮਦਦ ਕਰ ਸਕਾਂ, ਤੇ ਕੋਸ਼ਿਸ਼ ਕਰ ਰਹੀ ਹਾਂ। ਤੇ ਲਿਖਤਾਂ ਵਿੱਚ ਵੀ ਮੇਰਾ ਇਹੀ ਹੈ। ਬਹੁਤ ਬਹੁਤ ਖੂਬ ਮੈਡਮ, ਔਰ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਪੰਜਾਬੀ ਸਾਹਿਤ ਲਈ ਤੇ ਪੰਜਾਬੀ ਸਮਾਜ ਸੱਭਿਆਚਾਰ ਦੀ ਸੇਵਾ ਕਰਦੇ ਰਹੋ, ਤੇ ਭਵਿੱਖ ਦੀਆਂ ਕੋਈ ਯੋਜਨਾਵਾਂ ਹੋਣ ਜਿਹੜੀਆਂ ਤੁਹਾਨੂੰ ਇੱਕ ਸ਼ਾਹਕਾਰ ਕੋਈ ਲਿਖਣ ਵਾਲਾ ਰਹਿ ਤਾਂ ਨਹੀਂ ਗਿਆ ਵੀ ਲੱਗਾ ਆਹ ਚੀਜ਼ ਤੇ ਮੈਂ ਲਿਖਣੀ ਹੈ, ਮੈਨੂੰ ਸਮਾਂ ਚਾਹੀਦਾ? ਨਹੀਂ, ਮੈਂ ਇਹ ਕਹਿੰਦੀ ਹਾਂ ਕਿ ਜ਼ਿੰਦਗੀ ਵਿੱਚ ਕੋਈ ਵੀ ਪਰਫੈਕਟ ਨਹੀਂ ਹੈ। ਮੈਂ ਅਜੇ ਬਹੁਤ ਕੁਝ ਲਿਖਣਾ ਚਾਹੁੰਦੀ ਹਾਂ, ਇਸ ਤੋਂ ਵੀ ਹੋਰ ਵਧੀਆ। ਇੱਕ ਤਾਂ ਮੈਂ ਤਾਂ ਕਹਿੰਦੀ ਹਾਂ ਕਿ ਮੈਂ ਤਾਂ ਵੀ ਕਹਿੰਦੀ ਅਜੇ ਮੈਂ ਹੋਰ ਲਿਖਣਾ ਹੈ। ਇਹ ਸਮਝਾ ਕੇ ਵਾਪਸ ਤੋਰ ਦੇਣਾ ਹੈ ਕਜ਼ਾ ਤਾਈਂ, ਕਜ਼ਾ ਹੁੰਦੀ ਮੌਤ। ਤਾਂ ਮੈਂ ਤਾਂ ਚਾਹੂੰਗੀ ਕਿ ਜਿੰਨੀ ਕਿ ਮੇਰੀ ਜ਼ਿੰਦਗੀ ਹੈ ਉਹ ਮੈਂ ਵੱਧ ਤੋਂ ਵੱਧ ਕੰਮ ਕਰਾਂ। ਯੋਜਨਾਵਾਂ ਮੇਰੀ ਇਹੀ ਨੇ ਕਿ ਜਿਹੜਾ ਮੇਰਾ ਅਨਪਬਲਿਸ਼ਡ ਮੈਟਰ ਹੈ, ਕਿਉਂਕਿ ਮੈਂ ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਨੇ ਜਿਹਦਾ ਜ਼ਿਕਰ ਸ਼ਾਇਦ ਨਹੀਂ ਮੈਂ ਕਰ ਸਕੀ, ਔਰ ਦੂਰਦਰਸ਼ਨ ਤੇ ਬਹੁਤ ਕਥਾ ਵਿੱਚ ਮੈਂ ਕਹਾਣੀਆਂ ਵੀ ਸੁਣਾਉਂਦੀ ਰਹੀਆਂ ਬੱਚਿਆਂ ਦੀਆਂ। ਇਸ ਤੋਂ ਇਲਾਵਾ ਮੈਂ ਨਾਟਕ ਵੀ 2 ਲਿਖੇ, ਇੱਕ ਰਜਨੀ ਧਰਤੀ ਮਾਂ ਦੀ ਪੁਕਾਰ, ਜਿਹੜੇ ਕਿ ਲੁਧਿਆਣਾ ਇਪਟਾ ਵੱਲੋਂ ਪ੍ਰਦੀਪ ਸ਼ਰਮਾ ਦੀ ਨਿਰਦੇਸ਼ਨਾ ਹੇਠ ਉਹ ਘੱਟ ਤੋਂ ਘੱਟ 100 ਤੋਂ ਉੱਪਰ ਵਾਰ ਖੇਡਿਆ ਗਿਆ। तो मैं चाहती हाँ कि ਜਿਹੜੀਆਂ ਮੇਰੀਆਂ ਧਾਰਮਿਕ ਕਵਿਤਾਵਾਂ ਮੈਂ ਦੇਸ਼ ਵਿੱਚ ਜਾ ਕੇ ਆਪਣੀਆਂ ਧਾਰਮਿਕ ਕਵਿਤਾਵਾਂ ਕਵੀ ਦਰਬਾਰਾਂ ਵਿੱਚ ਧਾਰਮਿਕ ਇਤਿਹਾਸਕ ਗੁਰਦੁਆਰਿਆਂ ਵਿੱਚ ਵੀ ਸੁਣਾਉਂਦੀਆਂ, ਹੁਣ ਵੀ ਸੁਣਾਉਂਦੀਆਂ, ਤੇ ਇਸ ਕਰਕੇ ਉਹ ਵੀ ਮੇਰੀ ਅਨਪਬਲਿਸ਼ਡ ਹੈ। ਤੇ ਮੈਂ ਚਾਹੁੰਦੀ ਹਾਂ ਕਿ ਜਿਹੜਾ ਮੇਰੀ ਯੋਜਨਾ ਹੈ ਕਿ ਇਹ ਵੀ ਮੇਰਾ ਕੰਪਲੀਟ ਹੋ ਜਾਏ। ਪਰ ਕਿਉਂਕਿ ਬਹੁਤ ਸਾਰੇ ਮੇਰੇ ਕੰਮ ਰੁਝੇਵੇਂ ਨੇ, ਪੰਜਾਬੀ ਸਾਹਿਤ ਅਕੈਡਮੀ ਦੇ ਨਾਲ ਰੁਝੇਵਾਂ ਹੈ। ਪੰਜਾਬੀ ਸਾਹਿਤ ਅਕੈਡਮੀ 'ਚ ਜਿਵੇਂ ਮੈਂ ਪਹਿਲਾਂ ਬਹੁਤ ਚਿਰ ਤੋਂ ਦਾ ਵੀ ਪ੍ਰਬੰਧਕੀ ਬੋਰਡ ਦੀ ਮੈਂਬਰ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਦੀ ਰਹੀ, ਫਿਰ ਮੈਂ ਉੱਥੋਂ ਦੀ ਵਾਈਸ ਪ੍ਰੈਜ਼ੀਡੈਂਟ ਵੀ ਬਣੀ, ਤੇ ਉਸ ਤੋਂ ਬਾਅਦ ਹੁਣ ਅੱਜ ਕੱਲ੍ਹ ਮੈਂ ਸੈਕਟਰੀ ਹਾਂ, ਔਰ ਹਫ਼ਤੇ 'ਚ 3 ਦਿਨ ਤਾਂ ਮੈਂ ਉੱਥੇ ਪੰਜਾਬੀ ਸਾਹਿਤ ਅਕੈਡਮੀ ਜਾਂਦੀ ਹਾਂ। ਔਰ ਬਹੁਤ ਸਾਡੇ ਸਾਹਿਤਕ ਪ੍ਰੋਗਰਾਮ ਨੇ, ਕਿਉਂਕਿ 77 ਮੈਂ ਸਾਹਿਤਕ ਸਰਗਰਮੀਆਂ ਦੀਆਂ, ਤੇ ਉਹ ਵੀ ਪ੍ਰੋਗਰਾਮ ਕਰਨੇ ਪੈਂਦੇ ਨੇ। ਜਦੋਂ ਅਸੀਂ ਕਿਸੇ ਦੀ ਕਿਤਾਬ ਰਿਲੀਜ਼ ਕਰਦੇ ਹਾਂ ਉਹਨਾਂ ਬਾਰੇ ਬੋਲਣਾ, ਉਹਨਾਂ ਦੇ ਬਾਰੇ ਪੇਪਰ ਪੜ੍ਹਨਾ, ਉਹ ਵੀ ਤਿਆਰੀ ਨਾਲ ਨਾਲ ਚੱਲਦੀ ਰਹਿੰਦੀ। ਬਸ ਮੇਰੀ ਤਾਂ ਇਹੀ ਹੈ ਕਿ ਇਹੀ ਯੋਜਨਾ ਹੈ ਕਿ ਜੋ ਵੀ ਯੋਜਨਾ ਵਾਹਿਗੁਰੂ ਮੇਰੀ ਬਣਾਵੇ, ਬਸ ਉਹ ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ, ਉਹਨਾਂ ਦੇ ਵਿਕਾਸ ਲਈ, ਪ੍ਰਫੁੱਲਤਾ ਲਈ, ਪ੍ਰਚਾਰ ਲਈ ਬਸ ਮੇਰੀਆਂ ਯੋਜਨਾਵਾਂ ਬਣਨ। ਕਿਉਂਕਿ ਮੇਰੇ ਬੱਚੇ ਬਹੁਤ ਵਧੀਆ ਨੇ, ਉਹ ਮੇਰੇ ਖੰਭ ਨੇ, ਉਹ ਮੈਨੂੰ ਸਮਝਦੇ ਅਗਨ ਜਿਹੜੇ ਗਗਨ ਦੇ ਵਿੱਚ ਮੇਰੇ ਉਡਾਰੀ ਪੰਦੀ ਅੱਜ ਖੰਭ ਨੇ। ਔਰ ਮੇਰੇ 3 ਬੱਚੇ, 2 ਬੱਚੇ ਇੰਜੀਨੀਅਰ ਨੇ, ਇਲੈਕਟ੍ਰੋਨਿਕਸ ਇੰਜੀਨੀਅਰ ਤੇ ਦੂਜਾ ਕੰਪਿਊਟਰ ਇੰਜੀਨੀਅਰ। ਬੇਟੀ ਵੀ ਮੇਰੀ ਪ੍ਰੋਫੈਸਰ ਪ੍ਰਿੰਸੀਪਲ ਵੀ ਰਹੀ ਹੈ MSc ਜ਼ੂਲॉजी ਕਰਕੇ। ਸੋ ਬੱਚੇ ਵੈਲ ਸੈਟਲਡ ਨੇ, ਵੈਰੀ ਵੈਲ ਸੈਟਲਡ। ਔਰ ਬੱਚੇ ਅੱਜ ਵੀ ਮੇਰੇ ਪਹਿਲੇ ਸਰੋਤੇ ਨੇ, ਮੇਰੇ ਹਸਬੈਂਡ ਮੇਰੀ ਕਵਿਤਾ ਦੇ, ਮੇਰਾ ਜੋ ਵੀ ਲਿਖਦੀਆਂ ਪਹਿਲੇ ਸਰੋਤੇ ਬੰਦੇ ਨੇ। ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਇਹਨਾਂ ਦਾ ਸਹਿਯੋਗ ਵੀ ਮੈਨੂੰ ਮਿਲਦਾ ਰਹੇ, ਔਰ ਸਭ ਤੋਂ ਜ਼ਿਆਦਾ ਤੁਹਾਡੇ ਸਾਰਿਆਂ ਦਾ, ਕਿ ਤੁਹਾਡੇ ਵਰਗੇ ਲੋਕਾਂ ਦੇ ਨਾਲ ਤੋਂ ਵੀ ਮੈਂ ਬਹੁਤ ਕੁਝ ਸਿੱਖਦੀ ਹਾਂ ਮੈਡਮ। ਅੱਜ ਵੀ ਮੈਂ ਰਿੰਟੂ ਭਾਟੀਆ ਜੀ ਤੁਹਾਡੇ ਕੋਲੋਂ, ਆਪਣਾ ਰਮਿੰਦਰ ਅੰਮੀ ਜੀ ਬੋਲ ਰਹੇ ਸਨ, ਤੇ ਸਾਰਿਆਂ ਕੋਲੋਂ ਮੈਂ ਕੁਛ ਨਾ ਕੁਛ ਸਿੱਖਿਆ ਤੇ ਹੋਰ ਵੀ ਸਿੱਖਾਂਗੀ। ਬਸ ਮੈਂ ਜਿੱਥੇ ਵੀ ਜਾਂਦੀ ਹਾਂ, ਆਈ ਐਮ ਆਲਵੇਜ਼ ਅ ਸਟੂਡੈਂਟ। ਮੈਂ ਸੋਚਦੀ ਹਾਂ ਮੈਂ ਵਿਦਿਆਰਥਣ ਹਾਂ, ਔਰ ਵਿਦਿਆਰਥਣ ਰਹਾਂਗੀ। ਇਸ ਤੋਂ ਵੱਧ ਹੋਰ ਵਾਹਿਗੁਰੂ ਲਿਖਾਏਗਾ, ਕਿਉਂਕਿ ਅਜੇ ਮੈਂ ਸ਼ਾਹਕਾਰ ਰਚਨਾ ਜੋ ਮੈਂ ਚਾਹੁੰਦੀ ਹਾਂ ਉਹ ਸ਼ਾਇਦ ਹਲੇ ਬਹੁਤ ਪਿੱਛੇ ਹੋਵਾਂਗੀ। ਮੈਡਮ ਤੁਹਾਨੂੰ ਬਹੁਤ ਸਾਰਾ ਪਿਆਰ ਭੇਜ ਰਹੇ ਆ ਸਾਡੇ ਸਰੋਤੇ, ਤੇ ਉਹ ਪਿਆਰ ਕਬੂਲ ਕਰਿਓ। ਜਿੰਨੇ ਵੀ ਸਾਡੇ ਸਰੋਤੇ ਨੇ ਸਾਰਿਆਂ ਨੇ ਤੁਹਾਡੇ ਲਈ ਬਹੁਤ ਅੱਛੇ ਗਜ਼ਲ ਤੇ ਮੈਂ ਆਪਣੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਵਧੀਆ ਕਮੈਂਟਸ ਦੇ ਕੇ ਮੈਨੂੰ ਨਿਵਾਜਿਆ, ਔਰ ਇਸ ਪ੍ਰੋਗਰਾਮ ਨੂੰ ਲਗਾਤਾਰ ਉਹ ਸੁਣ ਰਹੇ ਸਨ, ਤੇ ਬਹੁਤ ਉਹਨਾਂ ਦਾ ਧੰਨਵਾਦ। ਤੇ ਦਿਲੋਂ ਬਹੁਤ 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 ਸ਼ੁਕਰੀਆ। ਨੋ ਵਰਡ ਟੂ ਐਕਸਟੈਂਡ ਮਾਈ ਥੈਂਕਸ। ਅਸੀਂ ਤੁਹਾਨੂੰ ਅਜੇ ਜਾਣ ਨਹੀਂ ਦੇਣਾ, ਅਸੀਂ ਤੁਹਾਡੇ ਕੋਲ ਗਜ਼ਲ ਸੁਣਨੀ ਆ। ਮੈਂ ਉਨੀ ਦੇ ਦਰਸ਼ਕਾਂ ਨੂੰ ਇੱਕ ਰਮਿੰਦਰ ਰੰਮੀ ਜੀ ਮੈਡਮ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਜਿਹੜਾ ਸਾਡਾ ਇਹ ਮੰਚ ਆ ਉਹਨੂੰ ਹੋਰ ਵਿਸ਼ਾਲ ਕੀਤਾ, ਅਸੀਂ ਉਹਦਾ ਥੋੜਾ ਜਿਹਾ ਇੱਕ ਝਾਤ ਪਾਈਏ। ਉਹਨਾਂ ਨੇ ਇਸ ਮੰਚ ਨੂੰ ਇੱਕ ਸਾਹਿਤਕ ਤੌਰ ਤੇ ਜਿਹੜਾ ਕਾਵਿਕ ਜਿਹੜੀ ਇੱਕ ਉਡਾਨ ਹੈ ਇਹਦੀ ਹੋਰ ਭਰਨ ਲਈ ਸਾਨੂੰ ਤਿਆਰ ਕੀਤਾ। ਤੇ ਇਹਨਾਂ ਨੇ ਮੈਡਮ ਨੇ ਸਾਨੂੰ ਇੱਕ ਮੈਗਜ਼ੀਨ ਜਿਹੜੀ ਆ ਈ ਮੈਗਜ਼ੀਨ ਉਹ ਸ਼ੁਰੂ ਕੀਤੀ ਹੈ, ਇਹ ਜਿਹਨੂੰ ਕਿ ਮੈਡਮ ਸਰਬਜੀਤ ਸੋਲ ਰਸਮੀ ਤੌਰ ਤੇ ਫੇਸਬੁੱਕ ਤੇ ਰਿਲੀਜ਼ ਉਹਨਾਂ ਨੇ ਕੀਤਾ ਹੈ। ਕਿਉਂਕਿ ਈ ਮੈਗਜ਼ੀਨ ਅੱਜ ਕੱਲ੍ਹ ਅਸੀਂ ਉਸਨੂੰ ਆਪਣੇ ਹੱਥਾਂ 'ਚ ਲੈ ਕੇ ਬੇਸ਼ੱਕ ਨਹੀਂ ਪੜ੍ਹ ਨਹੀਂ ਸਕਦੇ, ਪਰ ਅਸੀਂ ਆਪਣੇ ਫੋਨ ਤੇ ਆਪਣੇ ਲੈਪਟਾਪ ਤੇ ਜ਼ਰੂਰ ਪੜ੍ਹਦੇ ਹਾਂ। ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਹ ਤੁਹਾਡੇ ਨਾਲ ਉਸ ਦੀ ਇੱਕ ਝਲਕ ਤੁਹਾਨੂੰ ਦਿਖਾਵਾਂ। ਉਨੀ ਦੇਰ ਤੁਸੀਂ ਆਪਣੀ ਗਜ਼ਲ ਜਾਰੀ ਰੱਖੋ, ਮੈਂ ਉਹ ਲੱਭ ਕੇ ਲੈ ਕੇ ਆਉਂਦੀ ਹਾਂ। ਜੀ ਜੀ ਮੈਂ ਅਪ੍ਰੈਲ ਮਹੀਨੇ ਦੇ ਵੀ ਆ ਜਾਣੇ ਈ ਮੈਗਜ਼ੀਨ। ਹਾਂਜੀ ਜੀ ਮੈਡਮ ਬਹੁਤ ਵਧੀਆ ਲੱਗ ਰਿਹਾ ਗੁਰਕਰਨ ਕੌਰ ਕੋਚਰ ਜੀ। ਮੈਂ ਇੱਕ ਰਿਕੁਐਸਟ, ਮੇਰੀ ਇੱਕ ਰਿਕੁਐਸਟ ਹੈ, ਇੱਕ ਫਰਮਾਇਸ਼ ਹੈ। ਨਹੀਂ ਹੁਕਮ ਕਰੋ। ਨਹੀਂ ਫਰਮਾਇਸ਼ ਹੈ ਕਿ ਜਦੋਂ ਵੀ ਅੱਖੀਆਂ ਦੇ ਨਾਲ ਗੱਲ ਹੋਈ, ਮੈਂ ਸਾਰੀ ਦੀ ਸਾਰੀ ਗਜ਼ਲ ਹੋਈ, ਉਹ ਵਾਲੀ ਗਜ਼ਲ ਜ਼ਰੂਰ ਸੁਣਾਇਓ ਪਲੀਜ਼। ਅੱਛਾ ਜੀ, ਚਲੋ ਮੈਂ ਉਹ ਕਰ ਲੈਂਦੀ ਹਾਂ ਪਹਿਲਾਂ।
ਇੱਕ ਮਿੰਟ ਪਤਾ ਮੈਂ ਨਹੀਂ। ਤੁਹਾਨੂੰ ਯਾਦ, ਤੁਸੀਂ ਸੁਣਾ ਦਿਓ ਰਿੰਟੂ ਜੀ। ਹਾਂਜੀ ਹਾਂਜੀ ਕੋਈ ਗੱਲ ਨਹੀਂ, ਮੈਂ ਸੁਣਾ ਦਿੰਦੀ ਹਾਂ। ਮੈਡਮ ਬਸ ਇੱਕ ਮਿੰਟ ਲੱਗੇਗਾ। ਅੱਜ ਉਹਨਾਂ ਦਾ ਦਿਨ ਹੈ, ਅੱਜ ਅਸੀਂ ਉਹਨਾਂ ਕੋਲੋਂ ਉਹਨਾਂ ਤੋਂ ਸੁਣਨਾ। ਸੁਣਨਾ। ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਸੀ ਅਸੀਂ ਇਹਨਾਂ ਦਾ। ਨਹੀਂ ਪਹਿਲਾਂ ਮੈਂ ਸੋਚਿਆ ਸੀ ਵੀ ਇਹ ਸੁਣਾਓਗੇ, ਫਿਰ ਮੈਂ ਕਿਹਾ ਇਹ ਪਹਿਲਾਂ ਦੀ ਗਜ਼ਲ ਲਿਖੀ ਹੋਈ ਹੈ, ਚਲੋ ਇਹ ਨਹੀਂ ਸੁਣਾਉਂਦੀ। ਚਲੋ ਪਹਿਲਾਂ ਵਾਲੀ ਇਹਦੀ ਚੰਗੀ ਹੈ। ਦੇਖੋ ਨਾ, ਉਹ ਗੱਲ ਤੇ ਉੱਥੇ ਆ ਜਾਂਦੀ ਨਾ ਕਿ ਪਹਿਲੇ ਵਾਲੀ ਜਿਹੜੀ ਚੀਜ਼ ਹੁੰਦੀ ਹੈ ਉਹ ਤੇ ਗੋਲਡ ਹੈ। ਅੱਛਾ ਗੱਲ ਸੁਣੋ, ਤੁਹਾਡੇ ਕੋਲ ਹੈ ਗਜ਼ਲ? ਮੈਂ ਵੈਸੇ ਸੁਣਾਉਂਦੀ ਹਾਂ, ਕੋਈ ਸ਼ੇਅਰ ਭੁੱਲ ਜਾਵਾਂ। ਰਿੰਟੂ ਕੋਲ ਹੋਏਗੀ, ਕਰ ਦਿੰਦੀ ਹਾਂ, ਤੁਹਾਨੂੰ ਯਾਦ ਆ ਜਾਏਗਾ। ਮੈਂ ਸ਼ੁਰੂ ਕਰ ਦਿੰਦੀ ਹਾਂ। ਹਾਂਜੀ ਮੈਂ ਸ਼ੁਰੂ ਕਰਦੀ ਹਾਂ, ਨਹੀਂ ਸ਼ੁਰੂ ਕਰਦੀ ਹਾਂ, ਵਿੱਚੋਂ ਦੱਸ ਦੇਣਾ। ਇਹ ਗਜ਼ਲ ਦਾ ਮਸਲਾ ਹੈ, ਜਦੋਂ ਵੀ ਅੱਖੀਆਂ ਦੇ ਨਾਲ ਗੱਲ ਹੋਈ, ਜਦੋਂ ਵੀ ਅੱਖੀਆਂ ਦੇ ਨਾਲ ਗੱਲ ਹੋਈ, ਮੈਂ ਸਿਰ ਤੋਂ ਪੈਰ ਤੀਕਰ ਸਾਰੀ ਦੀ ਸਾਰੀ ਗਜ਼ਲ ਹੋਈ। ਜਦੋਂ ਵੀ ਅੱਖੀਆਂ ਦੇ ਨਾਲ ਗੱਲ ਹੋਈ, ਮੈਂ ਸਿਰ ਤੋਂ ਪੈਰ ਤੀਕਰ ਸਾਰੀ ਦੀ ਸਾਰੀ ਗਜ਼ਲ ਹੋਈ। ਕਲਮ ਚੁੱਪ ਹੋ ਗਈ ਜਦ ਪਿੱਠ ਤੇਰੀ ਮੇਰੇ ਵੱਲ ਹੋਈ, ਕਲਮ ਚੁੱਪ ਹੋ ਗਈ ਪਿੱਠ ਤੇਰੀ ਮੇਰੇ ਵੱਲ ਹੋਈ, ਤੈਨੂੰ ਤੱਕਦੇ ਹੀ ਉਤਰੇ ਸ਼ੇਰ ਤੇ ਪੂਰੀ ਗਜ਼ਲ ਹੋਈ। ਤੇ ਸ਼ੇਰ ਹੈ, ਜਦੋਂ ਵੀ ਸਾਹਮਣਾ ਹੋਇਆ ਅਸੀਂ ਦੋਵੇਂ ਬਣੇ ਪੱਥਰ, ਜਦੋਂ ਵੀ ਸਾਹਮਣਾ ਹੋਇਆ ਅਸੀਂ ਦੋਵੇਂ ਬਣੇ ਪੱਥਰ, ਨਾ ਤੇਰੇ ਤੋਂ ਹੀ ਗੱਲ ਹੋਈ ਨਾ ਮੇਰੇ ਤੋਂ ਹੀ ਗੱਲ ਹੋਈ। ਜਦੋਂ ਵੀ ਸਾਹਮਣਾ ਹੋਇਆ ਅਸੀਂ ਦੋਵੇਂ ਬਣੇ ਪੱਥਰ, ਨਾ ਤੇਰੇ ਤੋਂ ਹੀ ਗੱਲ ਹੋਈ ਨਾ ਮੇਰੇ ਤੋਂ ਹੀ ਗੱਲ ਹੋਈ। ਮੈਂ ਲੰਘੀ ਬਾਗ ਵਿੱਚੋਂ ਤਾਂ ਮੈਨੂੰ ਲੱਗਿਆ ਕਿ ਮੈਂ ਫੁੱਲ ਹਾਂ, ਮੈਂ ਲੰਘੀ ਬਾਗ ਵਿੱਚੋਂ ਤਾਂ ਮੈਨੂੰ ਲੱਗਿਆ ਕਿ ਮੈਂ ਫੁੱਲ ਹਾਂ। ਮੈਂ ਲੰਘੀ ਝੀਲ ਦੇ ਕੋਲੋਂ ਤਾਂ ਸੱਚਮੁੱਚ ਹੀ ਕਮਲ ਹੋਈ। ਤੂੰ ਕਹਿੰਦਾ ਸੈਂ, ਤੂੰ ਸ਼ੇਰ ਦੇਖਣਾ, ਤੂੰ ਕਹਿੰਦਾ ਸੈਂ ਮੈਂ ਸੂਰਜ ਹਾਂ ਤੇ ਤੈਨੂੰ ਪਿਆਰ ਕਰਦਾ ਹਾਂ। ਤੂੰ ਕਹਿੰਦਾ ਸੈਂ ਮੈਂ ਸੂਰਜ ਹਾਂ ਤੇ ਤੈਨੂੰ ਪਿਆਰ ਕਰਦਾ ਹਾਂ। ਮੈਂ ਠਰਦੀ ਰਹਿ ਗਈ ਤੈਥੋਂ ਕਿਰਨ ਇੱਕ ਵੀ ਨਾ ਕਲ ਹੋਈ। ਤੂੰ ਕਹਿੰਦਾ ਸੈਂ ਮੈਂ ਸੂਰਜ ਹਾਂ ਤੇ ਤੈਨੂੰ ਪਿਆਰ ਕਰਦਾ ਹਾਂ। ਮੈਂ ਠਰਦੀ ਰਹਿ ਗਈ ਤੈਥੋਂ ਕਿਰਨ ਇੱਕ ਵੀ ਨਾ ਕਲ ਹੋਈ। ਮਕਤਾ ਹੈ, ਤੂੰ ਪਿਛਲੇ ਜਨਮ ਵਿੱਚ ਇੱਕ ਬਰਫ਼ ਦੀ ਹੀ ਸਿਲ ਸੈ ਐ ਕੁਛ, ਤੂੰ ਪਿਛਲੇ ਜਨਮ ਵਿੱਚ ਇੱਕ ਬਰਫ਼ ਦੀ ਹੀ ਸਿਲ ਸੈ ਕੁਛ, ਤੂੰ ਸੂਰਜ ਕੋਲ ਆਈ ਤੇ ਪਿਘਲ ਕੇ ਗੰਗਾ ਜਲ ਹੋਈ। ਵਾਹ ਜੀ ਵਾਹ, ਬਹੁਤ ਵਧੀਆ। ਜ਼ਬਾਨੀ ਯਾਦ ਆ ਗਈ। ਜੋ ਮੈਡਮ ਤੁਹਾਡੀ ਰਵਾਨਗੀ ਹੈ ਨਾ, ਜੋ ਲਫ਼ਜ਼ਾਂ ਦੀ, ਤੁਸੀਂ ਉਹ ਪਤਾ ਨੀ ਲਫ਼ਜ਼ ਤੁਹਾਡੇ ਨਾਲ ਇੰਨਾ ਪਿਆਰ ਕਰਦੇ ਆ ਨਾ ਕਿ ਤੁਹਾਡੇ ਕੋਲ ਟੁੱਕ ਕੇ ਬਹਿੰਦੇ ਆ ਤੁਹਾਡੇ ਕੋਲ ਕਿ ਮੈਨੂੰ ਚੁਣ ਲੈ, ਮੈਨੂੰ ਚੁਣ ਲੈ। ਬਹੁਤ ਸੋਹਣਾ ਕੁਲਜੀਤ ਜੀ, ਬਹੁਤ ਸੋਹਣਾ। ਦੇਖੋ ਇਹੀ 올ਡ ਇਜ਼ 골ਡ ਦੀ ਸ਼ਾਨ ਹੈ ਕਿ ਦੇਖਿਆ ਮੈਡਮ ਕਹਿੰਦੇ ਸੀ ਮੈਨੂੰ ਭੁੱਲ ਗਈ ਹੈ, ਪਰ ਗੋਲਡਨ ਵਰਡਸ ਇਹਨਾਂ ਦੇ ਗਜ਼ਲ ਸੁਣਾਤੀ ਹੈ। ਤੇ ਅਸੀਂ ਮੈਡਮ ਇਹ ਜਿਹੜੀਆਂ ਸਾਡੀਆਂ ਸਾਹਿਤਕ ਸਾਂਝਾਂ ਦਾ ਜਿਹੜਾ ਮੰਚ ਬਣਿਆ ਹੈ, ਮੈਡਮ ਨੇ ਬਹੁਤ ਇਹਦੇ ਚ ਅਸੀਂ ਰਵਿੰਦਰ ਰੰਮੀ ਮੈਡਮ ਦਾ ਹੌਸਲਾ, ਉਹਨਾਂ ਦੀ ਜਿਹੜੀ ਇੱਕ ਕਦਮ ਪੁੱਟਿਆ ਉਹਨਾਂ ਨੇ ਇੱਕ ਨਵਾਂ, ਉਹਨੂੰ ਜੀ ਆਇਆਂ ਕਹਿੰਦੇ ਆ। ਤੇ ਸਾਡੇ ਸਾਹਮਣੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦਾ ਜਿਹੜਾ ਮੈਗਜ਼ੀਨ ਸਾਡੇ ਕੋਲ ਸਾਹਮਣੇ ਆ, ਬਹੁਤ ਉਹਦਾ ਕਵਿਤਾਵਾਂ ਇਹਦੇ ਵਿੱਚ ਸ਼ਾਮਲ ਨੇ। ਨਾਰੀ ਨੂੰ ਸਮਰਪਿਤ ਹੈ। ਤਾਲੀਆਂ ਨਾਲ ਸਵਾਗਤ ਕਰਦੀ ਹਾਂ। ਅਸੀਂ ਸਵਾਗਤ ਕਰਦੇ ਹਾਂ ਤੇ ਨਾਲ ਇਸ ਨਾਲ ਬਹੁਤ ਮੈਡਮ ਬਹੁਤ ਵਧਾਈਆਂ। ਰੀਅਲੀ ਯੂ ਆਰ ਗ੍ਰੇਟ। ਇੰਨਾ ਕੰਮ ਕਰ ਰਹੇ ਹੋ ਨਾ ਤੁਸੀਂ, ਮੇਰੇ ਕੋਲ ਤਾਂ ਅਲਫਾਜ਼ ਨਹੀਂ ਹੈ ਤੁਹਾਡੀ ਮੈਂ ਸਿਫਤ ਕਰ ਸਕਾਂ, ਕਿਉਂਕਿ ਸੱਚੀ ਕਰਕੇ ਦਿਨ ਰਾਤ ਲੱਗੇ ਹੋਏ ਆ। ਪ੍ਰਮਾਤਮਾ ਕਹੇ ਤੁਹਾਡੀਆਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਹੋਰ ਬੁਲੰਦੀਆਂ ਨੂੰ ਚੁਵੇ, ਤੁਹਾਡੇ ਮੈਗਜ਼ੀਨ ਤੇ ਤੁਹਾਡੀਆਂ ਹਾਰਡ ਕਾਪੀਆਂ ਵੀ ਆਉਣ ਅੱਗੋਂ ਤੋਂ। ਹਾਂ ਬਹੁਤ ਵਧੀਆ ਜੀ ਮੈਡਮ। ਅਸੀਂ ਇਹ ਦੇਖੋ ਬਹੁਤ ਸਾਰੀਆਂ ਕਲਮਾਂ ਨੂੰ ਜਗ੍ਹਾ ਮਿਲੀ ਹੈ ਤੇ ਅਸੀਂ ਬਹੁਤ ਵਧੀਆ ਅਸੀਂ ਸਵਾਗਤ ਕਰਦੇ ਹਾਂ। ਬਹੁਤ ਸੋਹਣਾ ਦੇਖੋ, ਬਣਿਆ ਵੀ ਛਪਿਆ ਵੀ ਬਹੁਤ ਸੋਹਣਾ, ਛਪਾਈ ਬਹੁਤ ਵਧੀਆ, ਸੈਟਿੰਗ ਬਹੁਤ ਵਧੀਆ। everything is very fine, everything is very fine। ਹਾਂਜੀ ਮੈਡਮ, ਚਲੋ ਅਸੀਂ ਮੁਬਾਰਕਬਾਦ ਦਿੰਦੇ ਹਾਂ। ਤੇ ਹੁਣ ਮੈਂ ਰਮੀ ਮੈਡਮ ਨੂੰ ਅੱਗੇ ਇਹਨਾਂ ਤੋਂ ਆਗਿਆ ਲਵਾਂਗੀ ਕਿ ਤੁਸੀਂ ਅਗਲਾ ਪ੍ਰੋਗਰਾਮ ਜਿਹੜਾ ਮੈਡਮ ਤੁਸੀਂ ਦੱਸੋ, ਅਸੀਂ ਕਿਵੇਂ ਅੱਗੇ ਨੂੰ ਡਾਇਰੈਕਸ਼ਨ ਦੇਣੀ ਹੈ ਪ੍ਰੋਗਰਾਮ ਨੂੰ, ਤੁਹਾਡੇ ਹੱਥ। ਨਹੀਂ ਤੁਸੀਂ ਦੇਖੋ, ਗੱਲਬਾਤ ਰਹਿੰਦੀ ਹੈ ਤੇ ਕਰੋ, ਸਾਡਾ ਤਾਂ ਦਿਲ ਕਰਦਾ ਕਿ ਸੁਣੀ ਜਾਈਏ ਇਹਨਾਂ ਨੂੰ ਜੇ ਹੋਰ। ਨਹੀਂ ਤੇ ਬਾਕੀ ਸਾਰਿਆਂ ਨੂੰ ਤੇ ਨਹੀਂ ਅਸੀਂ ਕਹਿੰਦੇ। ਮੈਂ ਗਜ਼ਲਾਂ ਸੁਣਾ ਸਕਦੀ ਹਾਂ, ਕੋਈ ਕੁਐਸਚਨ ਪੁੱਛੋ ਦੱਸ ਮੈਡਮ। ਪ੍ਰਸ਼ਨਾਂ ਦੇ ਘੇਰੇ ਚ ਨਹੀਂ ਮੈਡਮ ਨੂੰ, ਅਸੀਂ ਤਾਂ ਇੰਜੋਏ ਕਰਨਾ ਚਾਹੁੰਦੇ ਮੈਡਮ ਤੁਹਾਡੀਆਂ ਗਜ਼ਲਾਂ ਨੂੰ, ਕਿਉਂਕਿ ਪ੍ਰਸ਼ਨ ਸਾਡੇ ਜਿਹੜੇ ਆ ਅਸੀਂ ਉਸ ਤਰ੍ਹਾਂ ਸੰਜੀਦਗੀ ਦਾ ਇਸ ਤਰ੍ਹਾਂ ਦਾ ਨਹੀਂ ਸਾਡਾ ਕੁਛ ਵੀ। ਬਲਜੀਤ ਰਿਆੜ ਥੋੜੇ ਸਾਹਿਤਕ ਪੱਖ ਤੋਂ ਕੋਈ ਗੱਲ ਕਰਨਾ ਚਾਹਣ, ਬਲਜੀਤ ਰਿਆੜ ਸਾਹਿਤਕ ਪੱਖ ਤੋਂ ਤੁਸੀਂ ਮੈਡਮ ਨਾਲ ਕੋਈ ਸੰਵਾਦ ਕਰਨਾ ਚਾਹੁੰਦੇ ਆ ਤਾਂ ਤੁਸੀਂ ਕਰੋ ਜ਼ਰੂਰ। ਬਾਕੀ
ਸਤਿੰਦਰ ਕਾਲੂ ਜੀ ਹੈ तो कर लेंगे जी ते हाजरीन वेलकम आवाज आ रही जी मैम? हाँ बिल्कुल आ रही बहुत सोहनी बहुत बाकमाल प्रोग्राम हमेशा की तरह मेरे गुरु प्रोफैसर कुलजीत जी ते मैडम जिन्होंने सजदा है हमेशा ही क्योंकि मैनू गुरभजन गिल का एक शेर याद आ रहा सी कि वड्डा बंदा केड़ा हुंदा है वड्डा कौन हुंदा है तां उन्होंने लिखा है कि वड्डा वो हुंदा है जो अपने कोल बैठे बंदे नू कदे भी ये एहसास ना होने देवे कि वो वड्डा है। तो मैडम कोचर दा पूरा जीवन मैनू इंज लगता है कि इतिहास है एक वेखो किवें वो जिहड़ी साडे इतिहास की एक अहम घटना है वो कड़ी दे विच किवें इन्हां दा परिवार जिहड़ा है उस कड़ी दे नाल जुड़िया होया है ते इन्हां ने परिवारिक तौर ते वो आर्थिक संकट भी हंडाया समाजिक तौर ते भी और ਸਾਹਿਤਿਕ तौर ते ये किवें इन्हां नूं गुरती मिली ਸਾਹਿਤ दी और उस गुरती नूं अज तक ये किवें वंड रहे ने समाज दे विच ये मैनूं लगदा है कि इन्हां दा बहुत वड्डापन है। मैं एक छोटी जी गल तुहाडे नाल निजी तौर ते शेयर करना चाहांगी कि जदों मैं पहली बार साहित्य अकादमी दी मैंबर बनी तां मैडम होरां दा मैनूं फोन आया शायद इन्हां नूं याद नहीं होएगा क्योंकि इन्हां ने रूटीन च जिवें लोकां नाल गल करदे ने उवें कीती होएगी अज तो मैं कोई 5-6 साल पहलां दी गल कर रही हां तां इन्हां दी आवाज़ ने मैनूं बहुत मुतासर कीता ते मैं पहली बार उदों वोट देनी सीगी ते मैनूं जिन्हां ने वोट देण लई कहा उन्हां ने मैनूं इंज कहा जदों मैं उन्हां नूं पुछया भी किन्हां नूं आपां चुनना है इन्ने मैंबर्स ने सारे अहुदेदारियां ने ਉਹ ਕਹਿੰਦੇ जी एक वोट ते गुरचरण कौर कोचर नूं जरूर पाउणी ਕਹਿੰਦੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਕੰਮ ਕੀਤੇ ਨੇ ਬਹੁਤ ਵਧੀਆ ਸ਼ਖਸੀਅਤ ਨੇ ਤੇ ਸਾਹਿਤ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਸੋ ਮੈਡਮ ਮੈਂ ਜਦੋਂ ਇਹ ਵੋਟ ਪਾਈ ਸੀ ਤੇ ਪਹਿਲੀ ਵੋਟ ਮੈਂ ਤੁਹਾਨੂੰ ਪਾਈ ਸੀ ਅਕਾਦਮੀ बहुत थैंक यू ਹਾਂਜੀ ਤੁਹਾਡੀ ਫੈਨ ਆ ਔਰ ਤੁਹਾਡੇ ਨਾਲ ਇੰਜ ਰਸਮੀ ਤੌਰ ਤੇ ਕਦੇ ਮੁਲਾਕਾਤ ਨਹੀਂ ਹੋਈ ਨਾ ਹੀ ਅਸੀਂ ਕਦੇ ਮਿਲ ਸਕੇ ਆ ਲੁਧਿਆਣੇ ਆਇਓ ਲੁਧਿਆਣੇ ਬੁਲਾਉਂਗੇ ਤੇ ਇੱਕ ਦੋ ਵਾਰ ਫੋਨ ਤੇ ਆਪਣੀ ਗੱਲਬਾਤ ਹੋਈ ਸੋ ਮੈਂ ਤੁਹਾਡੀ ਨਿੱਜੀ ਤੌਰ ਤੇ ਮੈਨੂੰ ਇੰਜ ਲੱਗਦਾ ਹੈ ਕਿ ਜਦੋਂ ਇੱਕ ਔਰਤ ਤਰੱਕੀ ਕਰਦੀ ਹੈ ਨਾ ਤਾਂ ਸਮਾਜ ਜਿਹੜਾ ਹੈ ਨਾ ਸਾਡਾ ਜਿਹੜਾ ਦ੍ਰਿਸ਼ਟੀਕੋਣ ਜਿਵੇਂ ਤੁਸੀਂ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਸੀ ਕਿ ਕੁੜੀਆਂ ਨੂੰ ਪੜਾਉਣ ਦੇ ਹੱਕ ਵਿੱਚ ਨਹੀਂ ਸਾਡਾ ਸਮਾਜ ਸੀ ਉਸ ਵਕਤ ਵੀ ਤੇ ਅੱਜ ਵੀ ਭਾਵੇਂ ਅਸੀਂ 21ਵੀਂ ਸਦੀ ਵਿੱਚ ਗਲੋਬਲਾਈਜੇਸ਼ਨ ਦੀਆਂ ਗੱਲਾਂ ਕਰ ਰਹੇ ਹਾਂ ਪਰ ਸਾਡੀ ਮਾਨਸਿਕਤਾ ਬਹੁਤੀ ਬਦਲੀ ਨਹੀਂ ਬਿਲਕੁਲ ਸਹੀ ਹੈ ਜੀ ਜਦੋਂ ਔਰਤ ਤਰੱਕੀ ਕਰਦੀ ਹੈ ਤੇ ਕਈ ਤਰ੍ਹਾਂ ਦੇ ਫੋਕਲੋਰ ਜੁੜ ਜਾਂਦੇ ਨੇ ਉਹਦੇ ਨਾਲ ਪਰ ਤੁਹਾਡੀ ਜਿਹੜੀ ਪਰਸਨੈਲਿਟੀ ਹੈ ਮੈਡਮ ਤੁਹਾਡੀ ਜਿਹੜੀ ਸ਼ਖਸੀਅਤ ਹੈ ਉਹ ਉਹਨਾਂ ਔਰਤਾਂ ਲਈ ਚਾਨਣ ਮੁਨਾਰਾ ਹੈ ਚੰਦ ਕੁ ਔਰਤਾਂ ਨੇ ਸਮਾਜ ਦੇ ਵਿੱਚ ਜਿਨ੍ਹਾਂ ਨੇ ਇਹ ਦਿਖਾ ਦਿੱਤਾ ਕਿ ਸੀੜੀਆਂ ਉਹਨੇ ਮੁਬਾਰਕ ਜਿਹਨੇ ਛੱਤ पे जाना है सीढ़ियां उन्हें मुबारक जिन्हें छत पे जाना है हमें आसमान पे जाना है रास्ता खुद बनाना बहुत तो उन्हां शख्सियतां विचों एक गुरचरण कौर कोचर जी ने और मैडम मेरा ते हमेशा तुहानूं सल्यूट है मैं निजी तौर ते महसूस कर रही सी कि तुसीं किन्ना काम कीता है जदों मैं तुहानूं सुन रही सी ते मैं दुआ करांगी कि वाहिगुरू इसे तरह तुहानूं हिम्मत बख्शे सेहत याब रहो तुसीं हमेशा काम करते रहो सेहत देंदे रहो ते तुहाड़ियां मिठियां मिठियां प्यारियां प्यारियां गल्लां असीं हमेशा सुनते रहिए साडा साहित्यिक क्षेत्र है वो भी हमेशा अमीर हुंदा रहे मैडम मेरी दिली दुआ है मेरे ਵੱਲੋਂ ਬਹੁਤ ਥੈਂਕ ਯੂ ਬਲਜੀਤ ਜੀ ਅਸੀਂ ਡਾਕਟਰ ਸਰਜੀਤ ਕੌਰ ਸੋਲ ਜੀ ਨੂੰ ਜੀ ਆਇਆਂ ਕਹਿੰਦੇ ਆ ਸਾਡੇ ਵਿੱਚ ਆ ਗਏ ਨੇ ਮੇਰੇ ਵੱਲੋਂ ਬਲਜੀਤ ਮੈਡਮ ਨੂੰ ਢੇਰ ਸਾਰਾ ਪਿਆਰ ਅਸੀਸਾਂ ਆਸ਼ੀਰਵਾਦ ਮੈਨੂੰ ਬਹੁਤ ਚੰਗਾ ਲੱਗਿਆ ਬਸ ਇਸ ਤਰ੍ਹਾਂ ਮੈਨੂੰ ਤੁਹਾਡੀਆਂ ਬੱਚਿਆਂ ਦਾ ਪਿਆਰ ਮਿਲਦਾ ਰਹੇ ਮੈਂ ਆਪਣਾ ਠੀਕ ਰਹੂੰਗੀ ਬਹੁਤ ਵਧੀਆ ਮੈਨੂੰ ਡਾਕਟਰ ਸਰਜੀਤ ਸੋਹਲ ਤੇ ਡਾਕਟਰ ਗੁਰਚਰਨ ਕੋਚਰ ਜੀ ਦਾ ਬਹੁਤ ਸਪੋਰਟ ਹੈ ਸ਼ੁਰੂ ਤੋਂ ਜਦੋਂ ਦੀ ਸਾਡੀ ਮੇਲ ਮੁਲਾਕਾਤ ਹੋਈ ਬਾਕੀ ਸਾਰੇ ਦੋਸਤ ਹੈਗੇ ਤੁਸੀਂ जी रविंदर जी मैं सारे हो तुसी रिंटू मैडम कुछ कह रहे जी कुलजीत जी मैं चाहनी हां कि अंजू अमनदीप जरूर कुछ ना कुछ आज जेड़ा प्रोग्राम अनम्यूट करो मैं दसना चाहांगी कि अंजू मैनू बहुत खुशी है कि मेरी अंजू
ਇਹ ਵਿਰਾਸਤ ਨੂੰ ਸੰਭਾਲ ਲਈ ਹੈ, ਉਹਨੇ ਲਿਖਣਾ ਸ਼ੁਰੂ ਕਰ ਦਿੱਤਾ। तो मैनू आज बड़ी खुशी है कि मेरी बेटी दस्ते मान महसूस हो रहा कि मेरी बेटी ने बहुत सोहनिया गजलां लिखण लग गई अभी। ਉਹ ਤੁਹਾਡੇ ਅੰਦਾਜ਼ 'ਚ ਪੇਸ਼ ਵੀ ਕਰਦੀ, ਮੈਂ ਸੁਣਿਆ ਬਹੁਤ ਸੋਹਣਾ। ਹਾਂ, ਮੈਂ ਚਾਹਨੀ ਆ ਕਿ ਉਹ ਕੁਝ ਨਾ ਕੁਝ ਜ਼ਰੂਰ ਕਹਿਣ। जी, थैंक यू सो मच रिंटू भाटिया जी। मैं बहुत ही धन्नवादी हाँ पंजाब साहित्य अकेडमी दी प्रधान डॉक्टर सरबजीत सोहल जी जो साडे विच शामिल हो चुके ने, उन्हां दी ते साहित्यिक अंतरराष्ट्रीय साहित्यिक सांझा दी प्रबंधक डॉक्टर रमिंदर वालिया जी दी, कि जिन्हां ने इन्ना वधिया प्रोग्राम शुरू किया। और जिहड़ा है वो ते मेरी माँ है। खैर माँ ते हर बच्चे नूं कहंदे आ बहुत प्यारी लगदी है, ठीक है, लेकिन मैं दसना चाहांगी माँ तो पहला मतलब माँ ते माँ है ही है, लेकिन वो मेरी स्कूल विच टीचर भी रही। मैं उन्हां दी क्लास च पढ़दी सी और मैनूं याद है वो कदे मैनूं अपनी बेटी नहीं सी समझदे, होर स्टूडेंट्स की तरह ट्रीट करदे सी। जदों मैं टेस्ट च मार्क्स कदे घट आने तो मैनूं वो टीचर दी डांट भी पैंदी सी, भावें बाद चों घरे आके वो प्यार मिल जांदा सी, पर स्कूल चों टीचर भी सी मेरे। बट वो स्कूल दे टीचर दे नाल नाल हमेशा ही वो मेरी गुरु रही, भावें वो जिंदगी विच किवें विचरना है, सौरे परिवार च जाके किवें वरतना है, जॉब नूं किवें हैंडल करना है। आई मीन मैं बहुत करियर कॉन्शियस लड़की सी। जदों मैं अपनी MSc करके आई तो उस तो बाद मैनूं गवर्नमेंट कॉलेज लुधियाना च लेक्चरर दी जॉब मिली। बट जदों मेरे पेरेंट्स ने जिवें कि लड़की वड्डी हुंदी है रिश्ता देखिया जांदा है, तो जदों मेरे हसबैंड नूं सिलेक्ट किया तो वो सेंट्रल गवर्नमेंट जॉब च सी ते मैं स्टेट गवर्नमेंट सी, मेरी ट्रांसफर नहीं सी हो सकती। तो मैं उस चीज़ नूं एक्सेप्ट नहीं किया कि मैं अपना मतलब जॉब क्विट करा। बट मेरी माँ ने मैनूं कहा कि अगर जीवन साथी वधिया मिल रहा है ना बेटा, नौकरियां तो अगर तेरे च हुनर होएगा, टैलेंट होएगा तो नौकरी आपे तेरे को आ जाएगी, बट जीवन साथी वधिया नहीं मिलता। तो उन्होंने मैनू मतलब बहुत समझाया और मैं उन्होंने डिसीजन की रिस्पैक्ट की, मैं अपनी जॉब छोड़ी। बट मैनू कदे भी उस चीज़ का रिग्रेट नहीं होया। हालांकि मैं दिल्ली गई, मैं B.Ed की, मैं फिर गवर्नमेंट जॉब ली दिल्ली जाके, एंड अगेन हुण 15 साल बाद मैं फिर जॉब क्विट करती क्योंकि मेरे हसबैंड की ट्रांसफर चंडीगढ़ हो गई, उन्होंने प्रमोशन हुई है। वो इस टाइम NIFT जो मिनिस्ट्री ऑफ टैक्सटाइल्स का कॉलेज है वो डायरैक्टर ने। बट लेकिन मैनू हमेशा मेरी माँ ने हर डिसीजन मैनू वो कहते ने चानन मुनारा रहे, राह दसेरा रहे। उन्होंने मैनू बहुत चीज़ां जिंदगी चो दित्तियां जिदे करके मैनू लगता है कि अज मैं जो हाँ मैं उन्होंने दे दसे रस्तियां ते चल रही हाँ। मैं उन्होंने वर्गी कदे भी नहीं बन सकती, लेकिन मैं कहनी अगर मैं थोड़ा जिहा भी उन्होंने वर्गी हो जावांगी, मैं सोचांगी मैं जिंदगी च बहुत कुछ पा लिया। बहुत खूब, बहुत I mean, she is a wonderful mother, awesome teacher, awesome writer, loving and caring wife. She is perfect in her every role. वो अपने हर रोल च बहुत परफेक्ट ने। उन्होंने जिंदगी च अगर थोड़ी जी मतलब जदों मैनू लगता सी कि शायद लाइफ च मेरे कुछ मिसिंग है, मैं कुछ करना चाहनी हूँ जो नहीं कर पा रही हूँ, लेकिन मैं समझ नहीं सी पा रही क्योंकि मैं कदे राइटर नू और इस फील्ड नू मम्मा नाल मैं पंजाबी भवन जांदी सी, उन्हां नू ड्रॉप एंड पिक करदी सी करते, बट मैं कदे ਇਹ नहीं सी सोचा मैं इस पासे आऊंगी, या मैं कदे उन्ना वधिया इस चीज नू समझदी नहीं सी। मैं कहंदी सी ठीक है हर कोई लिख लैंदा है। आई मीन आई नेवर रियलाइज्ड कि लिखना भी बहुत वड्डी चीज है। बट मिसिंग चीज नू जदों मैं लिखना शुरू किया, मम्मी नू दिखाया, तो मैनू लगा कि यस दिस इज द थिंग जो मैं अपनी लाइफ च मिस कर रही सी, मैं करना चाहती सी, क्योंकि वो चीज मैनू उन्हां तो गुड़ती च मिली सी जिसनू कि मैं रियलाइज बहुत लेट किया। बट मैं उन्होंने दसे रस्तियां ते चल रही हाँ, मैं उन्होंने पैरों की धूड़ बन जावां मेरे लिए बहुत वड्डी गल होएगी। बहुत 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 खूब, बहुत खूब अंजू जी, बहुत बहुत सोहना बोलिया। ते मैं डॉक्टर सरबजीत कौर सोहल जी साडे नाल आ गए ने। ते रिंटू जी तो पहले ना राज मंदपुरिया ने कोई ते एक हैगे सी काफिर संदीप सिंह काफिर ते कौर जिन्हां दा लिखिया, इन्हां तिन्हां दी इंट्रोडक्शन पूछ लो कौन है, थोड़ा जिहा दसना। हां जी जरूर जी पूछने आ ਅਸੀਂ ਨਾ ਬਾਕੀ ਸਾਰੇ बहुत दिलों स्वागत करते हैं डॉक्टर सरबजीत कौर सोहल जी का। क्योंकि यह जिहड़ा प्रोग्राम सिरजना दे आर पार है, मैनूं लगदा पंजाब साहित्य अकैडमी दा जिहड़ा है बिल्कुल बहुत सहयोग है साडे नाल, ते इस करके जिहड़ा ये अज दा प्रोग्राम जिहड़ा असीं जिहड़ा कर रहे हैं सिरजना दे आर पार। जी संदीप सिंह काफर जी, तुसी कित्थों जी, तुसी अपनी इंट्रोडक्शन दिओ थोड़ा जिहा।
ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵੈਲਕਮ। ਤੇ ਮੈਂ ਪਹਿਲੀ ਵਾਰੀ ਅੱਜ ਇਸ ਗਰੁੱਪ ਦੇ ਵਿੱਚ, ਇਸ ਕਵੀ ਸੰਮੇਲਨ ਦੇ ਵਿੱਚ ਸ਼ਾਮਲ ਹੋਇਆ, ਪਰ ਬਹੁਤ ਵਧੀਆ ਲੱਗਿਆ। ਮੈਡਮ ਦੀ ਜਿਹੜੀ ਪਹਿਲੀ ਕਵਿਤਾ ਸੀ ਬਹੁਤ ਕਮਾਲ ਦੀ, ਪਰ ਮੈਂ ਆਪਣੇ ਬਾਰੇ ਤੁਹਾਨੂੰ ਥੋੜਾ ਜਿਹਾ ਮੈਂ ਦੱਸ ਦਿੰਦਾ। ਹਾਂਜੀ, ਕਿਹੜੇ ਗਰੁੱਪ ਚ ਤੁਸੀਂ ਲਿੰਕ ਲਿਆ? ਜਿਹੜਾ ਮੈਂ ਜੀ ਜਗਰਾਉਂ ਤੋਂ ਆ ਜੀ। ਲਿੰਕ ਕਿਹੜੇ ਗਰੁੱਪ ਚ ਮਿਲਿਆ? ਲਿੰਕ ਮੀਟਿੰਗ ਦਾ ਡਾਕਟਰ ਹਰਪ੍ਰੀਤ ਕੌਰ ਆ ਜੀ, ਠੀਕ ਹੈ, ਪ੍ਰੋਫੈਸਰ, ਉਹਨਾਂ ਨੇ ਮੈਨੂੰ ਦਿੱਤਾ ਸੀਗਾ। ਅਸੀਂ ਜਦੋਂ ਕਾਲਜ ਟਾਈਮ ਦੇ ਵਿੱਚ ਪੜ੍ਹਦੇ ਸੀ, ਉਹ ਸਾਨੂੰ ਬੁਲਾ ਲੈਂਦੇ ਸੀ। ਅਸੀਂ ਉਹਨਾਂ ਨਾਲ ਗੰਗਾ ਨਗਰ ਦੇ ਵਿੱਚ ਮੇਰੇ ਨਾਨਕੇ ਸੀ, ਉਧਰ ਕਵੀ ਸੰਮੇਲਨਾਂ ਦੇ ਵਿੱਚ ਸਾਨੂੰ ਨਾਲ ਲੈ ਜਾਂਦੇ ਸੀ, ਅਸੀਂ ਜਾਂਦੇ ਸੀਗੇ। ਠੀਕ ਹੈ। ਉਸ ਤੋਂ ਬਾਅਦ ਦੇ ਵਿੱਚ ਜ਼ਿੰਦਗੀ ਦੇ ਕੁਝ ਇਹੋ ਜਿਹੇ ਰੁਝੇਵੇਂ ਹੋਏ, ਲਿਖਦੇ ਤੇ ਰਹੇ, ਪਰ ਕਿਤੇ ਨਾ ਕਿਤੇ ਇਹਨਾਂ ਗਤੀਵਿਧੀਆਂ ਤੋਂ ਦੂਰ ਹੋ ਗਏ। ਤੁਸੀਂ ਇਸ ਤਰ੍ਹਾਂ ਆਪਣਾ ਨੰਬਰ ਵੀ ਜ਼ਰੂਰ ਸੈਂਡ ਕਰ ਦੇਣਾ, ਕਿਉਂਕਿ ਤੁਹਾਡਾ ਹੈ ਨਹੀਂ ਕਿਸੇ ਚ ਕੰਟੈਕਟ ਨਾ। ਜੀ ਮੈਂ ਕਰ ਦੂੰਗਾ ਜੀ, ਅੱਗੋਂ ਤੋਂ ਇਨਫਾਰਮ ਕਰ ਦਾਂਗੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਸ਼ਾਮਲ ਹੋਣ ਵਾਸਤੇ, ਬਹੁਤ ਸ਼ੁਕਰੀਆ ਜੀ। ਰਾਜ ਹੈ ਕਿ ਰਾਜ ਹੈ? ਰਾਜ ਮੰਦਪੁਰੀਆ। ਰਾਜ ਲਿਖਿਆ ਹੋਇਆ ਇਹਨਾਂ ਨੇ, ਕਿਉਂਕਿ ਮੰਦਪੁਰੀਆ, ਨਾਰ ਮੰਦਪੁਰੀਆ। ਮੰਦਪੁਰੀਆ, ਹਾਂਜੀ। ਜੀ ਤੁਸੀਂ ਆਪਣਾ ਥੋੜੀ ਜਿਹੀ ਇੰਟਰੋਡਕਸ਼ਨ ਦਿਓਗੇ? ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਬਹੁਤ ਵਧੀਆ ਸੀਗੀ ਅੱਜ ਦੀ ਇੰਟਰਵਿਊ ਕੋਚਰ ਭੈਣ ਜੀ ਦੀ। ਮੈਂ ਪਹਿਲੀ ਵਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਚ ਆਇਆ ਸੀਗਾ। ਮੈਂ ਬੇਸਿਕਲੀ ਅੰਮ੍ਰਿਤਸਰ ਤੋਂ ਹੀ ਬਿਲੋਂਗ ਕਰਦਾ ਮੈਂ। ਤੇ ਮੇਰੀ ਭੈਣ ਆਪਣੀ ਪਰਜਿੰਦਰ ਕੌਰ ਕਲੇਰ ਜੀ ਕੋਲੋਂ ਲਿੰਕ ਲਿਆ ਸੀਗਾ ਮੈਂ। ਕਿਉਂਕਿ ਅਨਨੋਨ ਹੋਣ ਤੇ ਹਾਂ ਥੋੜਾ ਜਿਹਾ ਹੁੰਦਾ ਕਿ ਕਿੱਥੋਂ ਲਿੰਕ ਮਿਲਿਆ ਤੇ ਕਿਵੇਂ ਥੋੜੀ ਇੰਟਰੋਡਕਸ਼ਨ। ਠੀਕ ਹੈ, ਓਕੇ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਜੀ। ਕੁਲਜੀਤ ਜੀ, ਹੁਣ ਆਪਾਂ ਡਾਕਟਰ ਸਰਬਜੀਤ ਕੌਰ ਸੋਹਲ ਜੀ ਅਸੀਂ ਉਹਨਾਂ ਨੂੰ ਸੁਣਨਾ ਚਾਹਾਂਗੇ ਜੀ। ਸਰਬਜੀਤ ਸੋਹਲ ਮੈਡਮ ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ, ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮੁੱਖ ਤੌਰ ਤੇ ਉਹਨਾਂ ਦੀ ਭੂਮਿਕਾ। ਸਰਬਜੀਤ ਸੋਹਲ ਜੀ, ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਕਿ ਪੁਖਤਾ ਬੋਲ ਨੇ ਉਹਨਾਂ ਦੇ, ਮਿੱਠਾ ਹਾਸਾ ਪੁਖਤਾ ਬੋਲ, ਉਹਨੇ ਸਾਡੇ ਸਰਬਜੀਤ ਸੋਹਲ। ਮੈਡਮ ਤੁਸੀਂ ਸਰਬਜੀਤ ਸੋਹਲ ਮੈਡਮ ਅੱਜ ਗੁਰਚਰਨ ਕੋਸ਼ਰ ਮੈਡਮ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਅਸੀਂ ਸਭ ਨੇ, ਤੇ ਅਸੀਂ ਚਾਹਾਂਗੇ ਕਿ ਤੁਸੀਂ ਵੀ ਕੁਝ ਗੱਲਾਂ ਇਸ ਮੁੱਦੇ ਤੇ ਮੈਡਮ ਗੁਰਚਰਨ ਕੋਸ਼ਰ ਦੇ ਬਾਰੇ ਚ ਜਾਂ ਤੁਸੀਂ ਸਾਹਿਤਕ ਸਾਂਝਾਂ ਦੇ ਬਾਰੇ ਜੋ ਵੀ ਤੁਹਾਡੇ ਮਨ ਚ ਵਿਚਾਰ ਹੋਣ ਤੁਸੀਂ ਸਾਂਝੇ ਕਰੋ। ਤੁਹਾਡਾ ਆਉਣਾ ਸਾਡੇ ਲਈ ਬੜਾ ਸੁਭਾਗਾ ਹੈ ਮੈਡਮ। ਬਿਲਕੁਲ ਜੀ, ਸ਼ੁਕਰੀਆ ਜੀ। ਮੈਂ ਇਸ ਵੇਲੇ ਕਿਤੇ ਬਾਹਰ ਆ, ਸੋ ਮੈਂ ਵੀਡੀਓ ਨਹੀਂ ਔਨ ਕਰ ਸਕਦੀ। ਸਾਹਿਤਕ ਸਾਂਝਾਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਪੰਜਾਬ ਸਾਹਿਤ ਅਕੈਡਮੀ ਦੀ ਕੋਲੈਬੋਰੇਸ਼ਨ ਦੇ ਨਾਲ ਹੋ ਰਿਹਾ ਹੈ, ਇਹ ਬਹੁਤ ਖੂਬਸੂਰਤ ਬਣਾ ਲਿਆ ਰਮਿੰਦਰ ਜੀ ਨੇ, ਰਿੰਕੂ ਜੀ ਨੇ। ਅੱਜ ਜਦੋਂ ਕੋਚਰ ਜੀ ਦੀ ਇੰਟਰਵਿਊ ਚੱਲ ਰਹੀ ਸੀ ਤਾਂ ਮੈਂ ਕਿਤੇ ਇਹੋ ਜਿਹੀ ਥਾਂ ਤੇ ਸੀ ਕਿ ਉਹ ਚੱਲ ਰਿਹਾ ਹੈਗਾ ਜਿਹੜਾ 2 ਦਿਨ ਦਾ ਪ੍ਰਗਤੀਸ਼ੀਲ ਲੇਖਕ ਮੰਚ ਦਾ ਨਾ। ਤੁਹਾਡੇ ਸਹਿਯੋਗ ਨਾਲ ਜ਼ਿਆਦਾ ਸੋਹਣਾ ਬਣਿਆ। ਉਹ ਅੰਮ੍ਰਿਤਸਰ ਦੇ ਵਿੱਚ ਚੱਲ ਰਿਹਾ ਹੈਗਾ, ਤੇ ਖਾਲਸਾ ਕਾਲਜ ਯੂਨੀਵਰਸਿਟੀ ਦੇ ਵਿੱਚ। ਤਾਂ ਫਿਰ ਉੱਥੇ ਅੱਜ ਅਸੀਂ ਬਿਜ਼ੀ ਸੀਗੇ 2 ਦਿਨ ਦੇ, ਤੇ ਉਹ ਵੀ ਪੰਜਾਬ ਸਾਹਿਤ ਅਕੈਡਮੀ ਨੇ ਉਹਦੇ ਵਿੱਚ ਆਪਣਾ ਸਹਿਯੋਗ ਪਾਇਆ, ਤੇ ਉਹਦੇ ਚ ਸਾਡੇ ਕੋਲੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਬਹੁਤ ਵੱਡੇ ਲੇਖਕ ਜਿਹੜੇ ਸੀ ਉਹਨਾਂ ਨੇ ਸ਼ਮੂਲੀਅਤ ਕੀਤੀ, ਔਰ ਉਹਦਾ ਵਿਸ਼ਾ ਸੀਗਾ ਜਲਿਆਂਵਾਲਾ ਬਾਗ ਪਾਸਟ ਐਂਡ ਪ੍ਰੈਜ਼ੈਂਟ। ਸੋ ਬੜਾ ਵਧੀਆ ਟੌਪਿਕ ਸੀ, ਜਿਹਦੇ ਕਰਕੇ ਫਿਰ 2 ਦਿਨ ਉੱਥੇ ਸੀ। ਤੇ ਹੁਣ ਮੈਂ ਸੁਣ ਰਹੀ ਸੀ ਤੁਹਾਨੂੰ ਕੋਚਰ ਜੀ ਨੂੰ ਗੱਲਾਂ ਕਰਦੇ, ਤੇ ਉਹ ਜਿਹੜੀਆਂ ਜਦੋਂ ਮੈਨੂੰ ਲੱਗਦਾ ਹੁੰਦਾ ਨਾ ਇੱਕ ਹਾਈਟ ਤੇ ਬੰਦਾ ਪਹੁੰਚ ਜਾਂਦਾ, ਇੱਕ ਸਟੇਟਸ ਤੇ ਪਹੁੰਚ ਜਾਂਦਾ, ਤੇ ਫਿਰ ਉਹਦੇ ਬਾਰੇ ਗੱਲ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਕੋਚਰ ਜੀ ਨੇ ਬਹੁਤ ਕੰਮ ਕੀਤਾ। ਮੈਨੂੰ ਲੱਗਦਾ ਕਿ 2 ਚੀਜ਼ਾਂ ਹੁੰਦੀਆਂ, ਹਾਰਡ ਵਰਕ ਤੇ ਕਨਸਟੈਂਟ ਹਾਰਡ ਵਰਕ। ਸੋ ਇਹਨਾਂ ਨੇ ਹਾਰਡ ਵਰਕ ਤਾਂ ਕੀਤਾ ਹੀ ਤੇ ਕਨਸਟੈਂਟਲੀ ਕੀਤਾ। ਕਈ ਵਾਰੀ ਆਪਾਂ ਮਿੱਥ ਕੇ ਕਰਦੇ ਹਾਂ ਕਿ ਆਹ ਚੀਜ਼ ਮਿਲੂਗੀ ਤਾਂ ਮੈਂ ਆਹ ਕਰਨਾ, ਆਹ ਮਿਲੂ ਤਾਂ ਮੈਂ ਆਹ ਕਰਨਾ, ਪਰ ਐਵੇਂ ਨਹੀਂ ਹੁੰਦਾ। ਬੰਦਾ ਜੇ ਸੁਭਾਅ ਦੇ ਵਿੱਚ ਕੰਮ ਕਰਨਾ ਤੇ ਮਿਹਨਤ ਕਰਨੀ ਜੇ ਉਹਦੇ ਸੁਭਾਅ 'ਚ ਸ਼ਾਮਲ ਹੋਵੇ ਤਾਂ ਚੀਜ਼ਾਂ ਆਪਣੇ ਆਪ ਉਹਦੇ ਵੱਲ ਤੁਰੀਆਂ ਆਉਂਦੀਆਂ ਨੇ। ਸੋ ਕੋਚਰ ਮੈਡਮ ਦਾ ਸਾਹਿਤਕ ਹਲਕਿਆਂ ਦੇ ਵਿੱਚ ਤੇ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮੁਕਾਮ ਹੈ, ਤੇ ਇਹੋ ਜਿਹੇ ਜਿਹੜੇ ਅਧਿਆਪਕ ਨੇ ਉਹ ਇੱਕ ਪਾਰਸ ਬਣ ਜਾਂਦੇ ਨੇ ਜਿਹਨੂੰ ਛੂਹ ਕੇ
ਜਿਹੜੇ ਲੋਹਾ ਰੂਪੀ ਵਿਦਿਆਰਥੀ ਨੇ ਉਹ ਵੀ ਸੋਨਾ ਬਣ ਜਾਂਦੇ ਨੇ। ਸੋ ਮੈਨੂੰ ਬੜੀ ਖੁਸ਼ੀ ਹੋਈ ਮੈਂ ਸੁਣਿਆ ਇਹਨਾਂ ਨੂੰ, ਔਰ ਕੋਸ਼ਿਸ਼ ਤਾਂ ਮੇਰੀ ਸੀ ਕਿ ਮੈਂ ਸਾਹਮਣੇ ਹੋ ਕੇ ਗੱਲਬਾਤ ਕਰਾਂ, ਪਰ ਤੁਸੀਂ ਬਹੁਤ ਦਿਲਚਸਪੀ ਨਾਲ ਔਰ ਸਵਾਲ ਵੀ ਬੜੇ ਸੋਹਣੇ ਪੁੱਛ ਰਹੇ ਸੀਗੇ। ਤੇ ਮੈਂ ਇੱਕ ਵਾਰੀ ਫੇਰ ਸਾਹਿਤਕ ਸਾਂਝਾ, ਰਵਿੰਦਰ ਜੀ, ਰਿੰਟੂ ਜੀ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਤੇ ਇਸੇ ਤਰ੍ਹਾਂ ਇਸੇ ਅੰਦਾਜ਼ ਦੇ ਵਿੱਚ ਖੂਬਸੂਰਤ ਪ੍ਰੋਗਰਾਮ ਪੇਸ਼ ਕਰਦੇ ਰਹੋ ਤੇ ਇਸੇ ਤਰ੍ਹਾਂ ਵਾਵਾ ਵੀ ਖੱਟਦੇ ਰਹੋ। ਤੇ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਨਾ ਸੋਹਜ, ਸਹਿਜ ਤੇ ਜੇ ਨਾਲ ਤੁਹਾਡੇ ਲਿਖਤ ਹੋਵੇ ਤਾਂ ਤੁਹਾਨੂੰ ਜ਼ਿੰਦਗੀ ਸੁਖਾਵੀਂ ਲੱਗਦੀ ਹੈ। ਬਾਹਰ ਜੋ ਮਰਜ਼ੀ ਹੋਈ ਜੇ, ਬੰਦਾ ਆਪਣੇ ਮਨ ਦੇ ਸਕੂਨ 'ਚ ਰਹਿੰਦਾ ਆ। ਸਹਿਜ ਦੇ ਵਿੱਚ ਜਿਹੜਾ ਸਮਾਧੀ ਵੀ ਆ ਜਾਂਦੀ ਹੈ ਹੌਲੀ ਹੌਲੀ। ਸੋ ਮੈਨੂੰ ਲੱਗਦਾ ਕਿ ਅਸੀਂ ਉਮਰ ਦੇ ਉਸ ਮੁਕਾਮ ਤੇ ਹਾਂ ਜਿੱਥੇ ਇਹ ਵਾਲੀ ਅਵਸਥਾ ਹੁੰਦੀ ਹੈ। ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਪੰਜਾਬ ਸਾਹਿਤ ਅਕਾਦਮੀ ਦੀ ਪੂਰੀ ਕਾਰਜਕਾਰਨੀ ਟੀਮ ਵੱਲੋਂ। ਤੇ ਇਹਦੇ 'ਚ ਸਾਰਾ ਉਪਰਾਲਾ ਜਿਹੜਾ ਰਵਿੰਦਰ ਜੀ ਦਾ ਹੁੰਦਾ ਹੈ, ਘਾਲਣਾ ਸਾਰੀ ਮੇਰਾ ਕੁਛ ਨਹੀਂ ਹੈ, ਮੇਰਾ ਤੁਹਾਡਾ ਸਭ ਦਾ ਸਹਿਯੋਗ ਹੈ, ਪਿਆਰ ਹੈ। ਇਕੱਲਾ ਬੰਦਾ ਕੋਈ ਕੁਛ ਨਹੀਂ ਕਰ ਸਕਦਾ ਸੱਚੀ, ਜੇ ਸਹਿਯੋਗ ਨਾ ਮਿਲੇ ਸਾਰਿਆਂ ਦਾ ਕੀ ਕਰਾਂਗੇ। ਤੁਸੀਂ ਬਹੁਤ ਮਿਹਨਤ ਕਰ ਰਹੇ ਹੋ। ਤੁਹਾਡੀਆਂ ਜਿਹੜੀਆਂ ਫਿਰ ਉਸ ਤੋਂ ਬਾਅਦ ਤੁਸੀਂ ਖਬਰਾਂ ਬਹੁਤ ਸੋਹਣੀਆਂ ਲਗਵਾਉਂਦੇ ਹੋ, ਤੇ ਜੇਕਰ ਸਾਨੂੰ ਤੁਹਾਡਾ ਸਹਿਯੋਗ ਮਿਲਦਾ ਰਹਿੰਦਾ ਹੈ ਤਾਂ ਅਸੀਂ ਹੋਰ ਕਰ ਸਕਦੇ ਹਾਂ। ਹਾਂ, ਤਕਲੀਫਾਂ ਦਾ ਕੋਈ ਨਹੀਂ, ਆਉਂਦੀਆਂ ਰਹਿੰਦੀਆਂ ਨੇ, ਚਲੇ ਜਾਂਦੀਆਂ। ਹਾਂ ਕਰਦੀ ਥੋੜੀਆਂ ਨਹੀਂ ਜ਼ਿਆਦਾ। ਬਾਕੀ ਤੁਸੀਂ ਦੇ ਲੋ ਥੋੜਾ ਜਿਹਾ ਦੱਸ ਦਿਓ, ਬੇਸ਼ੱਕ ਜਿਹੜਾ ਅਸੀਂ ਮਦਰ ਡੇ ਤੇ ਕਰਨਾ 8 ਤਰੀਕ ਨੂੰ ਕਿਵੇਂ ਦਾ ਹੋਏਗਾ, ਕਿਦਾਂ ਬਾਅਦ ਚ ਕਰਨਾ, ਜਿਵੇਂ ਕਰਨਾ ਤੁਸੀਂ ਕਰ ਲਓ। ਮਦਰ ਡੇ ਤੇ ਹਾਂਜੀ ਅਸੀਂ ਕੁਝ ਇਹੋ ਜਿਹਾ ਸੋਚਦੇ ਹਾਂ ਜਿਹਦੇ ਵਿੱਚ ਅਸੀਂ ਮਾਂ ਨੂੰ ਹਮੇਸ਼ਾ ਡਿਵੋਟਿਡ, ਡਿਵੋਸ਼ਨਲ, ਫੈਮਿਲੀ ਲਈ ਮਰ ਮਰ ਕੇ ਜਿਉਂਦੀ ਇੱਕ ਰੂਪ ਦੇ ਵਿੱਚ ਜਾਣਦੇ ਆ ਜਾਂ ਵੇਖਦੇ ਆ, ਹੈ ਨਾ। ਤੇ ਉਹ ਜਿਹੜੀ ਉਹ ਸਾਨੂੰ ਪਿੱਤਰ ਕੀ ਸੋਚ ਵੀ ਮਿਲੀ ਆ, ਤਾਂ ਅਸੀਂ ਚਾਹਾਂਗੇ ਕਿ ਕੁਛ ਇਹੋ ਜਿਹਾ ਹੋਵੇ ਕਿ ਮਾਂ ਬੱਚਿਆਂ ਦੇ ਖਾਤਰ ਤਾਂ ਜਿਉਵੇਂ ਪਰ ਆਪਣੇ ਲਈ ਵੀ ਜਿਉਵੇਂ। ਬਿਲਕੁਲ। ਸੋ ਇਹੋ ਜਿਹਾ ਮੇਲ ਕੁਛ ਵਗੈਰਾ ਲੈਣਾ ਕਿ ਨਹੀਂ, ਅੱਗੇ ਰੋਲਾ ਪਾਉਂਦੇ ਸੀ ਮੇਲ ਵੂਮਨ ਡੇ। ਨਹੀਂ ਕੋਈ ਪ੍ਰੋਬਲਮ ਨਹੀਂ, ਏਦਾਂ ਦੀ ਕੋਈ ਪ੍ਰੋਬਲਮ। ਠੀਕ ਹੈ ਫਿਰ, ਓਕੇ ਕੋਈ ਗੱਲ ਨਹੀਂ। ਹਾਂਜੀ ਹਾਂਜੀ, ਇਹ ਆਪਾਂ ਫਿਰ ਫੋਨ ਤੇ ਡਿਸਕਸ ਕਰ ਲਾਂਗੇ। ਹਾਂਜੀ ਡਿਸਕਸ ਕਰ ਲਾਂਗੇ। ਹਾਂਜੀ ਮੈਨੂੰ ਸੀ ਅੱਜ ਸੋ ਦਾ ਹੋਦੇ, ਵੈਸੇ ਅੱਜ ਸਾਡਾ ਦੂਜਾ ਵੀ ਨਾ ਮੈਗਜ਼ੀਨ ਆ ਜਾਣਾ ਹੈ, ਉਹ ਤਿਆਰ ਕਰਦਾ ਪਿਆ ਮੁੰਡਾ, ਕਹਿੰਦਾ ਸਾਹਿਬ ਭੇਜ ਦੇਣਾ। ਹਾਂਜੀ ਨਹੀਂ ਇਹ ਬਹੁਤ ਵਧੀਆ ਹੁੰਦਾ, ਟਾਈਮ ਦੇਣਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ, ਔਰ ਉਹ ਵੀ ਦੂਸਰਿਆਂ ਦੇ ਲਈ ਤੁਸੀਂ ਟਾਈਮ ਕੱਢਣਾ। ਮੈਂ ਦੇਖਿਆ ਅੱਜ ਸਾਰੇ ਹੀ ਐਨ ਬਿਲਕੁਲ ਸਟੈਚੂ ਬਣੇ ਸੁਣਦੇ ਨੇ, ਸਾਰੇ ਬੈਠੇ ਹੋਏ ਨੇ। ਸਾਡੇ ਚ ਹਰਜੀਤ ਕਾਤਲ ਜੀ ਨੇ, ਪੱਤਰਕਾਰ ਨੇ, ਉਹ ਵੀ ਸ਼ੁਰੂ ਤੇ ਬਣੇ ਹੋਏ ਨੇ, ਜਿਹੜੇ ਹੁਣੇ ਅੰਮ੍ਰਿਤਸਰ ਤੋਂ ਵੀਰ ਬੋਲ ਰਹੇ ਸੀ, ਮੈਂ ਦੱਸ ਰਹੀ ਹਾਂ। ਹਾਂਜੀ, ਇਹ ਉਦਾਂ ਦੇ ਬ੍ਰਦਰ ਹੈ ਪਰਜਿੰਦਰ ਕਲੇਰ ਦੇ, ਮੈਂ ਉਹੀ ਪੁੱਛ ਰਹੀ ਸੀ ਵੀ ਕਿੱਥੋਂ ਨੇ। ਜੀ ਜੀ ਹਾਂਜੀ ਹਾਂਜੀ, ਨਹੀਂ ਅੱਛੀ ਗੱਲ ਹੈ ਜੀ। ਪਰਜਿੰਦਰ ਸਾਹਮਣੇ ਆ ਜਾਓ 2 ਮਿੰਟ। ਇੱਕ 1+6 ਆ ਰਿਹਾ, ਸ਼ੋ ਹੋ ਰਿਹਾ ਇਹਨਾਂ ਦਾ ਵੀ 1+6। ਇੱਕ ਕੋਰ ਵੀ ਲਿਖਿਆ ਆ ਰਿਹਾ ਸੀ, ਪਤਾ ਨਹੀਂ ਕਿਹੜਾ, ਪੁੱਛੋ ਕਿਹੜਾ। ਹਾਂਜੀ ਐਂਕਰਿੰਗ ਕੁਲਜੀਤ ਜੀ ਕਰ ਰਹੇ ਨਾ। ਹਾਂਜੀ ਮੈਡਮ। ਹਾਂ ਕੁਲਜੀਤ ਜੀ, ਬਹੁਤ ਸੋਹਣੀ ਤੁਸੀਂ ਸਵਾਲ ਪੁੱਛ ਰਹੇ ਸੀਗੇ। ਮੈਨੂੰ ਲੱਗਿਆ ਕਿ ਕਿਉਂਕਿ ਮੈਂ ਵੀਡੀਓ ਨਹੀਂ ਸੀ ਦੇਖ ਰਹੀ ਨਾਲ ਨਾਲ ਨਾ, ਸਿਰਫ ਪ੍ਰੋਗਰਾਮ ਕੁਲਜੀਤ ਜੀ ਦਾ ਹੀ ਹੈ। ਪਰਫੈਕਟ ਹੋ ਗਏ ਤੁਸੀਂ ਸਵਾਲਾਂ ਜਵਾਬਾਂ ਚ। ਮੈਨੂੰ ਉਮੀਦ ਆ ਕਿ ਸਾਰੇ ਇਸ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋਣਗੇ, ਤੇ ਅਸੀਂ ਹੋਰ ਵੀ ਚੰਗੀਆਂ ਸ਼ਖਸੀਅਤਾਂ ਨਾਲ ਰੂਬਰੂ ਕਰਾਵਾਂਗੇ, ਖਾਸ ਤੌਰ ਤੇ ਸਾਡੀਆਂ ਔਰਤਾਂ ਜਿਹੜੀਆਂ ਜਿਨ੍ਹਾਂ ਨੂੰ ਰਸੋਈ ਦੇ ਕੰਮਾਂ ਤੋਂ ਜਾਂ ਹੋਰ ਇਹੋ ਜਿਹੇ ਕੰਮਾਂ ਤੋਂ ਵੇਲ ਘੱਟ ਮਿਲਦੀ ਆ। ਸੋ ਉਹ ਸਾਹਿਤਕ ਹਸਤੀਆਂ ਨੂੰ ਤੁਹਾਡੇ ਸਾਹਮਣੇ ਲਿਆਵਾਂਗੇ, ਔਰ ਉਹ ਸਾਰੇ ਸਰੋਤਾ ਜਨ ਜਿਹੜੇ ਸੁਣ ਰਹੇ ਨੇ ਉਹਨਾਂ ਦਾ ਵੀ ਪੰਜਾਬ ਸਾਹਿਤ ਅਕੈਡਮੀ ਤੇ ਸਾਹਿਤਕ ਸਾਂਝਾ ਵੱਲੋਂ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਮੈਮ, ਬਹੁਤ ਬਹੁਤ ਸ਼ੁਕਰੀਆ। ਸਾਡੇ ਵੱਲੋਂ ਬਹੁਤ ਸ਼ੁਕਰੀਆ। ਹੌਸਲਾ ਅਫਜ਼ਾਈ ਲਈ ਬਹੁਤ ਸ਼ੁਕਰੀਆ ਮੈਡਮ। ਹਾਂ ਬਹੁਤ ਅੱਛਾ ਬੋਲਿਆ। ਔਰ ਜਦੋਂ ਰਾਵਾਂ ਆਸਾਨ ਹੋ ਜਾਂਦੀਆਂ, ਜਦੋਂ ਸਾਡੇ ਹਮਸਫਰ ਵਧੀਆ ਹੋਣ ਤੇ ਤੁਹਾਡੇ ਸਾਥ ਨਾਲ ਹੋਰ ਬਿਹਤਰ ਕਰਨਗੇ ਮੈਡਮ ਰਮਿੰਦਰ ਰਮੀ, ਕਿਉਂਕਿ ਇੱਕ ਸਾਥ ਜਿਹੜਾ ਹੈ ਵਧੀਆ ਹੋਵੇ ਤੇ ਮੰਜ਼ਿਲ ਜਿਹੜੀ ਆ ਸੁਖਾਵੀਂ ਮਿਲ ਜਾਂਦੀ ਹੈ। ਤੇ ਇਸੇ ਤਰ੍ਹਾਂ ਇਸ ਪ੍ਰੋਗਰਾਮ ਨੂੰ ਹੁਣ ਅਸੀਂ ਆਖਰੀ ਪੜਾਅ ਤੇ ਸਾਡਾ ਹੈ, ਤੇ ਬਹੁਤ ਸ਼ੁਕਰੀਆ ਮੈਡਮ ਤੁਹਾਡਾ, ਗੁਰਚਰਨ ਕੌਰ ਕੋਛੜ ਮੈਡਮ। ਤੁਹਾਡਾ ਵੀ ਸਭ ਦਾ ਸ਼ੁਕਰੀਆ ਮੈਡਮ, ਬਹੁਤ ਬਹੁਤ। ਤੁਸੀਂ ਇੰਨੀ ਵਧੀਆ ਐਂਕਰਿੰਗ ਕੀਤੀ ਹੈ। ਸਾਰੇ ਸਾਡੇ ਦਰਸ਼ਕ, ਮੈਂ ਇੱਕ ਵਾਰੀ ਕੁਝ ਨਾਮ ਨਹੀਂ ਲਏ ਸੀ ਪਹਿਲਾਂ, ਮੈਂ ਨਾਮ ਲੈਣਾ ਚਾਹਾਂਗੀ। ਮੇਰੇ ਖਿਆਲ ਚ ਉਹਨਾਂ ਨੇ ਹੁਣ ਹਰਭਜਨ ਕੌਰ ਜੀ ਗਿੱਲ, ਹਾਂਜੀ ਗਿੱਲ ਭੈਣ ਜੀ ਸਾਡੇ ਹਮੇਸ਼ਾ ਜੁੜਦੇ ਨੇ
ਨਾਮ ਵੀ ਜੁੜਨ ਤੇ ਕਹਿਣਗੇ ਮੈਨੂੰ ਰਿਕਾਰਡਿੰਗ ਭੇਜ ਦਿਓ, ਫਿਰ ਸੁਣ ਕੇ ਦੱਸਦੇ ਨੇ। ਤੇ ਰਮਿੰਦਰ ਵਾਲੀਆ ਜੀ ਕੋਸ਼ਰ ਜੀ ਮੈਂ ਥੋੜਾ ਜਰੂਰ ਜਾਣਾ ਹੈ। ਹਾਂਜੀ ਤੁਸੀਂ ਬੋਲੋ ਜੀ, ਜਰੂਰ ਕਹੋ। ਮੈਂ ਤੇ ਕਿਹਾ ਤੁਹਾਡਾ ਨਾਮ ਲਿਆ ਕਿ ਸਾਡੇ ਪੱਤਰਕਾਰ ਹਰਜੀਤ ਕਾਤਲ ਜੀ ਜੁੜੇ ਹੋਏ ਨੇ ਸ਼ੁਰੂ ਤੋਂ ਸਾਡੇ ਨਾਲ। ਤੁਸੀਂ ਕੁਝ ਕਹਿਣਾ ਚਾਹੋਗੇ, ਕਹੋ। ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਤਾਂ ਕਿ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਭੈਣ ਰਮਿੰਦਰ ਰਿੰਮੀ ਵਾਲੀਆ ਜੀ ਦੇ ਥਰੂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ। ਉਹਨਾਂ ਨੇ ਸਪੈਸ਼ਲ ਲਿੰਕ ਭੇਜਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਸਿਰਜਣਾ ਦੇ ਆਰ ਪਾਰ ਦੇ ਵਿੱਚ ਸ਼ਾਮਲ ਅੱਜ ਸਾਰੇ ਹੀ ਸਾਹਿਤਕਾਰ ਸਾਥੀਆਂ, ਮੇਰੀਆਂ ਭੈਣਾਂ ਦੇ ਰੂਬਰੂ ਹੋਣ ਦੀ ਕੋਸ਼ਿਸ਼ ਕਰ ਰਿਹਾ। ਬੜੀਆਂ ਹੀ ਮਹਾਨ ਹਸਤੀਆਂ ਨੇ ਜਿਨ੍ਹਾਂ ਦੇ ਬਾਰੇ ਸੁਣਿਆ, ਲੇਕਿਨ ਅੱਜ ਰੂਬਰੂ ਦੇਖ ਕੇ ਬੜੇ ਮਨ ਨੂੰ ਖੁਸ਼ੀ ਹੋਈ ਹੈ। ਮੈਂ ਇੱਕ ਆਪਣੀ ਗਜ਼ਲ, ਮੈਂ ਹਜੇ ਗਜ਼ਲ ਗੋ ਨਹੀਂ ਲਿਖਣ ਦੀ ਕੋਸ਼ਿਸ਼ ਕਰ ਰਿਹਾ, ਸਿੱਖ ਰਿਹਾ। ਜਿਸ ਤਰ੍ਹਾਂ ਕੋਚਰ ਜੀ ਕਹਿ ਰਹੇ ਨੇ, ਉਹ ਗਜ਼ਲ ਤਰਨਮ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਜਾਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਇਸ ਬਾਰੇ ਮੈਨੂੰ ਜ਼ਰੂਰ ਸੁਝਾਅ ਦਿਓਗੇ ਅਤੇ ਮੈਨੂੰ ਹੋਰ ਕੁਝ ਚੰਗਾ ਲਿਖਣ ਲਈ ਪ੍ਰੇਰਿਤ ਕਰੋਗੇ। ਥੈਂਕ ਯੂ ਹਰਜੀਤ ਜੀ। ਤੁਹਾਨੂੰ ਅਸੀਂ ਹਾਂਜੀ 2 ਲਾਈਨਾਂ ਸੁਣਾ ਦਿਓ, ਤੁਹਾਨੂੰ ਪ੍ਰੋਗਰਾਮ 'ਚ ਲੈ ਕੇ ਆਵਾਂਗੇ ਸਪੈਸ਼ਲ, ਤੁਹਾਡੀ ਫੋਟੋ ਲਾ ਕੇ ਨਾ, ਕਿਉਂਕਿ ਇਹ ਸਿਰਫ ਰੂਬਰੂ ਹੀ ਪ੍ਰੋਗਰਾਮ ਹੈ। ਹਾਂਜੀ ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਹਾਂਜੀ ਕੋਚਰ ਮੈਡਮ ਜੀ ਤੁਸੀਂ ਇਹਨਾਂ ਦੱਸ ਦਿਓ। ਹਾਂਜੀ ਕੁਝ ਜੋ ਚੱਕਰਾਂ ਤੂਫਾਨਾਂ ਤੋਂ ਡਰਦੇ ਕਦੇ ਨਹੀਂ, ਜੋ ਝੱਖੜਾਂ ਤੂਫਾਨਾਂ ਤੋਂ ਡਰਦੇ ਕਦੇ ਨਹੀਂ, ਕਦਮ ਉਹ ਪਿਛਾਂਹ ਨੂੰ ਧਰਦੇ ਕਦੇ ਨਹੀਂ। ਜਿਨ੍ਹਾਂ ਆਸ਼ਿਕਾਂ ਸੀਸ ਰੱਖਿਆ ਤਲੀ ਤੇ, ਜਿਨ੍ਹਾਂ ਆਸ਼ਿਕਾਂ ਸੀਸ ਤਲੀ ਤੇ, ਉਹ ਜਿੱਤਦੇ ਹਮੇਸ਼ਾ ਹੀ ਹਾਰਦੇ ਕਦੇ ਨਹੀਂ। ਉਹ ਜਿੱਤਦੇ ਹਮੇਸ਼ਾ ਹੀ ਹਾਰਦੇ ਕਦੇ ਨਹੀਂ। ਸਦਾ ਸਿਦਕ ਦੇ ਪਾਰ ਲੱਗਦੇ ਨੇ ਬੇੜੇ, ਸਦਾ ਸਿਦਕ ਦੇ ਪਾਰ ਲੱਗਦੇ ਨੇ ਬੇੜੇ, ਘੜੇ ਵਾਂਗ ਕੱਚੇ ਤੇ ਖਰਦੇ ਕਦੇ ਨਹੀਂ। ਘੜੇ ਵਾਂਗ ਕੱਚੇ ਤੇ ਖਰਦੇ ਕਦੇ ਨਹੀਂ। ਜੋ ਕਰਦੇ ਨੇ ਗੱਲਾਂ ਉਹ ਕਰਦੇ ਨਾ ਕੁਝ ਵੀ, ਜੋ ਕਰਦੇ ਨੇ ਗੱਲਾਂ ਉਹ ਕਰਦੇ ਨਾ ਕੁਝ ਵੀ, ਜੋ ਗੱਜਦੇ ਨੇ ਬੱਦਲ ਉਹ ਵਰਦੇ ਕਦੇ ਨਹੀਂ। ਜੋ ਗੱਜਦੇ ਨੇ ਬੱਦਲ ਉਹ ਵਰਦੇ ਕਦੇ ਨਹੀਂ। ਕਾਬਲੇ ਗੌਰ ਸ਼ੇਰ ਹੈ ਜੀ। ਜਿਨ੍ਹਾਂ ਨੂੰ ਹੈ ਇੱਕ ਸਾਰ ਬਰਫਾਂ ਤੇ ਅੱਗਾਂ, ਜਿਨ੍ਹਾਂ ਨੂੰ ਹੈ ਇੱਕ ਸਾਰ ਬਰਫਾਂ ਤੇ ਅੱਗਾਂ, ਉਹ ਖੜਦੇ ਕਦੇ ਨਹੀਂ, ਉਹ ਠਰਦੇ ਕਦੇ ਨਹੀਂ। ਉਹ ਸੜਦੇ ਕਦੇ ਨਹੀਂ, ਉਹ ਠਰਦੇ ਕਦੇ ਨਹੀਂ। ਕਾਤਿਲ ਲੋਕ ਸ਼ਾਇਰ ਭਗਤ ਸੂਰਾ ਤੇ ਦਾਤੇ, ਕਾਤਿਲ ਲੋਕ ਸ਼ਾਇਰ ਭਗਤ ਸੂਰਾ ਤੇ ਦਾਤੇ, ਉਹ ਮਰ ਕੇ ਵੀ ਦੁਨੀਆ ਤੋਂ ਮਰਦੇ ਕਦੇ ਨਹੀਂ। ਉਹ ਮਰ ਕੇ ਵੀ ਦੁਨੀਆ ਤੋਂ ਮਰਦੇ ਕਦੇ ਨਹੀਂ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ। ਮੈਡਮ ਕੋਚਰ ਦੀ ਗੱਲ ਸੁਣ ਕੇ ਇਹਨਾਂ ਨੂੰ ਪ੍ਰੇਰਨਾ ਮਿਲੀ ਕਿ ਮੈਂ ਵੀ ਸੁਣਾਵਾਂ। ਉਸ ਤਰ੍ਹਾਂ ਸਿਰਜਣਾ ਦੇ ਆਰ ਪਾਰ ਅੱਛੀ, ਬਹੁਤ ਅੱਛੀ, ਬਹੁਤ ਅੱਛੀ ਗੱਲ। ਇਸ ਤਰ੍ਹਾਂ ਇਹਦੇ 'ਚ ਕੋਈ ਸੁਣਾਉਂਦਾ ਨਹੀਂ ਹੈ, ਗੱਲਬਾਤ 'ਚ ਕੋਈ ਨਹੀਂ ਸੁਣਾਉਂਦਾ, ਤੁਹਾਡਾ ਵੈਲਕਮ ਹੈ। ਤੇ ਬਾਕੀ ਕਾਬ ਮਿਲਣੀ ਦੇ ਵਿੱਚ ਕਿਸੇ ਨੇ ਸੁਣਾਉਣਾ ਹੋਏ ਕਾਬ ਮਿਲਣੀ 'ਚ, ਹੈ ਨਾ ਜੀ। ਮੈਂ ਕੁਲਜੀਤ ਜੀ ਤੁਸੀਂ ਅਗਰ ਥੋੜਾ ਜਿਹਾ ਟਾਈਮ ਲੈਣਾ ਤੇ ਲਓ। ਮੈਂ ਮੈਡਮ ਗੁਰਚਰਨ ਕੌਰ ਕੋਚਰ ਜੀ, ਮੈਂ ਅਸਲ 'ਚ ਸਿਰਫ ਮੈਂ ਅੱਧੇ ਘੰਟੇ ਵਾਸਤੇ ਸੀਗਾ। ਮੈਨੂੰ ਪਤਾ ਹਾਂ ਰਿੰਟੂ ਜੀ ਪੂਰੇ ਬੈਠੇ। ਧੰਨਵਾਦ ਰਿੰਟੂ ਜੀ, ਬਹੁਤ ਬਹੁਤ ਸ਼ੁਕਰੀਆ। ਅੱਗੇ ਤੋਂ ਤੁਸੀਂ ਨਾ ਦੇਖ ਲੈਣਾ, ਬਹੁਤ ਵਧੀਆ ਪ੍ਰੋਗਰਾਮ ਸੀ। ਸਾਨੂੰ ਕਹਿਣ ਦੀ ਲੋੜ ਨਹੀਂ ਰਿੰਟੂ ਜੀ, ਅੱਗੇ ਤੋਂ ਤੁਹਾਡਾ ਆਪਣਾ ਪ੍ਰੋਗਰਾਮ ਹੈ ਫੁੱਲ, ਤੁਸੀਂ ਆਉਂਦੇ ਤੇ ਹੋ ਹਮੇਸ਼ਾ, ਪਰ ਫਿਰ ਵੀ ਧਿਆਨ ਰੱਖਣਾ ਹੈ ਨਾ।
नहीं बिल्कुल मिलनी चाहिए पूरा टाइम है ना देना। बहुत ਵਧੀਆ ਜੀ, बहुत थैंक शुक्रिया यू सारे मेहमानों का। मनजीत जी ਸ਼ੁਭ ਇਸ਼ਾਵਾਂ ਨਾਲ ਅਸੀਂ ਸਾਰੇ ਵਿਦਾ ਲੈਨੇ ਆ ਤੇ ਮੈਡਮ ਕੋਚਰ ਲਈ ਸਾਹਿਤਕ ਸਫ਼ਰ ਜਾਰੀ ਰਹੇ। ਰਮਿੰਦਰ ਰੰਮੀ ਮੈਡਮ ਅੰਤਰਰਾਸ਼ਟਰੀ ਸਾਂਝਾਂ ਸਾਡੀਆਂ ਪਵਾਉਂਦੇ ਰਹਿਣ ਤੇ ਇਦਾਂ ਜਾਰੀ ਰਹੇ। ਤੇ ਮੈਡਮ ਕੋਚਰ ਤੁਸੀਂ ਆਪਣੇ ਇਸ ਸ਼ੇਅਰ ਤੇ ਪੂਰੀ ਤਰ੍ਹਾਂ ਖਰੇ ਉਤਰਦੇ ਰਹੋ। ਮੈਂ ਚਾਹੁੰਦੀ ਹਾਂ ਮੁਹੱਬਤ ਦਾ ਖਿੜੇ ਗੁਲਜ਼ਾਰ ਹਰ ਪਾਸੇ, ਜਿੱਧਰ ਵੇਖਾਂ ਨਜ਼ਰ ਆਏ ਦਿਲਾਂ ਵਿੱਚ ਪਿਆਰ ਹਰ ਪਾਸੇ। ਇਹ ਵੀ ਭਗਵਾਨ ਦੀ ਪੂਜਾ ਤੇ ਰੱਬ ਦੀ ਇਬਾਦਤ ਹੈ, ਜੇ ਧੀਆਂ ਭੈਣਾਂ ਮਾਵਾਂ ਦਾ ਹੋਵੇ ਸਤਿਕਾਰ ਹਰ ਪਾਸੇ। ਮਿਲੇ ਰੋਟੀ ਤੇ ਕੱਪੜਾ ਹਰ ਇੱਕ ਦੁਨੀਆ ਦੇ ਵਾਸੀ ਨੂੰ, ਖੁਸ਼ੀ ਵਿੱਚ ਝੂਮਦਾ ਵੇਖਾਂ ਹਰ ਪਰਿਵਾਰ ਹਰ ਪਾਸੇ। ਤੇ ਇਸੇ ਦੁਆਵਾਂ ਨਾਲ ਕਿ ਸਮਾਜ ਵਿੱਚ ਚੰਗਾ ਕੁਝ ਕਰੀਏ, ਕੁਝ ਸੁਖਾਵਾਂ ਵਾਪਰਦਾ ਰਹੇ। ਅਸੀਂ ਸਾਰੇ ਵਿਦਾ ਲੈਨੇ ਹਾਂ। ਅਗਲੀ ਮੁਲਾਕਾਤ ਸਿਰਜਣਾ ਦੇ ਆਰ ਪਾਰ ਫਿਰ ਇੱਕ ਸ਼ਖਸੀਅਤ ਸਤਿ ਸ਼੍ਰੀ ਅਕਾਲ ਸਭ ਨੂੰ, ਸਤਿ ਸ਼੍ਰੀ ਅਕਾਲ ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਰਮਿੰਦਰ ਰੰਮੀ ਜੀ ਦਾ, ਡਾਕਟਰ। ਪਤਾ ਨਹੀਂ ਵੀ ਦੇਖੋ ਮੈਂ ਰਾਤੀ ਮੈਂ ਕੁਲਜੀਤ ਜੀ ਨੂੰ ਮੈਸੇਜ ਕਰ ਰਹੀ ਸੀ, ਕਹਿੰਦੇ ਸੁੱਤੇ ਨਹੀਂ। ਮੈਂ ਕਹਿੰਦੀ ਮੈਂ ਉਹਨਾਂ ਤੋਂ 4 ਲਾਈਨਾਂ 3 3:30 ਵੱਜ ਗਏ। ਮੈਂ ਕਿਹਾ ਮੈਂ ਬੰਦ ਕਰਤੀ, ਬਾਅਦ ਚ ਭੇਜਾਂਗੇ, ਚੈੱਕ ਕਰ ਲੈਣਾ ਕਿਵੇਂ ਦੀ ਬਣੀ। ਠੀਕ ਹੈ ਜੀ, ਰਿਕਾਰਡਿੰਗ ਕਰ ਲਓ ਬੰਦ, ਭਾਵੇਂ ਰਿਕਾਰਡਿੰਗ ਬੰਦ ਕਰ ਲਓ ਮੈਮ ਹੁਣ। ਓਕੇ ਓਕੇ ਠੀਕ ਹੈ, ਬਹੁਤ ਅੱਛੇ ਜੀ। ਸਤਿ ਸ਼੍ਰੀ ਅਕਾਲ। ਤੂੰ ਚਾਹਵੇਂ ਤਾਂ ਹਰ ਔਕੜ ਪਲਾਂ ਵਿੱਚ ਦੂਰ ਹੋ ਜਾਂਦੀ, ਜੇ ਤੂੰ ਚਾਹਵੇਂ ਤਾਂ ਹਰ ਔਕੜ ਪਲਾਂ ਵਿੱਚ ਦੂਰ ਹੋ ਜਾਂਦੀ। ਮੈਨੂੰ ਬਖਸ਼ੀ ਮੇਰੇ ਮੌਲਾ ਜ਼ਮਾਨੇ ਦਾ ਸਤਾਇਆ ਹਾਂ, ਮੈਨੂੰ ਬਖਸ਼ੀ ਮੇਰੇ ਮੌਲਾ ਜ਼ਮਾਨੇ ਦਾ ਸਤਾਇਆ ਹਾਂ। ਸ਼ੁਕਰੀਆ ਮੈਮ। अच्छा बेटे, बहुत अच्छा लिखते हैं। थैंक यू मैम। अच्छा लिखते हैं। अजकल के हालात भी आ गए ना शेयर ਜਿਹੜਾ ਬਹੁਤ ਅੱਛਾ। ਪਰਜਿੰਦਰ ਦੀਆਂ 2 ਬੁੱਕਸ ਵੀ ਆ ਗਈਆਂ ਹਨ, ਇਹਦੇ ਹਸਬੰਡ ਵੀ ਲਿਖਦੇ ਨੇ। ਅੱਛਾ, ਇਹਨਾਂ ਦੇ ਹਸਬੰਡ ਦਾ ਕੀ ਨਾਮ ਹੈ? ਮੈਮ ਦਵਿੰਦਰ ਸਿੰਘ ਕਲੇਰ। ਅੱਛਾ, ਨਾਮ ਸੁਣਿਆ ਹੋਇਆ ਬੇਟੇ, ਨਾਮ ਸੁਣਿਆ ਹੋਇਆ। ਹਾਂਜੀ ਮੈਮ, ਲਿਖਦੇ ਅਸੀਂ। ਵਧੀਆ ਲੱਗਦਾ ਹੈ ਨਾ ਦੋਨੋਂ। ਪਤਾ ਨਹੀਂ ਸੀ ਨਾ ਬੇਟੇ ਪਰਜਿੰਦਰ, ਮੈਂ ਲੁਧਿਆਣੇ ਸਮਾਗਮ ਕਰਾਇਆ ਸੀ, ਮੈਂ ਤੈਨੂੰ ਬੁਲਾ ਲੈਂਦੀ, ਮੈਨੂੰ ਨਵੀਆਂ ਕਲਮਾਂ ਜ਼ਿਆਦਾ ਪਤਾ ਨਹੀਂ ਹੈ। ਹਾਂਜੀ ਨਹੀਂ, ਅਸੀਂ ਆਪ ਕਰਦੇ ਹਾਂ, ਨਵੀਆਂ ਕਲਮਾਂ ਨੂੰ ਵੀ ਵਿੱਚ ਲੈ ਕੇ ਆਨੇ ਤੇ ਸੀਨੀਅਰਸ ਵੀ, ਤਾਂ ਕਿ ਪਤਾ ਲੱਗੇ ਨਵੀਆਂ ਦਾ, ਹੈ ਨਾ। ਨਹੀਂ ਅਸੀਂ ਤਾਂ ਫਿਰ ਆਫਲਾਈਨ ਕਰਾਇਆ ਨਾ। ਹਾਂਜੀ ਤੁਸੀਂ ਕਰਾਇਆ, ਮੈਨੂੰ ਪਤਾ। ਹਾਂਜੀ ਕਰਵਾਇਆ ਹੈ, ਬਹੁਤ ਵਧੀਆ। ਮੈਮ ਰਿਕਾਰਡਿੰਗ ਚੱਲ ਰਹੀ, ਫਿਰ ਤੁਸੀਂ ਔਨ ਕੀਤੀ ਹੈ? ਮੈਂ ਕੀਤੀ ਸੀ ਜਦੋਂ ਪਰਜਿੰਦਰ ਬੋਲ ਰਹੀ ਸੀ। ਕੁਲਜੀਤ ਮੈਡਮ ਨੇ